ਸਮੂਹ ਸੰਗਤ ਨੂੰ ਜਿਹੜੀ ਘਰ ਬਹਿ ਕੇ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਇਸ ਗੁਰਮਤਿ ਕਲਾਸ ਦੇ ਅੰਦਰ ਸ਼ਾਮਲ ਹੈ। ਸਮੂਹ ਸੰਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ, ਅੱਜ ਦੀ ਜਿਹੜੀ ਸਾਡੀ ਵਿਚਾਰ ਹੈ, ਇਹ ਅਸੀਂ ਵਿਚਾਰ ਕਰਨੀ ਹੈ ਇਸ ਕਾਇਆ ਅੰਦਰ ਵਸਤ ਅਸੰਖਾ। ਭਾਵ ਕਿ ਸਾਡੀ ਬਾਡੀ ਵਿੱਚ, ਸਾਡੀ ਕਾਇਆ ਦੇ ਅੰਦਰ ਅਨੇਕਾਂ ਵਸਤਾਂ, ਅਨੇਕਾਂ ਗੁਣ ਮੌਜੂਦ ਨੇ। ਪਰ ਸਾਡੀ ਤਰਾਸਦੀ ਇਹ ਹੈ ਕਿ ਅਸੀਂ ਬਾਹਰਲਾ ਗਿਆਨ ਤੇ ਬਾਹਰਲੇ ਤੌਰ ਤੇ, ਬਹਿਰੂਨੀ ਤੌਰ ਤੇ ਗਿਆਨ ਤੇ ਬਹੁਤ ਹਾਸਲ ਕਰ ਲਿਆ, ਪਰ ਕਦੇ ਆਪਣੇ ਅੰਦਰ ਝਾਤ ਮਾਰ ਕੇ ਯਤਨ ਨਹੀਂ ਕੀਤਾ ਕਿ ਸਾਡੇ ਅੰਦਰ ਕਿੰਨਾ ਕੁਝ ਮੌਜੂਦ ਹੈ। ਜਿਵੇਂ ਗੁਰਬਾਣੀ ਦੇ ਅੰਦਰ ਸਾਨੂੰ ਇੱਕ ਫਰਮਾਨ ਵੀ ਪਾਤਸ਼ਾਹ ਜੀ ਕਾਫੀ ਥਾਵਾਂ ਤੇ ਸਾਨੂੰ ਸੁਚੇਤ ਕਰਾਉਂਦੇ ਨੇ ਕਿ ਔਰ ਅਲਰਟ ਵੀ ਕਰਦੇ ਨੇ ਕਿ ਸਾਡੇ ਘੱਟ ਦੇ ਅੰਦਰ, ਸਾਡੇ ਹਿਰਦੇ ਦੇ ਵਿੱਚ ਰੱਬ ਜੀ ਵਸਦੇ ਨੇ। ਤੇ ਉਸ ਰੱਬ ਜੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਸਾਨੂੰ ਪਹਿਲਾਂ ਅੰਤਰ ਝਾਤ ਮਾਰਨ ਦੀ ਲੋੜ ਹੈ। ਤਰਾਸਦੀ ਫਿਰ ਇਹੀ ਹੈ ਕਿ ਸਾਨੂੰ ਬੇਸਿਕ ਜਿਹੜੇ ਆਪਣੇ ਆਰਗਨਸ ਨੇ, ਇਹਨਾਂ ਬਾਬਤ ਵੀ ਕੋਈ ਬਹੁਤਾ ਗਿਆਨ ਨਹੀਂ ਹੈ। ਸੋ ਅੱਜ ਇਸੇ ਟੌਪਿਕ ਦੇ ਉੱਤੇ ਅਸੀਂ ਵਿਚਾਰ ਸਾਂਝੇ ਕਰਨੇ ਨੇ ਕਿ ਦੇਹ ਬਾਰੇ ਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਸਾਨੂੰ ਕੀ ਗਿਆਨ ਬਖਸ਼ਿਸ਼ ਕਰਦੇ ਨੇ। ਜਿੰਨੀ ਕੁ ਮੇਰੀ ਤੌਫੀਕ ਹੈ, ਜਿੰਨੀ ਕੁ ਮੈਨੂੰ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਬਖਸ਼ਿਸ਼ ਕੀਤਾ ਹੋਇਆ ਇਹ ਜਿਹੜਾ ਉਹਨਾਂ ਦਾ ਇਹ ਗਿਆਨ ਹੈ, ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਜ਼ਰੂਰੀ ਨਹੀਂ ਕਿ ਤੁਸੀਂ ਸਮੁੱਚੇ ਤੌਰ ਤੇ ਮੇਰੇ ਸਾਰੇ ਹੀ ਕੀਤੇ ਹੋਏ ਵਿਚਾਰ ਦੇ ਨਾਲ ਸਹਿਮਤ ਹੋ। ਇੱਕ ਪਰਸੈਪਸ਼ਨ ਹੈ, ਇੱਕ ਵਿਚਾਰ ਹੈ, ਜੀ ਵਿਚਾਰ ਅਸੀਂ ਸਾਂਝੀ ਕਰ ਰਹੇ ਹਾਂ ਕਿ ਜਿਸ ਢੰਗ ਦੇ ਨਾਲ ਸਾਨੂੰ ਗੁਰਬਾਣੀ ਦਾ ਗਿਆਨ ਸਮਝ ਆਇਆ, ਜਾਂ ਜਿਸ ਢੰਗ ਦੇ ਨਾਲ ਮੈਨੂੰ ਗੁਰਬਾਣੀ ਦਾ ਗਿਆਨ ਸਮਝ ਆ ਰਿਹਾ ਹੈ, ਮੈਂ ਆਪ ਦੇ ਨਾਲ ਉਹ ਵਿਚਾਰ ਸਾਂਝੇ ਕਰ ਰਿਹਾ। ਸੋ ਇਸ ਕਾਇਆ ਅੰਦਰ ਵਸਤ ਅਸੰਖਾਂ, ਗੁਰਮੁਖ ਸਾਚ ਮਿਲੇ ਤਾਂ ਵੇਖਾਂ। ਗੁਰਬਾਣੀ ਦੇ ਅੰਦਰ ਇੱਕ ਹੋਰ ਥਾਂ ਆਉਂਦਾ ਕਿ ਕਾਇਆ ਅੰਦਰ ਰਤਨ ਪਦਾਰਥ, ਬੇਅੰਤ ਪ੍ਰਕਾਰ ਦੇ ਰਤਨ ਪਦਾਰਥ ਸਾਡੇ ਕੋਲ ਮੌਜੂਦ ਨੇ। ਔਰ ਦੇਹ ਬਾਰੇ ਗੁਰਬਾਣੀ ਦੇ ਅੰਦਰ ਨੈਗੇਟਿਵ ਵੀ ਦੱਸਿਆ ਗਿਆ ਹੈ ਤੇ ਪੋਜ਼ਿਟਿਵ ਵੀ ਦੱਸਿਆ ਗਿਆ। ਅੱਜ ਅਸੀਂ ਜਿਹੜਾ ਪੱਖ ਲੈਣਾ ਹੈ, ਬਹੁਤਾਇਤ ਰੂਪ ਵਿੱਚ ਅਸੀਂ ਪੋਜ਼ਿਟਿਵ ਪੱਖ ਲਵਾਂਗੇ, ਕਿਉਂਕਿ ਗੁਰਬਾਣੀ ਅੰਦਰ ਇਹ ਵੀ ਫਰਮਾਨ ਹੁੰਦਾ ਹੈ ਕਿ ਕਰਪੂਰ ਪੁਹਪ ਸੁਗੰਧਾ ਪਰਸ ਮਨੁਖੇ ਦੇਹੰ ਮਲੀਣੰ, ਮੱਜਾ ਰੁਧਿਰ ਦੁਰਗੰਧਾ ਆਨਕ ਅਥ ਕਰ ਬੇਣ ਅਗਿਆਨ। ਜਿੱਥੇ ਹੰਕਾਰ ਦੀ ਬਾਤ ਆ ਜਾਂਦੀ ਹੈ, ਉੱਥੇ ਗੁਰਬਾਣੀ ਸਾਨੂੰ ਤਾੜਨਾ ਵੀ ਕਰਦੀ ਹੈ ਕਿ ਦੇਹ ਦਾ ਮਾਣ ਨਾ ਕਰ, ਹੰਕਾਰ ਨਾ ਕਰ। ਇੱਕ ਵੱਖਰਾ ਵਿਸ਼ਾ ਆ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੰਦਾ ਆਇਆ ਕਿੱਥੋਂ ਹੈ। ਅਸੀਂ ਜਿਹੜੇ ਸਾਮੀ ਮਤ ਨੇ, ਸੈਮਿਟਿਕ ਜਿਹੜੇ ਧਾਰਮਿਕ ਗ੍ਰੰਥਾਂ ਦੀ ਸਟੱਡੀ ਕਰਦੇ ਹਾਂ, ਉਹਨਾਂ ਦੇ ਵਿੱਚ ਇਸ ਵਿਚਾਰ ਨੂੰ ਪ੍ਰਮੁੱਖ ਰੱਖਿਆ ਜਾਂਦਾ ਹੈ ਕਿ ਇੱਕ ਐਡਮ ਤੇ ਈਵ ਹੋਏ ਨੇ, ਉਹਨਾਂ ਨੂੰ ਹੁਕਮ ਹੋਇਆ ਤੇ ਉਹ ਅਵਤਰਿਤ ਹੋਏ, ਤੇ ਉਸ ਐਡਮ ਈਵ ਦੀ ਔਲਾਦਾਂ ਇਸ ਪੂਰੀ ਧਰਤੀ ਦੇ ਉੱਤੇ ਵਿਦਮਾਨ ਨੇ। ਅੱਜ ਗੁਰਮਤਿ ਦਾ ਜਾਵੀਆ ਜਿਹੜਾ ਹੈ ਉਹ ਕੁਝ ਵੱਖਰਾ ਹੈ। ਗੁਰਮਤਿ ਦੀ, ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਸਕੂਲ ਆਫ ਥਾਟ ਹੈ, ਇਹ ਸਕੂਲ ਆਫ ਥਾਟ ਕੁਝ ਡਿਫਰੈਂਟ ਹੈ। ਇੱਕ ਸ਼ੇਰ ਦੇ ਨਾਲ ਮੈਂ ਆਪਣੇ ਇਸ ਵਿਸ਼ੇ ਨੂੰ ਥੋੜਾ ਜਿਹਾ ਆਗਾਜ਼ ਕਰਨਾ ਚਾਹਾਂਗਾ ਕਿ ਗੁਰੂ ਸਾਹਿਬ ਜੀ ਦਾ ਇੱਕ ਕਨਸੈਪਟ ਹੈ ਕਿ ਅਸੀਂ ਆਏ ਕਿੱਥੋਂ ਹਾਂ ਜਾਂ ਜਾਣਾ ਕਿੱਥੋਂ ਹੈ। ਇਹਦੇ ਬਾਰੇ ਥੋੜਾ ਜਿਹਾ ਪਾਤਸ਼ਾਹ ਜੀ ਨੇ ਇਸ ਨੂੰ ਭੇਤ ਰੱਖਿਆ ਹੈ, ਰਮਜ਼ ਰੱਖੀ ਹੈ, ਰਹੱਸ ਰੱਖਿਆ ਹੈ। ਪਰ ਹਾਂ, ਇਹੋ ਸਮਝ ਲਓ ਕਿ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਇੱਕ ਬਹੁਤ ਵੱਡੇ ਸੋਮੇ ਦੇ ਵਿੱਚੋਂ, ਜਿਵੇਂ ਇੱਕ ਸਮੁੰਦਰ ਵਿੱਚੋਂ ਇੱਕ ਬੂੰਦ ਹੈ, ਇੱਕ ਬੂੰਦ ਦੀ ਨਿਆਈ ਹੈ, ਅਸਲਾ ਇਹਦਾ ਵੀ ਉਹੀ ਹੈ। ਪੰਜਾਂ ਤੱਤਾਂ ਤੋਂ ਸਾਡਾ ਸਰੀਰ ਬਣਿਆ ਹੈ, ਔਰ ਉਸ ਪੰਜ ਤੱਤ ਦਾ ਇਹ ਪੁਤਲਾ ਹੈ ਜਿੱਥੋਂ ਇਹਦਾ ਆਗਾਜ਼ ਹੁੰਦਾ ਹੈ। ਇੱਕ ਸ਼ਾਇਰ ਕਹਿੰਦਾ ਹੈ ਕਿ ਜ਼ਿੰਦਗੀ ਕਿਆ ਹੈ, ਅਨਾਸਿਰ ਮੇਂ ਜ਼ਹੂਰੇ ਤਰਤੀਬ, ਮੌਤ ਕਿਆ ਹੈ, ਇਨਹੀਂ ਅਜ਼ਜ਼ਾਂ ਕਾ ਪਰੇਸ਼ਾਨ ਹੋਣਾ। ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਰੂਆਤ ਹੁੰਦੀ ਹੈ ਪੰਜਾਂ ਤੱਤਾਂ ਦੇ ਵਿੱਚੋਂ। ਬਾਣੀ ਹਵਾਲਾ ਦਿੰਦੀ ਹੈ ਕਿ ਖਾਕ ਨੂਰ ਕਰਦੰਗ ਆਲਮ ਦੁਨੀਆਏ, ਕਿ ਰੱਬ ਜੀ ਨੇ ਮਿੱਟੀ ਇਕੱਤਰ ਕੀਤੀ, ਪੰਜ ਤੱਤ ਇਕੱਤਰ ਕੀਤੇ, ਉਹਨਾਂ ਦੇ ਵਿੱਚੋਂ ਜਾਨ ਪਾ ਦਿੱਤੀ ਤੇ ਪੁਤਲਾ ਜਿਹੜਾ ਹੈ, ਇਹ ਜੀਵਨ ਜਿਹੜਾ ਹੈ, ਇਹ ਹੋਂਦ ਵਿੱਚ ਆ ਗਿਆ, ਇਹ ਕਲਬੂਤ ਹੋਂਦ ਵਿੱਚ ਆ ਗਿਆ, ਇਹ ਮਨੁੱਖ ਹੋਂਦ ਵਿੱਚ ਆ ਗਿਆ। ਜਦੋਂ ਅਸੀਂ ਸਾਇੰਟੀਫਿਕ ਥਿਊਰੀ ਦੀ ਵਿਚਾਰ ਕਰਦੇ ਹਾਂ ਤੇ ਵੱਖਰੀ ਵੱਖਰੀ ਸਾਇੰਸ ਦੀ ਥਿਊਰੀਜ਼ ਜਿਹੜੀਆਂ ਨੇ ਉਹ ਪ੍ਰਚਲਿਤ ਨੇ। ਜਿਵੇਂ ਸਾਡੇ ਬਹੁਤ ਸਾਰੇ ਐਜੂਕੇਟਿਡ ਵੀਰ ਜੁੜੇ ਨੇ, ਉਹ ਜਾਣਦੇ ਨੇ ਕਿ ਇਵੋਲੂਸ਼ਨ ਦੀ ਥਿਊਰੀ ਜਿਹੜੀ ਚਾਰਲਸ ਡਾਰਵਿਨ ਨੇ ਦਿੱਤੀ, ਔਰ
ਇੰਗਲੈਂਡ ਦੇ ਹੀ ਉਹ ਰਹਿਣ ਵਾਲੇ ਸੀ, ਡਾਕਟਰ ਸੀ, ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਰਿਸਰਚ ਕੀਤੀ ਔਰ ਇਸ ਸਟੱਡੀ ਨੂੰ ਬਹੁਤ ਦੇਰ ਤੱਕ ਪ੍ਰਮਾਣਿਕ ਵੀ ਮੰਨਿਆ ਗਿਆ। ਅੱਜ ਇਹਦੇ ਉੱਤੇ ਬਹੁਤ ਕੰਮ ਵੀ ਹੋ ਰਿਹਾ ਹੈ, ਪਰ ਕੁਝ ਕ੍ਰਿਟਿਕਸ ਆਏ ਔਰ ਉਹਨਾਂ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਇਵੋਲੂਸ਼ਨ ਦੀ ਥਿਉਰੀ ਵੀ ਪੂਰਨ ਤੌਰ ਤੇ ਇਹਦੇ ਉੱਤੇ ਇਸ ਨੂੰ ਅਸੀਂ ਪ੍ਰਮਾਣਿਕ ਨਹੀਂ ਮੰਨ ਸਕਦੇ ਕਿ ਕਿਸ ਢੰਗ ਦੇ ਨਾਲ ਇਹ ਬੰਦਾ ਜਿਹੜਾ ਹੈ ਚਿੰਪੈਂਜ਼ੀ ਤੋਂ ਤੁਰਿਆ, ਹੌਲੀ ਹੌਲੀ ਇਹਦਾ ਵਿਕਾਸ ਹੁੰਦਾ ਗਿਆ ਔਰ ਵਿਕਾਸ ਹੁੰਦੇ ਹੁੰਦੇ ਅੱਜ ਦਾ ਜਿਹੜਾ ਮਨੁੱਖ ਹੈ ਉਹਨੂੰ ਅਸੀਂ ਦੇਖਦੇ ਹਾਂ। ਕ੍ਰਿਟਿਕਸ ਇਹ ਵੀ ਕਹਿੰਦੇ ਨੇ ਕਿ ਜੇ ਵਿਕਾਸ ਦੀ ਗੱਲ ਕਰੀਏ ਤੇ ਸਾਡਾ ਜਿਹੜਾ ਡੀਐਨਏ ਹੈ ਜਾਂ ਸਾਡਾ ਬਹੁਤਾਇਤ ਰੂਪ ਦੇ ਵਿੱਚ ਸਾਡੇ ਜਿਹੜੇ ਜੈਨੇਟਿਕ ਮੇਲ ਨੇ, ਉਹ ਮੇਲ ਜਿਹੜਾ ਹੈ ਉਹ ਇੱਕ ਚੂਹੇ ਦੇ ਨਾਲ ਜਾਂ ਇੱਕ ਜਿਹੜੀ ਛਿਪਕਲੀ ਹੁੰਦੀ ਹੈ, ਲੇਜ਼ਰਟ ਹੁੰਦੀ ਹੈ, ਉਹਦੇ ਨਾਲ ਜ਼ਿਆਦਾ ਮੇਲ ਖਾਂਦਾ ਹੈ। ਸੋ ਕ੍ਰਿਟਿਕਸ ਇਸ ਢੰਗ ਦੇ ਨਾਲ ਅੱਜ ਇਵੋਲੂਸ਼ਨ ਦੀ ਥਿਉਰੀ ਉੱਤੇ ਵੀ ਕਿੰਤੂ ਕਰਦੇ ਨੇ। ਸੋ ਆਇਆ ਕਿੱਥੋਂ ਹੈ, ਜਾਣਾ ਕਿੱਥੋਂ ਹੈ, ਇੱਕ ਰਮਜ਼ ਤੇ ਰਹੱਸ ਜਿਹੜੀ ਹੈ ਗੁਰਬਾਣੀ ਦੇ ਅੰਦਰ ਸਾਨੂੰ ਸਪਸ਼ਟ ਤੌਰ ਤੇ ਮਿਲਦੀ ਹੈ। ਹੁਣ ਅਸੀਂ ਸਮਝਣਾ ਕੀ ਹੈ ਕਿ ਜੋ ਕੁਝ ਆਥੈਂਟਿਕ ਸਾਡੇ ਕੋਲ ਮੌਜੂਦ ਹੈ ਕਿ ਇਹ 5 ਤੱਤਾਂ ਦਾ ਸਰੀਰ ਬਣਿਆ ਹੈ। ਸਾਇੰਸ ਇਸ ਨੂੰ ਇਸ ਢੰਗ ਦੇ ਨਾਲ ਕਹਿੰਦੀ ਹੈ ਕਿ ਇੱਕ ਸੈੱਲ ਜਿਹੜਾ ਹੈ, ਇੱਕ ਸੈੱਲ ਜਿਹੜਾ ਬਹੁਤ ਸਾਰੇ ਸੈੱਲ ਜਦੋਂ ਜੁੜ ਜਾਂਦੇ ਨੇ ਮਲਟੀ ਸੈਲੂਲਰ ਹੋ ਜਾਂਦਾ ਹੈ, ਉਹ ਇੱਕ ਦੇਹ ਰੂਪ ਦੇ ਅੰਦਰ ਅੱਜ ਅਸੀਂ ਉਸ ਨੂੰ ਦੇਖਦੇ ਹਾਂ। ਤੇ ਸਾਡੀ ਬਾਡੀ ਇੱਕ ਮਲਟੀ ਸੈਲੂਲਰ ਤੁਸੀਂ ਉਹ ਕਹਿ ਲਓ ਸੈੱਲਾਂ ਦਾ ਸਮੂਹ ਹੈ ਔਰ ਸਾਡੇ ਅੰਦਰ ਲਗਭਗ 3 ਅਰਬ ਬੇਸ ਪੇਅਰ 3 ਅਰਬ ਬੇਸ ਪੇਅਰ DNA ਮੌਜੂਦ ਹੈ। ਹਰ ਇੱਕ ਸੈੱਲ ਦੇ ਨਾਲ, ਹਰ ਇੱਕ ਸੈੱਲ ਦੇ ਵਿੱਚ ਸਾਡਾ ਜਿਹੜਾ ਪਾਸਟ ਦਾ ਜਿੰਨੀ ਹਿਸਟਰੀ ਹੈ ਉਹ ਮੌਜੂਦ ਹੈ। ਸਾਡੀ ਬਾਡੀ ਦੇ ਅੰਦਰ 3 ਅਰਬ ਬੇਸ ਪੇਅਰ DNA ਹੈ ਔਰ 6 ਅਰਬ ਸੰਯੋਗ ਇਹਨਾਂ DNA ਦਾ ਬਣਦਾ ਹੈ। ਇਸ ਕਾਇਆ ਅੰਦਰ ਵਸਤ ਅਸੰਖਾ। ਇੱਕ ਸੈੱਲ ਤੋਂ ਮਲਟੀ ਸੈਲੂਲਰ ਜੀਵ ਬਣਿਆ ਔਰ ਸਾਡੇ ਉਸ ਇੱਕ ਇੱਕ ਸੈੱਲ ਦੇ ਅੰਦਰ ਜਿਹੜਾ DNA ਮੌਜੂਦ ਹੈ, ਸਾਡੀ ਬਾਡੀ ਦੇ ਅੰਦਰ ਜਿਹੜਾ DNA ਮੌਜੂਦ ਹੈ ਉਹ 3 ਅਰਬ ਬੇਸ ਪੇਅਰ ਹੈ ਔਰ 3 ਅਰਬ ਬੇਸ ਪੇਅਰ ਜਿਹੜਾ ਹੈ ਉਹ 6 ਅਰਬ ਹੋਰ ਸੰਯੋਗਾਂ ਦੇ ਨਾਲ ਸਾਡੀ ਬਾਡੀ ਦੇ ਅੰਦਰ ਮੌਜੂਦ ਰਹਿੰਦਾ ਹੈ। ਬਾਣੀ ਦੇ ਅੰਦਰ ਵੀ ਇਹਦਾ ਜ਼ਿਕਰ ਆਉਂਦਾ ਹੈ ਕਿ ਕਿਸ ਢੰਗ ਦੇ ਨਾਲ ਪਾਤਸ਼ਾਹ ਜੀ ਥੋੜਾ ਜਿਹਾ ਹਵਾਲਾ ਵੀ ਦਿੰਦੇ ਨੇ ਕਿ ਪੌਣਾ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਵਾਰੇ 10ਵਾਂ ਦਵਾਰ ਬੁੱਝਰੇ ਗਿਆਨੀ। ਇਹ ਵਿਚਾਰ ਇਸ ਸ਼ਬਦ ਦੇ ਅੰਦਰ ਸਾਨੂੰ ਥੋੜਾ ਜਿਹਾ ਗਿਆਨ ਮਿਲਦਾ ਹੈ ਕਿ ਬਾਡੀ ਜਿਹੜੀ ਹੈ ਉਹ ਪੌਣ ਤੇ ਪਾਣੀ ਦੇ ਨਾਲ ਬਣੀ ਹੈ। ਸਾਡੇ ਇੱਕ ਸੈੱਲ ਦੇ ਅੰਦਰ ਵੀ ਇਸੇ ਢੰਗ ਦੇ ਨਾਲ ਪਾਣੀ ਮੌਜੂਦ ਹੈ, ਉਸੇ ਲੈਵਲ ਦਾ ਪਾਣੀ ਮੌਜੂਦ ਹੈ ਜਿਸ ਲੈਵਲ ਦਾ ਪਾਣੀ ਇਸ ਧਰਤੀ ਦੇ ਉੱਤੇ ਮੌਜੂਦ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੁਜੈ ਸੋ ਪਾਵੈ। ਸੋ ਸਾਡਾ ਇੱਕ ਨਿੱਕਾ ਜਿਹਾ ਸੈੱਲ ਵੀ ਹੂਬਹੂ ਉਸੇ ਢੰਗ ਦੇ ਨਾਲ ਇਸ ਜਗਤ ਦੇ ਅੰਦਰ ਆਪਣਾ ਉਹ ਕੰਮ ਕਰਦਾ ਹੈ, ਉਹਦੀ ਨਿਯਮਾਵਲੀ ਚੱਲਦੀ ਹੈ, ਉਹਦਾ ਸਿਸਟਮ ਚੱਲਦਾ ਹੈ ਜਿਵੇਂ ਇਸ ਬ੍ਰਹਮੰਡ ਦੇ ਅੰਦਰ ਸਿਸਟਮ ਚੱਲ ਰਿਹਾ ਹੈ। ਪ੍ਰਕਿਰਤੀ ਨੇ, ਕੁਦਰਤ ਨੇ, ਨੇਚਰ ਨੇ, ਰੱਬ ਜੀ ਨੇ ਸਾਨੂੰ ਇਸ ਢੰਗ ਦਾ ਬਣਾਇਆ ਹੈ ਕਿ ਸਾਡਾ ਇੱਕ ਨਿੱਕਾ ਜਿਹਾ ਸੈੱਲ ਵੀ ਉਸ ਪ੍ਰਕਿਰਤੀ ਦੇ ਨਾਲ ਰੂਬਰੂ ਹੋ ਕਰ ਉਹਦੇ ਨਾਲ ਸਾਹ ਇੱਕ ਹਮਕਦਮ ਹੋ ਕੇ ਉਹ ਤੁਰਨ ਦਾ ਯਤਨ ਕਰਦਾ ਹੈ। ਹੁਣ DNA ਕਹਿੰਦੇ ਕਿਹਨੂੰ ਨੇ? ਜਿਹੜੀ ਇਹਦੀ ਮੈਡੀਕਲ ਟਰਮ ਹੈ ਡੀਆਕਸੀਰਿਬੋਨਿਊਕਲਿਕ ਐਸਿਡ। ਡੀਆਕਸੀਰਿਬੋਨਿਊਕਲਿਕ ਐਸਿਡ ਇਹਦਾ ਜਿਹੜਾ ਇੱਕ ਮੈਡੀਕਲੀ ਇਹਦੀ ਟਰਮ ਇਸ ਨੂੰ ਕਿਹਾ ਜਾਂਦਾ ਹੈ। ਹੁਣ ਇਹ ਕਰਦਾ ਕੀ ਹੈ? ਇਹ ਕੀ ਕਰਦਾ ਹੈ? ਇਹ ਸਾਡੀ ਸ਼ਕਲ, ਸਾਡੀ ਸੂਰਤ, ਸਾਡਾ ਰੰਗ, ਸਾਡਾ ਰੂਪ, ਸਾਡਾ ਆਕਾਰ ਨਿਯਤ ਕਰਦਾ ਹੈ। ਕੋਈ ਬਹੁਤ ਲੰਮਾ ਹੈ, ਕਿਸੇ ਦਾ ਕੱਦ ਬਹੁਤਾ ਲੰਮਾ ਨਹੀਂ, ਕਿਸੇ ਦਾ ਰੰਗ ਗੋਰਾ ਹੈ, ਕਿਸੇ ਦਾ ਰੰਗ ਕਾਲਾ ਹੈ, ਕਿਸੇ ਦਾ ਨੱਕ ਚੌੜਾ ਹੈ, ਕਿਸੇ ਦਾ ਨੱਕ ਤਿੱਖਾ ਹੈ, ਕਿਸੇ ਦੀਆਂ ਅੱਖਾਂ ਦਾ ਰੰਗ ਕਿਹੜਾ ਨਿਯਤ ਹੋਏਗਾ, ਇਹ ਸਾਰਾ ਕੁਝ ਸਾਡਾ DNA ਔਰ ਸਾਡੇ ਜੈਨੇਟਿਕ ਸਿਸਟਮ ਜਿਹੜੇ ਨੇ ਇਹ ਨਿਯਤ ਕਰਦੇ ਨੇ ਕਿ ਸਾਡਾ ਜਿਹੜਾ DNA ਹੈ ਇਹ ਕਿਸ ਰੂਪ ਦਾ ਹੈ। ਸਾਡਾ ਜੈਨੇਟਿਕ ਜਿਹੜਾ ਸਿਸਟਮ ਹੈ, ਸਾਡੀ ਜੈਨੇਟਿਕ ਇਨਫੋਰਮੇਸ਼ਨ ਹੈ, ਇਹ ਕਿਸ ਰੂਪ ਦੀ ਹੈ। DNA ਤੋਂ ਅੱਗੇ ਜੀਨਸ ਬਣਦੇ ਨੇ ਸਾਡੇ ਔਰ ਇਹ ਜੀਨਸ ਜਿਹੜੇ ਨੇ ਇਹ ਪ੍ਰੋਟੀਨ ਬਣਾਉਂਦੇ ਨੇ ਜਿਹੜਾ ਕਿ ਸਾਡੇ ਦਿਮਾਗ ਦੇ ਤੌਰ ਦੇ ਉੱਤੇ ਜਦੋਂ ਅਸੀਂ ਵਿਕਸਿਤ ਹੁੰਦੇ ਹਾਂ ਉਹ ਸਾਰਾ ਕਾਸਾ ਜਿਹੜਾ ਕੰਮ ਹੈ ਇਹ ਚੀਜ਼ ਜਿਹੜੀ ਹੈ ਇਹ ਕਰ ਰਹੀ ਹੁੰਦੀ ਹੈ। ਤੁਸੀਂ ਕੀ ਬੋਲਦੇ ਹੋ, ਤੁਸੀਂ ਕੀ ਸੁਣਦੇ ਹੋ, ਤੁਸੀਂ ਕਿਸ ਰੂਪ ਦੇ ਅੰਦਰ ਸੋਚਦੇ ਹੋ, ਤੁਸੀਂ ਕਿਸ ਟੋਨ ਦੇ ਨਾਲ ਗੱਲ ਕਰਦੇ ਹੋ, ਕੀ ਤੁਹਾਡੀ ਟੋਨ ਵਿੱਚ ਰਵਾਨਗੀ ਹੈ, ਤੁਹਾਡੀ ਚਾਲ ਕੈਸੀ ਹੈ, ਕੀ ਤੁਹਾਡੇ ਚਾਲ ਦੇ ਅੰਦਰ ਮੜਕ ਹੈ, ਕੀ ਤੁਸੀਂ ਆਪਣੇ ਕੰਧੇ ਜਿਹੜੇ ਨੇ ਉਹ ਨੀਵੇਂ ਕਰਕੇ ਤੁਰਦੇ ਹੋ, ਜਾਂ ਤੁਹਾਡੀ ਪਰਸਨੈਲਿਟੀ ਦੇ ਵਿੱਚ ਕੋਈ ਵੀ ਡਿਸਆਰਡਰ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ।
ਅੱਜ ਦਾ ਜਿਹੜਾ ਮੈਡੀਕਲ ਟਰਮ ਹੈ, ਅੱਜ ਦੀ ਜਿਹੜੀ ਸਾਇੰਸ ਹੈ, ਮੈਡੀਕਲ ਸਾਇੰਸ ਹੈ, ਉਹ ਇਉਂ ਕਹਿੰਦੀ ਹੈ ਕਿ ਸਾਡਾ ਬਹੁਤਾਇਤ ਰੂਪ ਦੇ ਅੰਦਰ ਸਾਡਾ DNA ਔਰ ਸਾਡਾ ਜਿਹੜਾ ਜੈਨੇਟਿਕ ਸਿਸਟਮ ਹੈ, ਇਹ ਸਾਡੀ ਸ਼ਖਸੀਅਤ ਦੇ ਅੰਦਰ, ਸਾਡੀ ਪਰਸਨੈਲਿਟੀ ਦੇ ਅੰਦਰ ਇਹ ਅਫੈਕਟ ਕਰਦਾ ਹੈ, ਪ੍ਰਭਾਵ ਪਾਉਂਦਾ ਹੈ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇਸ ਜੈਨੇਟਿਕ ਸਿਸਟਮ ਨੂੰ ਤੋੜਿਆ ਜਾ ਸਕਦਾ ਹੈ, ਕਿ ਇਸ ਜੈਨੇਟਿਕ ਸਿਸਟਮ ਤੋਂ ਨਿਜਾਤ ਪਾਇਆ ਜਾ ਸਕਦਾ ਹੈ? ਕਿਉਂਕਿ ਅਸੀਂ ਆਖਾਂਗੇ ਕਿ ਬਹੁਤ ਸਾਰੀਆਂ ਕਮਜ਼ੋਰੀਆਂ, ਬਹੁਤ ਸਾਰੀਆਂ ਬੁਰਾਈਆਂ, ਬਹੁਤ ਸਾਰੇ ਵਿਕਾਰ ਜਿਹੜੇ ਸਾਨੂੰ ਪਤਾ ਹੈ ਕਿ ਸਾਡੇ ਜਿਹੜੇ ਫੋਰ ਫਾਦਰ ਦੇ ਵਿੱਚ ਹੋਣਗੇ, ਸਾਡੇ ਬਜ਼ੁਰਗਾਂ ਦੇ ਵਿੱਚ ਹੋਣਗੇ, ਸਾਡੇ ਮਾਪਿਆਂ ਦੇ ਵਿੱਚ ਹੋਣਗੇ, ਕਿ ਇਸ ਸੋਚ ਨੂੰ, ਕਿ ਇਹ ਉਹਨਾਂ ਬੁਰਾਈਆਂ ਨੂੰ, ਕਿ ਉਹਨਾਂ ਬਿਮਾਰੀਆਂ ਨੂੰ ਚੇਂਜ ਕੀਤਾ ਜਾ ਸਕਦਾ ਹੈ? ਇੱਕ ਬੜਾ ਵੱਡਾ ਸਵਾਲ ਹੈ ਕਿ ਉਹਨਾਂ ਨੂੰ ਚੇਂਜ ਕਿਵੇਂ ਕੀਤਾ ਜਾਵੇ। ਦੇਖੋ, ਇਸ ਗੱਲ ਨੂੰ ਅਸੀਂ ਸਾਰੇ ਬੜੇ ਸਿੰਪਲ ਵੇ ਦੇ ਨਾਲ ਸਮਝ ਸਕਦੇ ਹਾਂ। ਸਪੋਜ਼ ਕਰੋ ਕਿ ਮੇਰੇ ਫਾਦਰ ਨੂੰ ਸ਼ੂਗਰ ਦਾ ਰੋਗ ਹੈ, ਡਾਇਬਟੀਜ਼ ਹੈ, ਤੇ ਬਹੁਤ ਜ਼ਿਆਦਾ ਚਾਂਸ ਨੇ, ਡਾਕਟਰ ਕਹਿੰਦੇ ਨੇ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਵੀ ਉਹ ਡਾਇਬਟੀਜ਼ ਹੋਵੇਗੀ। ਹੁਣ ਉਸ ਬਿਮਾਰੀ ਵਾਸਤੇ ਮੈਨੂੰ ਪਹਿਲਾਂ ਅਵੇਅਰ ਹੋਣਾ ਪਵੇਗਾ। ਇਸ ਕਰਕੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੂੰ ਆਪਣੇ ਕਲਬੂਤ ਦੇ ਅੰਦਰ ਝਾਤ ਮਾਰ, ਬਹਿਰੂਨੀ ਤੌਰ ਤੇ ਵਿਚਰਦਾ ਹੈ, ਵੇਖਦਾ ਹੈ, ਠੀਕ ਹੈ, ਪਰ ਜਦੋਂ ਤੂੰ ਆਪਣੇ ਅੰਦਰ ਝਾਤ ਮਾਰੇਗਾ, ਤੈਨੂੰ ਆਪਣੇ ਉਸ ਜੈਨੇਟਿਕ ਸਿਸਟਮ ਦੇ ਅੰਦਰ, ਉਹਦੇ ਅੰਦਰ ਇਹ ਗੱਲ ਪਤਾ ਲੱਗੇਗੀ ਕਿ ਤੇਰੇ ਫੋਰ ਫਾਦਰ ਦੇ ਅੰਦਰ, ਤੇਰੇ ਦਾਦੇ ਪੜਦਾਦੇ ਦੇ ਅੰਦਰ, ਤੇਰੇ ਨੱਕੜ ਦਾਦਿਆਂ ਦੇ ਅੰਦਰ, ਤੇਰੇ ਪੇਰੈਂਟਸ ਦੇ ਅੰਦਰ ਇਹ ਬਿਮਾਰੀ ਹੈ, ਇੱਕ ਪ੍ਰੋਬਲਮ ਹੈ, ਔਰ ਤੂੰ ਉਸ ਬਿਮਾਰੀ ਨੂੰ ਦੂਰ ਕਰ ਸਕਦਾ ਹੈ। ਗੁਰਬਾਣੀ ਨੇ ਸਾਨੂੰ ਸਮਝਾਇਆ। ਅਸੀਂ ਕਿੰਨੇ ਅਵੇਅਰ ਹਾਂ, ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿੰਨੇ ਅਵੇਅਰ ਹਾਂ। ਇੱਕ ਮਿਸਾਲ, ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਵਾਂਗਾ, ਜਿਹੜੀ ਮੇਰੀ ਨਿੱਜੀ ਐਗਜ਼ਾਮਪਲ ਹੈ ਕਿ ਮੇਰੇ ਮਦਰ ਨੇ, ਮੇਰੇ ਮਾਤਾ ਜੀ ਨੇ, ਇਹ 4 ਭੈਣਾਂ ਸਨ, 4 ਭੈਣਾਂ ਨੇ। ਸਾਡੀ ਨਾਨੀ ਨੂੰ ਡਾਇਬਟੀਜ਼ ਸੀ, ਤੇ ਡਾਕਟਰ ਨੇ ਕਿਹਾ ਸੀ ਕਿ ਇਹ ਡਾਇਬਟਿਕ ਜਿਹੜਾ ਰੋਗ ਹੈ, ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਅੱਗੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਵੀ ਚਲਾ ਜਾਂਦਾ ਹੈ। ਮੇਰੇ ਮਦਰ ਸਭ ਤੋਂ ਵੱਡੇ ਨੇ 4 ਭੈਣਾਂ ਦੇ ਵਿੱਚ। ਮੇਰੇ ਮਦਰ ਨੂੰ ਉਹ ਡਾਇਬਟਿਕ ਰੋਗ ਨਹੀਂ ਹੋਇਆ, ਲੇਕਿਨ ਜਿਹੜੀਆਂ ਛੋਟੀਆਂ 3 ਭੈਣਾਂ ਨੇ, ਉਹ ਡਾਇਬਟੀਜ਼ ਦੇ ਰੋਗ ਦੇ ਨਾਲ ਗ੍ਰਸਤ ਹੋ ਚੁੱਕੀਆਂ ਨੇ ਕਾਫੀ ਹੱਦ ਤੱਕ। ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਹੈ ਕਿ ਸੈਲਫ ਅਵੇਅਰਨੈਸ ਨਹੀਂ ਸੀਗੀ। ਮੇਰੇ ਮਦਰ ਨੇ, ਮੇਰੇ ਮਾਤਾ ਜੀ ਨੇ ਆਪਣੀ ਡਾਈਟ ਪਲਾਨ ਕਰ ਲਈ, ਕਿਉਂਕਿ ਥੋੜਾ ਜਿਹਾ ਹੈਲਥ ਦੇ ਡਿਪਾਰਟਮੈਂਟ ਦੇ ਨਾਲ ਜੁੜੇ ਹੋਣ ਕਰਕੇ ਉਹ ਅਵੇਅਰ ਸੀਗੇ। ਇਸ ਕਰਕੇ ਉਹਨਾਂ ਨੇ ਆਪਣੀ ਡਾਈਟ ਪਲਾਨ ਕੀਤੀ ਕਿ ਜੇ ਮੇਰੇ ਮਦਰ ਨੂੰ ਡਾਇਬਟੀਜ਼ ਦਾ ਰੋਗ ਹੈ, ਮੈਂ ਆਪਣੀ ਡਾਈਟ ਔਰ ਆਪਣਾ ਲਾਈਫ ਸਟਾਈਲ ਇਸ ਢੰਗ ਦਾ ਅਪਣਾਉਣਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ, ਬਜ਼ੁਰਗੀ ਦੇ ਵਿੱਚ, ਮੈਨੂੰ ਇਹ ਰੋਗ ਨਾ ਲੱਗੇ। ਆਪਣੀ ਜੀਨਸ ਤੋਂ, ਆਪਣੇ ਜੈਨੇਟਿਕ ਡਿਸਆਰਡਰਸ ਤੋਂ ਉਹਨਾਂ ਨੇ ਇਹ ਜਾਣਿਆ, ਇਹ ਨੌਲੇਜ ਲਈ, ਇਹ ਸਮਝਿਆ ਕਿ ਮੈਂ ਆਪਣੀ ਡਾਈਟ ਪਲਾਨ ਕਰਨੀ ਹੈ, ਮੈਂ ਆਪਣੀ ਸੈਰ ਕੰਟੀਨਿਊ ਕਰਨੀ ਹੈ, ਔਰ ਮੈਂ ਆਪਣੀ ਲਾਈਫ ਸਟਾਈਲ ਦੇ ਅੰਦਰ ਸਟ੍ਰੈਸ ਤੋਂ ਦੂਰ ਰਹਿਣਾ ਹੈ, ਕੰਮ ਕਾਜ ਦੇ ਅੰਦਰ ਆਪਣੇ ਆਪ ਨੂੰ ਰੁਝੇਵੇਂ ਦੇ ਵਿੱਚ ਰੱਖਣਾ ਹੈ, ਤਾਂ ਕਿ ਇਹ ਡਾਇਬਟੀਜ਼ ਦਾ ਰੋਗ ਮੈਨੂੰ ਨਾ ਲੱਗੇ। ਹੁਣ ਇਸ ਕਰਕੇ ਵੱਡੇ ਹੋਣ ਦੇ ਬਾਵਜੂਦ ਵੀ ਅੱਜ ਉਹ ਇਸ ਰੋਗ ਤੋਂ ਜਿਹੜੇ ਨੇ ਉਹ ਬਚੇ ਨੇ। ਇੱਕ ਹੋਰ ਮੈਂ ਤੁਹਾਨੂੰ ਇੱਕ ਬੜੀ ਵਧੀਆ ਐਗਜ਼ਾਮਪਲ ਦਵਾਂਗਾ, ਕਿਉਂਕਿ ਇੱਕ ਬੜਾ ਵੱਡਾ ਸਵਾਲ ਪੈਦਾ ਹੋ ਰਿਹਾ ਹੈ। ਜੀਨਸ ਨੂੰ ਬਦਲਣ ਦੇ ਵਾਸਤੇ ਬੜੇ ਵੱਡੇ ਯਤਨ ਹੋ ਰਹੇ ਨੇ। ਜੈਨੇਟਿਕ ਜਿਹੜਾ ਸਿਸਟਮ ਹੈ, ਇਸ ਨੂੰ ਬਦਲਣ ਦੇ ਵਾਸਤੇ ਜੈਨੇਟਿਕ ਇੰਜੀਨੀਅਰਿੰਗ ਆ ਗਈ ਹੈ, ਡਿਜ਼ਾਈਨਰ ਬੇਬੀਜ਼ ਆ ਗਏ ਨੇ। ਅਸੀਂ ਅੱਗੇ ਜਾ ਕੇ ਦੀ ਗੱਲ ਕਰਾਂਗੇ ਕਿ ਅੱਜ ਜਿਹੜਾ ਬੰਦਾ ਹੈ ਨਾ, ਇਹ ਸੋਚ ਰਿਹਾ ਹੈ ਕਿ ਮੈਂ ਸੁਪਰ ਹਿਊਮਨ ਬਣ ਜਾਵਾਂ, ਸੁਪਰਮੈਨ ਬਣ ਜਾਵਾਂ। ਬੰਦਾ ਸੋਚ ਰਿਹਾ ਕਿ ਮੇਰੇ ਅੰਦਰ ਨਾ ਕੋਈ ਬਿਮਾਰੀ ਹੋਵੇ, ਮੈਂ ਜੋ ਚਾਹਾਂ, ਜਿਹੜਾ ਰੰਗ ਚਾਹਾਂ ਉਹ ਅਪਣਾ ਲਵਾਂ, ਜਿਹੜੀਆਂ ਅੱਖਾਂ ਦਾ ਰੰਗ ਚਾਹਾਂ ਉਹ ਮੇਰੀਆਂ ਅੱਖਾਂ ਦਾ ਰੰਗ ਬਣ ਜਾਵੇ, ਮੈਂ ਲੰਮਾ ਹੋਵਾਂ, ਉੱਚਾ ਹੋਵਾਂ, ਬਲਵਾਨ ਹੋਵਾਂ, ਬੁੱਧੀਵਾਨ ਹੋਵਾਂ, ਹਰ ਇੱਕ ਗੁਣ ਮੇਰੇ ਅੰਦਰ ਹੋਵੇ। ਇਹਦੇ ਵਾਸਤੇ ਯਤਨ ਵੀ ਸ਼ੁਰੂ ਹੋ ਚੁੱਕੇ ਨੇ। ਖੈਰ, ਇੱਕ ਮੈਂ ਐਗਜ਼ਾਮਪਲ ਹੋਰ ਦੇਣੀ ਚਾਹਾਂਗਾ ਤੁਹਾਨੂੰ ਕਿ ਅਸੀਂ ਕਿੱਦਾਂ ਅਵੇਅਰ ਹੋ ਸਕਦੇ ਹਾਂ। ਜਿਹੜਾ ਬੰਦੇ ਖੋਜ ਦਿਲ ਹਰ ਰੋਜ਼ ਵਾਲਾ ਕਨਸੈਪਟ ਹੈ ਕਿ ਅਸੀਂ ਆਪਣੇ ਅੰਦਰ ਝਾਤ ਮਾਰਨੀ ਹੈ। ਇੱਕ ਮਿੱਤਰ ਨੇ ਇੱਕ ਗੱਲ ਸੁਣਾਈ ਕਿ ਇੱਕ ਸਾਈਕੋਲੋਜਿਸਟ ਸੀਗੇ, ਔਰ PhD ਉਹਨਾਂ ਨੇ ਕੀਤੀ ਸਾਈਕੋਲੋਜੀ ਦੇ ਵਿੱਚ, ਬੜੇ ਗੰਭੀਰ ਵਿਸ਼ੇ ਦੇ ਵਿੱਚ ਉਹ ਸਾਈਕੋਲੋਜੀ ਦੇ ਅੰਦਰ PhD ਕਰ ਗਈ। ਇੱਕ ਲੇਡੀ ਸੀਗੀ, ਨੌਜਵਾਨ ਲੜਕੀ, ਔਰ ਬਹੁਤ ਇੰਟੈਲੀਜੈਂਟ। ਇੱਕ ਦਿਨ ਉਸ ਸਾਈਕੋਲੋਜਿਸਟ ਨੂੰ ਸਿਰ ਪੀੜ ਹੋਇਆ ਤੇ ਉਹ ਕਲਾਸ ਲੈ ਰਹੀ ਸੀ, ਤੇ ਉਹਦੇ ਕੁਝ ਸਟੂਡੈਂਟਸ ਉਹਦੇ ਕੋਲ ਆਏ ਤੇ ਆਣ ਕੇ ਉਹ ਕਹਿੰਦੇ ਨੇ ਵੀ ਤੁਸੀਂ ਸਿਰ ਪੀੜ ਤੁਹਾਨੂੰ ਹੋ ਰਿਹਾ ਹੈ, ਤੁਹਾਡੇ ਵਾਸਤੇ ਅਸੀਂ ਇੱਕ ਮੈਡੀਸਨ ਲਿਆਉਂਦੇ ਨੇ, ਇੱਕ ਮੈਡੀਸਨ ਲੈ ਲਓ, ਇੱਕ ਗੋਲੀ। ਉਹ ਇੱਕਦਮ ਅਲਰਟ ਹੋ ਕੇ ਬਹਿ ਗਈ, ਕਹਿੰਦੀ ਨੋ ਕਿ ਮੈਂ ਮੈਡੀਸਨ ਨਹੀਂ ਲੈ ਸਕਦੀ, ਮੈਂ ਮੈਡੀਸਨ ਨਹੀਂ ਲਵਾਂਗੀ।
ਕਹਿੰਦੇ ਜਸਟ ਇੱਕ ਟੈਬਲੇਟ ਹੀ ਤੇ ਹੈ ਤੇ ਇਹ ਗੋਲੀ ਤੁਸੀਂ ਲੈ ਸਕਦੇ ਹੋ, ਤੁਸੀਂ ਕਿਉਂ ਨਹੀਂ ਲੈ ਰਹੇ? ਤੇ ਉਸ ਡਾਕਟਰ ਨੇ, ਸਾਈਕੋਲੋਜਿਸਟ ਜਿਹੜੀ ਪ੍ਰੋਫੈਸਰ ਸੀ ਪੜਾਉਣ ਵਾਲੀ, ਉਹ ਕਹਿਣ ਲੱਗੀ ਵੀ ਇਹਦੇ ਪਿੱਛੇ ਬੜਾ ਵੱਡਾ ਕਾਰਨ ਹੈ। ਉਹ ਕਹਿੰਦੇ ਵੀ ਸਾਨੂੰ ਜਾਣਨ ਦਾ ਮੌਕਾ ਮਿਲੇ, ਕਿਉਂਕਿ ਸਾਈਕੋਲੋਜੀ ਪੜ੍ਹਾ ਰਹੀ ਸੀ। ਉਹ ਕਹਿੰਦੇ ਵੀ ਇਹਦੇ ਪਿੱਛੇ ਕਾਰਨ ਇਹ ਹੈ ਕਿ ਮੇਰਾ ਬਚਪਨ ਕੋਈ ਬਹੁਤਾ ਚੰਗਾ ਨਹੀਂ ਬੀਤਿਆ। ਮੇਰੇ ਜਿਹੜੇ ਮਦਰ ਫਾਦਰ ਸੀਗੇ, ਦੋਨੋਂ ਡਰੱਗੀ ਸੀ, ਡਰੱਗ ਲੈਂਦੇ ਸੀਗੇ। ਆਫਟਰ ਆਲ ਇਹ ਹੋਇਆ ਕਿ ਉਹਨਾਂ ਦੇ ਡਰੱਗ ਲੈਣ ਕਰਕੇ, ਕੰਮ ਨਾ ਕਰਨ ਕਰਕੇ ਮੇਰਾ ਜਿਹੜਾ ਬਚਪਨ ਹੈ ਉਹ ਬਚਪਨ ਅਨਾਥ ਆਸ਼ਰਮ ਦੇ ਵਿੱਚ ਬੀਤਿਆ। ਉਹਨਾਂ ਦਾ ਡਿਵੋਰਸ ਹੋ ਗਿਆ, ਅਨਾਥ ਆਸ਼ਰਮ ਦੇ ਵਿੱਚ ਬੀਤਿਆ। ਆਖਰ ਉਸ ਡਰੱਗ ਦੇ ਕਰਕੇ ਉਹਨਾਂ ਦੋਨੋਂ ਮੇਰੇ ਪੇਰੈਂਟਸ ਦੀ ਬੜੀ ਦਰਦਨਾਕ ਮੌਤ ਹੋਈ। ਉਹ ਕਹਿੰਦੀ ਵੀ ਮੈਂ ਅੱਜ ਇੰਨੀ ਅਵੇਅਰ ਹਾਂ ਕਿਉਂਕਿ ਮੇਰੀ ਜੈਨੇਟਿਕ ਜਿਹੜੀ ਇਨਫੋਰਮੇਸ਼ਨ ਹੈ, ਜਿਹੜੀ ਜੀਨਸ ਦੇ ਵਿੱਚ ਗੱਲ ਤੁਰੀ ਆ ਰਹੀ ਹੈ ਕਿ ਮੈਂ ਵੀ, ਮੇਰੇ ਉੱਤੇ ਵੀ ਇੱਕ ਬਹੁਤ ਵੱਡਾ ਇੱਕ ਬੋਝ ਹੈ ਕਿ ਕਦੇ ਵੀ ਮੈਂ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦੀ ਹਾਂ। ਇਸ ਕਰਕੇ ਮੈਂ ਇੱਕ ਗੋਲੀ ਤੋਂ ਵੀ ਅਵੇਅਰ ਹੋ ਕੇ ਚੱਲਦੀ ਹਾਂ ਕਿ ਜੋ ਕੁਝ ਉਹਨਾਂ ਦੇ ਜੀਵਨ ਦੇ ਅੰਦਰ ਪ੍ਰੋਬਲਮ ਆਈ, ਮੇਰੇ ਜੀਵਨ ਦੇ ਵਿੱਚ ਨਹੀਂ ਹੋਣੀ ਚਾਹੀਦੀ। ਸਾਨੂੰ ਇਹ ਗੱਲ ਸੇਧ ਦਿੰਦੀ ਹੈ ਕਿ ਅਸੀਂ ਆਪਣੇ ਫੋਰਫਾਦਰਸ ਦੇ ਵਿੱਚ, ਆਪਣੇ ਪਾਸਟ ਦੇ ਅੰਦਰ ਧਿਆਨ ਰੱਖੀਏ। ਉਹਨਾਂ ਤੋਂ ਨੈਗੇਟਿਵਿਟੀ ਨਹੀਂ ਆਣੀ ਚਾਹੀਦੀ ਸਾਡੀ ਲਾਈਫ ਦੇ ਵਿੱਚ। ਅਸੀਂ ਉਸ ਇਨਫੋਰਮੇਸ਼ਨ ਤੋਂ ਸੇਧ ਲੈ ਕੇ ਪੋਜ਼ਿਟਿਵ ਹੋ ਕੇ ਅਸੀਂ ਅੱਗੇ ਵਧਣਾ ਹੈ। ਅਸੀਂ ਜੈਨੇਟਿਕ ਇਨਫੋਰਮੇਸ਼ਨ ਤੋਂ ਸੇਧ ਲੈ ਕੇ ਅਸੀਂ ਅੱਗੇ ਜਾਣਾ ਹੈ ਕਿ ਸਾਡੇ ਲਾਈਫ ਦੇ ਅੰਦਰ ਹੋਰ ਕੀ ਕੁਝ ਜਿਹੜਾ ਹੈ ਉਹ ਚੰਗਾ ਹੋ ਸਕਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਦਤਾਂ ਬਦਲੀਆਂ ਜਾ ਸਕਦੀਆਂ ਨੇ। ਬਹੁਤ ਸਾਰੀ ਰਿਸਰਚ ਹੋ ਰਹੀ ਹੈ। ਦੇਖੋ, ਇੱਕ ਜੈਨੇਟਿਕ ਸਿਸਟਮ ਦੇ ਵਿੱਚ ਇੱਕ ਜੀਨ, ਪਿੱਛੇ ਜੇ ਚਾਈਨਾ ਦੇ ਅੰਦਰ ਇੱਕ ਡਾਕਟਰ ਨੇ ਰਿਸਰਚ ਕਰ ਦਿੱਤੀ, ਸਕਾਲਰ ਸੀਗਾ, ਜਿਹੜਾ ਰਿਸਰਚਰ ਸੀਗਾ, ਰਿਸਰਚ ਕਰ ਰਿਹਾ ਸੀ। ਡਾਕਟਰ ਨੇ ਏਡਸ ਦੇ ਮਾਪੇ ਸੀਗੇ ਦੋ, ਉਹਨਾਂ ਦੇ ਦੋ ਟਵਿੰਸ ਬੱਚੀਆਂ ਸੀਗੀਆਂ ਕਿ ਏਡਸ ਦੇ ਨਾਲ ਮਾਪਿਆਂ ਦੀ ਮੌਤ ਹੋ ਗਈ। ਹੁਣ ਡਾਕਟਰ ਨੂੰ ਤਰਸ ਆਇਆ ਤੇ ਡਾਕਟਰ ਨੂੰ ਤਰਸ ਆਇਆ, ਉਹਨੇ ਕਿਹਾ ਵੀ ਚਲੋ ਜੈਨੇਟਿਕ ਸਿਸਟਮ ਦੇ ਅੰਦਰ ਇਹਨਾਂ ਦੇ ਵਿੱਚ ਕੁਝ ਤਬਦੀਲੀ ਕਰ ਦਿੰਦੇ ਆ ਤੇ ਉਹ ਤਬਦੀਲੀ ਕਰਕੇ ਕਿਤੇ ਬੱਚੇ ਦੇ ਅੰਦਰ, ਬੱਚੀਆਂ ਦੇ ਵਿੱਚ ਇਹ ਬਿਮਾਰੀ ਨਾ ਜਾਵੇ, HIV ਦਾ ਜਿਹੜਾ ਵਾਇਰਸ ਹੈ ਇਹ ਨਾ ਜਾਵੇ। ਇਹ ਵੀ ਵਾਇਰਸ ਹੁੰਦਾ ਹੈ। ਹੁਣ ਉਹ HIV ਦਾ ਜਿਹੜਾ ਵਾਇਰਸ ਹੈ ਉਹ ਉਹਨਾਂ ਦੇ ਅੰਦਰ ਨਾ ਜਾਵੇ, ਇਸ ਕਰਕੇ ਉਸ ਡਾਕਟਰ ਨੇ, ਚਾਈਨਾ ਦੇ ਜਿਹੜਾ ਡਾਕਟਰ ਸੀ, ਉਹ ਜਿਹੜਾ ਜੈਨੇਟਿਕ ਜਿਹੜਾ ਜੀਨ ਸੀਗਾ ਉਹਦਾ, ਇਹ ਟੈਕਨੋਲੋਜੀ ਹੈ ਕ੍ਰਿਸਪਰ ਟੈਕਨੋਲੋਜੀ, ਜਿਹੜੀ ਅੱਜ ਵੀ ਬੜੇ ਵੱਡੇ ਪੱਧਰ ਤੇ ਇਹਦੇ ਉੱਤੇ ਖੋਜ ਹੋ ਰਹੀ ਹੈ। ਇਸ ਕ੍ਰਿਸਪਰ ਟੈਕਨੋਲੋਜੀ, ਇੱਕ ਟੈਕਨੋਲੋਜੀ ਦੇ ਵਿੱਚੋਂ ਜੀਨ ਹੁੰਦਾ CCR5, ਜਿਹਦੇ ਉੱਤੇ, ਜਿਸ ਜੀਨ ਉੱਤੇ ਨਾ ਸਾਡਾ HIV ਵਾਇਰਸ ਇਫੈਕਟ ਕਰਦਾ ਹੈ। ਹੁਣ ਉਸ HIV ਵਾਇਰਸ ਜਿਸ ਜੀਨ ਉੱਤੇ CCR5 ਉੱਤੇ ਇਫੈਕਟ ਕਰਨਾ ਸੀ ਨਾ, ਉਸ ਡਾਕਟਰ ਨੇ ਉਹਨਾਂ ਬੱਚਿਆਂ ਦੇ ਉਸ ਜੀਨ ਨੂੰ ਕੱਟ ਦਿੱਤਾ ਤੇ ਬਾਕੀ ਜੀਨ ਨੂੰ ਜੋੜ ਦਿੱਤਾ। ਇਉਂ ਕਹ ਲਓ ਜਿੱਦਾਂ ਅਸੀਂ ਕੱਟ ਪੇਸਟ ਕਰਦੇ ਹਾਂ ਨਾ ਕੰਪਿਊਟਰ ਦੇ ਵਿੱਚ, ਇੱਕ ਫਾਈਲ ਜਿਹੜੀ ਕੱਟ ਦਿੱਤੀ ਤੇ ਦੂਜੀ ਪੇਸਟ ਕਰ ਦਿੱਤੀ। ਇਸ ਢੰਗ ਦੇ ਨਾਲ ਜੈਨੇਟਿਕ ਜਿਹੜੀ ਹੈ ਇੰਜੀਨੀਅਰਿੰਗ ਜਿਹੜੀ ਹੈ ਉਹ ਹੋ ਰਹੀ ਹੈ। ਕ੍ਰਿਸਪਰ ਟੈਕਨੋਲੋਜੀ ਦੇ ਨਾਲ ਉਸਨੇ ਉਸ ਜੀਨ ਨੂੰ ਕੱਟਿਆ, ਕੱਟ ਕੇ ਤੇ ਉਹ ਬੱਚਿਆਂ ਦਾ ਜਿਹੜੇ ਅੰਦਰ ਇਹ ਜੀਨ ਨੂੰ ਕੱਟ ਕੇ ਬਾਹਰ ਕੱਢ ਦਿੱਤਾ। ਤੇ ਯਕੀਨ ਮੰਨੋ, ਇਸ ਪੂਰੇ ਵਰਲਡ ਦੇ ਅੰਦਰ ਇਸ ਗੱਲ ਦੀ ਬੜੀ ਆਲੋਚਨਾ ਹੋਈ, ਕਿਉਂਕਿ ਹਾਲੇ ਤੱਕ ਜੈਨੇਟਿਕ ਜੀਨਸ ਦੇ ਉੱਤੇ ਨਾ ਪ੍ਰੋਪਰ ਤੌਰ ਤੇ ਪੂਰੇ ਵਰਲਡ ਇਕਮਤ ਨਹੀਂ ਹੈ। ਵੈਸੇ ਕੰਮ ਬਹੁਤ ਹੋ ਰਿਹਾ ਹੈ, ਅਮਰੀਕਾ ਦੇ ਅੰਦਰ ਕੰਮ ਹੋ ਰਿਹਾ ਹੈ, ਕੈਨੇਡਾ ਦੇ ਵਿੱਚ, ਅਮਰੀਕਾ ਤੇ ਫੁੱਲ ਫਲੈਜ ਕੰਮ ਕਰ ਰਿਹਾ ਹੈ, ਪਰ ਹਾਲੇ ਤੱਕ ਜੀਨ ਦੇ ਅੰਦਰ, ਬੰਦੇ ਦੇ ਵਿੱਚ, ਉਹ ਬੰਦੇ ਦੇ ਅੰਦਰ ਇੰਪਲਾਂਟ ਜਾਂ ਕੱਟਾ ਵੱਡੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਕਿ ਜੀਨ ਨੂੰ ਕੱਟ ਕੇ ਪੇਸਟ ਕਰ ਦਿੱਤਾ ਜਾਵੇ, ਸੁਪਰ ਹਿਊਮਨ ਬਣਾ ਦਿੱਤਾ ਜਾਵੇ, ਇਹ ਕੁਝ ਨਹੀਂ ਹੋ ਰਿਹਾ। ਹੁਣ ਉਸਨੇ ਉਹ ਜਦੋਂ ਜੀਨ ਕੱਟ ਦਿੱਤਾ, HIV ਵਾਇਰਸ ਜਿਹਦੇ ਉੱਤੇ ਇਫੈਕਟ ਕਰਦਾ ਸੀ CCR5, ਬੱਚਿਆਂ ਦਾ ਜਨਮ ਹੋਇਆ। ਹੁਣ ਉਹਦਾ ਇੱਕ ਸਾਈਡ ਇਫੈਕਟ ਹੋਰ ਆ ਗਿਆ। ਸਾਈਡ ਇਫੈਕਟ ਇਹ ਆਇਆ ਕਿ ਜਿਸ ਜੀਨ ਨੂੰ ਕੱਟਿਆ ਗਿਆ ਸੀ ਨਾ, ਉਹ ਜੀਨ ਜਿਹੜਾ ਸੀਗਾ, ਉਹ ਜੀਨ ਤਾਂ ਉਮਰ ਸਾਡੇ ਵਾਸਤੇ ਜਿਹੜਾ ਫਲੂ ਆਉਂਦਾ, ਸਾਨੂੰ ਫਲੂ ਦਾ ਵਾਇਰਸ ਆਉਂਦਾ ਹੈ, ਉਹਦੇ ਵਾਸਤੇ ਉਹ ਪ੍ਰੋਟੈਕਟ ਕਰਦਾ ਸੀ। ਹੁਣ ਉਹਨਾਂ ਬੱਚਿਆਂ ਦੇ ਵਿੱਚ ਤਾਂ ਉਮਰ ਉਹ ਫਲੂ ਤੋਂ ਜਿਹੜੀ ਪੀੜਤ ਰਹਿਣਗੀਆਂ, ਕਿਉਂਕਿ ਫਲੂ ਤੋਂ ਪ੍ਰੋਟੈਕਸ਼ਨ ਖਤਮ ਹੋ ਗਈ ਬਾਡੀ ਦੇ ਵਿੱਚ। ਔਰ ਅੱਗੇ ਉਹਨਾਂ ਦੀ ਜਿੰਨੀ ਜਨਰੇਸ਼ਨ ਜਾਏਗੀ, ਉਹ ਸਾਰੀ ਜਨਰੇਸ਼ਨ ਦੇ ਅੰਦਰ ਇਹ ਜੀਨ ਨਹੀਂ ਹੋਏਗਾ। ਇਹਦੇ ਸਾਈਡ ਇਫੈਕਟ ਆ ਗਏ। ਹੁਣ ਕੁਦਰਤ ਦੇ ਨਾਲ, ਜਿਹਨੂੰ ਅਸੀਂ ਕਹਿੰਦੇ ਨਾ ਨੇਚਰ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ, ਜਿੰਨਾ ਗੁਰਬਾਣੀ ਨੇ ਸਾਨੂੰ ਨੇਚਰ ਦੇ ਨਾਲ ਜੋੜਿਆ, ਕੁਦਰਤ ਦੇ ਨਾਲ ਜੋੜਿਆ, ਪ੍ਰਕਿਰਤੀ ਦੇ ਨਾਲ ਜੋੜਿਆ, ਔਰ ਸਾਨੂੰ ਇਹ ਵੀ ਸਮਝਾਇਆ ਕਿ ਜਿੰਨਾ ਤੂੰ ਬਾਡੀ ਦੇ ਅੰਦਰ, ਮਾਈਂਡ ਦੇ ਨਾਲ, ਅਸੀਂ ਆਪਣੀ ਇਸ ਸਰੀਰ ਦੇ ਨਾਲ ਜਿੰਨਾ ਅਸੀਂ ਨੇਚਰ ਨਾਲ ਟਿਊਨਿੰਗ ਕਰਾਂਗੇ ਨਾ,
ਉਹਨਾਂ ਸਾਡੀ ਲਾਈਫ ਦੇ ਅੰਦਰ ਚੇਂਜ ਆਏਗਾ, ਉਹਨੇ ਅਸੀਂ ਖੁਸ਼ ਤੇ ਆਰਾਮਦਾਇਕ ਜੀਵਨ ਉਹ ਬਤੀਤ ਕਰ ਸਕਦੇ ਹਾਂ। ਹੁਣ ਹੋਇਆ ਕਿ ਉਸ ਜੀਨ ਐਡੀਟਿੰਗ ਦੇ ਨਾਲ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ, ਪੂਰੇ ਵਰਲਡ ਦੇ ਅੰਦਰ ਆਲੋਚਨਾ ਹੋਈ, ਔਰ ਉਸਨੇ ਮਾਫੀ ਵੀ ਮੰਗੀ ਬਾਅਦ ਦੇ ਵਿੱਚ। ਪਰ ਹੁਣ ਪੂਰੇ ਵਰਲਡ ਦੇ ਅੰਦਰ ਇਸ ਐਡੀਟਿੰਗ ਨੂੰ ਬੈਨ ਕੀਤਾ ਗਿਆ। ਕੰਮ ਹੋ ਰਿਹਾ ਪਰ ਐਡੀਟਿੰਗ ਨੂੰ ਬੈਨ ਕੀਤਾ ਗਿਆ। ਬ੍ਰਿਟੇਨ ਦੇ ਅੰਦਰ ਇਹਦੇ ਉੱਤੇ ਰਿਸਰਚ ਕਾਫੀ ਹੋ ਰਹੀ ਹੈ, ਜਿੱਥੇ ਤੁਸੀਂ ਸਾਰੇ ਬਹੁਤਾਇਤ ਰੂਪ ਦੇ ਵਿੱਚ ਕਲਾਸ ਤੇ ਸੱਜਣ ਬੈਠੇ ਨੇ। ਬ੍ਰਿਟੇਨ ਦੇ ਅੰਦਰ ਇਹਦੇ ਉੱਤੇ ਕਾਫੀ ਰਿਸਰਚ ਹੋ ਰਹੀ ਹੈ। ਇੱਕ ਹੋਰ ਇਹਦਾ ਰੰਗ ਵੇਖੋ, ਅਸੀਂ ਚਾਹੁੰਦੇ ਹਾਂ ਸਾਨੂੰ ਅਲਟੀਮੇਟ ਜਿਹੜਾ ਹੈ ਸਾਡੇ ਜੀਵਨ ਦੇ ਵਿੱਚ ਚੇਂਜ ਆਵੇ, ਅਲਟੀਮੇਟ ਡਿਸੀਜਨ ਚਾਹੁੰਦੇ ਹਾਂ, ਕਿਉਂਕਿ ਫਾਸਟ ਲਾਈਫ ਹੈ। ਹੁਣ ਤੇ ਚਲੋ ਕਰੋਨਾ ਕਰਕੇ ਸਾਡੀ ਲਾਈਫ ਥੋੜੀ ਜੀ ਰੁਕੀ ਹੈ, ਕਰੋਨਾ ਕਰਕੇ ਸਾਡੀ ਜ਼ਿੰਦਗੀ ਠਹਿਰੀ ਹੈ, ਨਹੀਂ ਤੇ ਬੜੀ ਫਾਸਟ ਲਾਈਫ ਹੋ ਚੁੱਕੀ ਸੀ। ਫਾਸਟ ਫੂਡ ਆ ਗਿਆ, ਫਾਸਟ ਅਸੀਂ ਚਾਹੁੰਦੇ ਹਾਂ ਸਾਡੀ ਲਾਈਫ ਦੇ ਅੰਦਰ ਬਦਲਾਵ ਆਵੇ। ਬੰਦਾ ਜਿਹੜਾ ਨੌਜਵਾਨ ਹੈ ਉਹ ਬੋਡੀ ਬਿਲਡਿੰਗ ਕਰਨ ਜਾਂਦਾ ਹੈ, ਉਹ ਚਾਹੁੰਦਾ ਕਿ ਮੈਂ ਐਸੇ ਹਾਰਮੋਨਸ ਲਵਾਂ ਕਿ ਚੰਦ ਦਿਨਾਂ ਦੇ ਵਿੱਚ ਮੇਰੀ ਜਿਹੜੀ ਬੋਡੀ ਉਹ ਸ਼ੇਪ ਲੈ ਲਵੇ। ਸੁੰਦਰਤਾ ਦੇ ਰੂਪ ਦੇ ਵਿੱਚ ਦੇਖੀਏ, ਕੋਈ ਕਹਿੰਦਾ ਵੀ ਮੈਂ ਟੈਟੂਜ਼ ਬਣਵਾ ਲਵਾਂ, ਕੋਈ ਕਹਿੰਦਾ ਵੀ ਮੈਂ ਆਪਣਾ ਸਕਿਨ ਦਾ ਕਲਰ ਚੇਂਜ ਕਰਵਾ ਲਵਾਂ ਸੋਹਣੇ ਲੱਗਣ ਦੇ ਵਾਸਤੇ, ਔਰ ਇਨਸਟੈਂਟ ਚਾਹੁੰਦਾ ਹੈ ਅੱਜ ਦਾ ਨੌਜਵਾਨ। ਲੇਕਿਨ ਇਹਦੇ ਜਿਹੜੇ ਸਾਈਡ ਇਫੈਕਟ ਸੀਗੇ ਬੜੇ ਵੱਡੇ ਪੱਧਰ ਤੇ ਸਾਡੇ ਜੀਵਨ ਦੇ ਅੰਦਰ ਆਉਣੇ ਸ਼ੁਰੂ ਹੋ ਗਏ, ਔਰ ਹੁਣ ਤੇ ਇੱਥੋਂ ਤੱਕ ਰਿਸਰਚ ਹੋ ਚੁੱਕੀ ਹੈ, ਕਹਿੰਦੇ ਨੇ ਕਿ ਜਿਹੜਾ ਬੰਦਾ ਵਫਾਦਾਰ ਨਹੀਂ ਨਾ ਆਪਣੇ ਰਿਲੇਸ਼ਨਸ਼ਿਪ ਦੇ ਅੰਦਰ, ਸਪੋਜ਼ ਕਰੋ ਕੋਈ ਇੱਕ ਆਪਣੇ ਗ੍ਰਸਤ ਧਰਮ ਦੇ ਅੰਦਰ ਵਫਾਦਾਰ ਨਹੀਂ, ਤੇ ਡਾਕਟਰ ਕਹਿੰਦੇ ਕੋਈ ਗੱਲ ਨਹੀਂ, ਉਸ ਨੂੰ ਚੇਂਜ ਕੀਤਾ ਜਾ ਸਕਦਾ ਹੈ। ਉਸ ਨੂੰ ਚੇਂਜ ਇਸ ਢੰਗ ਦੇ ਨਾਲ ਕੀਤਾ ਜਾ ਸਕਦਾ ਵੀ ਉਹਦੇ ਅੰਦਰ ਹਾਰਮੋਨਲ ਐਸਾ ਹਾਰਮੋਨ ਇੰਜੈਕਟ ਕਰਾਂਗੇ, ਕਿਉਂਕਿ ਇੱਕ ਰਿਸਰਚ ਹੋਈ ਹੈ ਪਿੱਛੇ ਜੇ ਕੈਨੇਡਾ ਦੇ ਵਿੱਚ ਇੱਕ ਮੂਸ ਪ੍ਰਾਣੀ ਹੁੰਦਾ ਹੈ, ਉਹ ਮੂਸ ਦੇ ਉੱਤੇ ਰਿਸਰਚ ਹੋਈ ਕਿ ਉਹ ਕਦੇ ਗ੍ਰਸਤ ਧਰਮ ਦੇ ਅੰਦਰ ਵਫਾਦਾਰ ਨਹੀਂ ਹੁੰਦਾ, ਉਹ ਮਾਦਾ ਦੇ ਨਾਲ ਨਹੀਂ ਰਹਿੰਦਾ, ਬੱਚਿਆਂ ਦੇ ਨਾਲ ਨਹੀਂ ਰਹਿੰਦਾ, ਵੱਖਰਾ ਚਲਾ ਜਾਂਦਾ ਹੈ। ਗ੍ਰਸਤ ਧਰਮ ਦੇ ਵਿੱਚ ਕਦੇ ਵਫਾਦਾਰ ਨਹੀਂ ਰਿਹਾ, ਉਹਦੇ ਉੱਤੇ ਰਿਸਰਚ ਕੀਤੀ ਗਈ, ਉਦੋਂ ਐਸੇ ਹਾਰਮੋਨ ਇੰਜੈਕਟ ਕੀਤੇ ਗਏ, ਔਰ ਉਹਦਾ ਹਾਰਮੋਨਲ ਜਿਹੜਾ ਬੈਲੈਂਸ ਜਿਹੜਾ ਵਿਗਾੜਿਆ, ਤੇ ਉਸ ਨੂੰ ਐਸਾ ਬਣਾ ਦਿੱਤਾ ਵੀ ਉਹ ਗ੍ਰਸਤ ਧਰਮ ਦੇ ਅੰਦਰ ਵਫਾਦਾਰ ਹੋ ਗਿਆ। ਤੇ ਹੁਣ ਜਿਹੜੇ ਡਾਕਟਰ ਸੀਗੇ ਉਹ ਕਹਿੰਦੇ ਵੀ ਬੰਦੇ ਨੂੰ ਵੀ ਕੀਤਾ ਜਾ ਸਕਦਾ ਹੈ। ਉਹਨਾਂ ਨੇ ਬੰਦੇ ਉੱਤੇ ਐਕਸਪੈਰੀਮੈਂਟ ਕਰਨੇ ਚਾਹੇ, ਔਰ ਕੀਤੇ ਜਾ ਰਹੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਏਗਾ ਕਿ ਗ੍ਰਸਤ ਧਰਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਹੋ ਸਕਦਾ ਹੈ, ਐਸਾ ਪੋਸੀਬਲ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਨੇ ਦੋਵੇਂ ਜੀ ਉਹ ਇੰਜੈਕਸ਼ਨ ਲਵਾ ਲੈਣ ਕਿ ਅਸੀਂ ਸਾਰੀ ਉਮਰ ਵਫਾਦਾਰ ਰਵਾਂਗੇ, ਨਾ ਤੂੰ ਮੇਰੇ ਉੱਤੇ ਸ਼ੱਕ ਕਰੀ ਨਾ ਮੈਂ ਤੇਰੇ ਉੱਤੇ ਕਰਾਂਗਾ, ਕਿਉਂਕਿ ਹਾਰਮੋਨਲ ਜਿਹੜਾ ਇੱਕ ਸਾਡੇ ਅੰਦਰ ਇੱਕ ਐਸਾ ਬੈਲੈਂਸ ਹੈ ਜਿਹੜਾ ਉਹ ਕ੍ਰੀਏਟ ਹੋ ਜਾਵੇਗਾ, ਜਿਹਦੇ ਕਰਕੇ ਇੱਕ ਦੂਜੇ ਉੱਤੇ ਸ਼ੱਕ ਨਾ ਕੀਤਾ ਜਾਏਗਾ। ਲੇਕਿਨ ਇਹਦੇ ਸਾਈਡ ਇਫੈਕਟਸ ਬਹੁਤ ਹੋਣੇ, ਅੱਗੇ ਆਉਣ ਵਾਲੇ ਟਾਈਮ ਦੇ ਅੰਦਰ ਇਹਦੇ ਕੀ ਸਾਈਡ ਇਫੈਕਟਸ ਹੋਣਗੇ ਉਹਦੇ ਬਾਬਤ ਅੱਜ ਸਾਇੰਸ ਚੁੱਪ ਹੈ। ਹੁਣ ਆ ਜਾਓ ਗੁਰਬਾਣੀ ਦੇ ਉੱਤੇ। ਗੁਰੂ ਪਾਤਸ਼ਾਹ ਜੀ ਨੇ ਸਾਡੇ ਉਸ ਜੈਨੇਟਿਕ ਇਨਫੋਰਮੇਸ਼ਨ ਦੇ ਅੰਦਰ ਜਿਹੜੀਆਂ ਬਿਮਾਰੀਆਂ ਆ ਰਹੀਆਂ ਨੇ, ਜਿਹੜੇ ਵਿਕਾਰ ਆ ਰਹੇ ਨੇ, ਜਿਹੜੀਆਂ ਬੁਰਾਈਆਂ ਆ ਰਹੀਆਂ ਨੇ, ਉਸ ਜੈਨੇਟਿਕ ਸਿਸਟਮ ਦੇ ਅੰਦਰ ਚੇਂਜ ਕਰਨਾ ਸ਼ੁਰੂ ਕੀਤਾ ਗੁਰੂ ਪਾਤਸ਼ਾਹ ਜੀ ਨੇ, ਕਿ ਅਸੀਂ ਉਹਦੇ ਅੰਦਰ ਚੇਂਜ ਕਿਵੇਂ ਕਰਨਾ ਹੈ, ਕਿਸ ਢੰਗ ਦੇ ਨਾਲ ਚੇਂਜ ਕਰਨਾ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਜਿੱਦਾਂ ਕੱਲ ਗਿਆਨੀ ਮੋਹਰ ਸਿੰਘ ਜੀ ਵੀ ਇਹ ਵਿਚਾਰ ਸਾਂਝੇ ਕਰ ਰਹੇ ਸਨ ਕਿ ਜਿਹੜਾ ਗ੍ਰਸਤ ਧਰਮ ਹੈ ਕਿਵੇਂ ਸੁਖੀ ਰਹਿ ਸਕਦਾ ਹੈ, ਕਿੱਦਾਂ ਰਹਿ ਸਕਦਾ ਹੈ। ਤੇ ਸਾਨੂੰ ਸਮਝਾਇਆ ਗਿਆ ਕਿ ਜੇ ਤੂੰ ਵਫਾਦਾਰ ਰਹਿਣਾ ਹੈ ਕਿ ਧਨ ਫਿਰ ਇਹ ਨਾ ਆਖੀਂ ਬਹਿਨ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਵੀ ਇੱਕ ਜੋਤ ਹੋ ਜਾ, ਇੱਕ ਮੈਂਟੈਲਿਟੀ ਬਣਾ ਲੈ ਆਪਣੀ, ਔਰ ਤੇਰੇ ਅੰਦਰ ਵਫਾਦਾਰੀ ਦਾ ਜੀਨ ਜਿਹੜਾ ਹੈ ਉਹ ਗੁਰਬਾਣੀ ਇੰਜੈਕਟ ਕਰੇ ਤੇਰੇ ਅੰਦਰ। ਇੰਨਾ ਨਿਰਮਲ ਭੈ ਤੇ ਇੰਨਾ ਪਿਆਰ ਤੇ ਇੰਨਾ ਖਲੂਸ ਨਾਲ ਤੂੰ ਆਪਣੇ ਰਿਸ਼ਤਿਆਂ ਦੇ ਨਾਲ ਵਰਤੇ ਕਿ ਕੁਝ ਸੋਚ ਵੀ ਨਾ ਸਕੇ ਕਿ ਤੇਰੇ ਜੀਵਨ ਦੇ ਵਿੱਚ ਐਸੀ ਕੋਈ ਵਫਾਦਾਰੀ ਨਹੀਂ ਹੋਵੇਗੀ, ਜਾਂ ਤੂੰ ਤੇਰੇ ਜੀਵਨ ਦੇ ਵਿੱਚ ਕੋਈ ਬੇਵਿਸ਼ਵਾਸੀ ਹੋਵੇਗੀ। ਗੁਰੂ ਪਾਤਸ਼ਾਹ ਜੀ ਨੇ ਸਾਡੇ ਉਸ ਜੈਨੇਟਿਕ ਸਿਸਟਮ ਨੂੰ ਚੇਂਜ ਕਰਕੇ ਦਿਖਾਇਆ। ਇੱਕ ਹੋਰ ਰੰਗ ਵੇਖੋ, ਇੱਕ ਹੋਰ ਮਿਸਾਲ ਵੇਖੋ। ਇੰਡੀਆ ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਨੂੰ ਅਸੀਂ ਅਖੌਤੇ ਨੀਵੇਂ ਕਹਿੰਦੇ ਸੀ ਨਾ, ਇੱਕ ਐਸੀ ਨਸਲ, ਕਿਉਂਕਿ ਮੰਨਿਆ ਜਾਂਦਾ ਹੈ, ਇੱਕ ਇਹ ਵੀ ਇੱਕ ਸੋਚ ਚੱਲੀ ਹੈ ਪੂਰੇ ਵਰਲਡ ਦੇ ਵਿੱਚ ਕਿ ਮੰਨਿਆ ਜਾਂਦਾ ਹੈ ਯਹੂਦੀ ਨਸਲ ਜਿਹੜੀ ਹੈ ਸਭ ਤੋਂ ਸ੍ਰੇਸ਼ਟ ਹੈ। ਉਹਨਾਂ ਨੇ ਕੁਝ ਕਰਕੇ ਵੀ ਦਿਖਾਇਆ, ਮੱਲਾ ਵੀ ਮਾਰੀਆਂ ਨੇ, ਔਰ ਉਹ ਮੰਨਦੇ ਵੀ ਨੇ ਇਸ ਗੱਲ ਨੂੰ ਕਿ ਸਾਡੀ ਨਸਲ ਸਭ ਤੋਂ ਸ੍ਰੇਸ਼ਟ ਹੈ। ਆਰੀਅਨ ਲੋਕ ਕਹਿੰਦੇ ਸੀ ਅਸੀਂ ਸ੍ਰੇਸ਼ਟ ਹਾਂ, ਤੇ ਜਿਹੜੇ ਹਿੰਦੁਸਤਾਨ ਦੇ ਖਿੱਤੇ ਦੇ ਵਿੱਚ ਰਹਿਣ ਵਾਲੇ ਦਰਾਵਿਡ ਲੋਕ ਸਨ, ਜਿਹੜੇ ਜਿਨ੍ਹਾਂ ਨੂੰ ਅਸੀਂ ਆਦੀਵਾਸੀ ਜਾਂ ਭੀਲ ਕਹਿ ਲਈਏ, ਜਾਂ ਜਿਹੜੇ ਅਖੌਤੀ ਨੀਵੇਂ ਜਿਨ੍ਹਾਂ ਨੂੰ ਅਸੀਂ ਸ਼ੂਦਰ ਵੀ ਕਿਹਾ,
ਮੰਨਿਆ ਜਾਂਦਾ ਸੀ ਕਿ ਲੋਕ ਬੜੇ ਹੀ ਜ਼ਿਆਦਾ ਡਰਪੋਕ ਕਿਸਮ ਦੇ ਔਰ ਬਹੁਤ ਹੀ ਨੀਵੀਂ ਪੱਧਰ ਦੀ ਇਹਨਾਂ ਦੀ ਮਾਨਸਿਕਤਾ ਸੀ, ਬੁੱਧੂ ਕਿਸਮ ਦੇ ਮੰਨਿਆ ਜਾਂਦਾ ਸੀਗਾ। ਔਰ ਬਹੁਤ ਸਾਲਾਂ ਤੱਕ ਇਹ ਗੱਲ ਇੰਜੈਕਟ ਕਰ ਦਿੱਤੀ ਗਈ ਕਿ ਇਹ ਜਿਹੜੇ ਲੋਕ ਨੇ ਇਹ ਕੁਝ ਆਪਣੀ ਲਾਈਫ ਦੇ ਵਿੱਚ ਕਰ ਨਹੀਂ ਸਕਦੇ। ਇਸ ਕਰਕੇ ਕਹਿੰਦੇ ਹੁੰਦੇ ਸਨ ਵੀ ਹਮਲਾਵਰ ਆ ਰਹੇ ਆ ਉੱਠ ਕੇ ਕਿਤੇ ਖੁਰਾਸਾਨ ਵਾਲੇ ਉਸ ਇਲਾਕੇ ਦੇ ਵਿੱਚੋਂ ਜਾਂ ਅਫਗਾਨਿਸਤਾਨ ਵਾਲੇ ਇਲਾਕੇ ਚੋਂ, ਮਿਡਲ ਈਸਟ ਤੋਂ ਕੋਈ ਤੈਮੂਰ ਲੰਗ ਵਰਗੇ ਆ ਰਹੇ ਨੇ, ਤੇ ਇਹ ਲੋਕ ਜਿਹੜੇ ਨੇ ਪਹਿਲਾਂ ਹੀ ਡਰ ਕੇ ਬੈਠੇ ਨੇ ਵੀ ਇਹ ਕਹਿੰਦੇ ਨੇ ਵੀ ਕੰਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕੋ ਨਹੀਂ ਪਕੜੀ, ਨਹੀਂ ਫੜ ਸਕਦੇ, ਲੋਹੇ ਤੋਂ ਵੀ ਡਰ ਲੱਗਦਾ ਹੈ। ਐਸੀ ਹਾਲਾਤ ਹੈ। ਹੁਣ ਐਸੇ ਹਾਲਾਤ ਦੇ ਅੰਦਰ ਜਿੱਥੇ ਇੰਨੀ ਹੀਨ ਭਾਵਨਾ ਹੋਏ, ਉਹ ਕਹਿੰਦੇ ਵੀ ਸਾਡੇ ਜਿਹੜੇ ਜੈਨੇਟਿਕ ਸਿਸਟਮ ਦੇ ਵਿੱਚ ਹੀ ਹੈ ਨਹੀਂ, ਸਾਡੇ ਕਿਹੜੇ ਨੱਕੜ ਦਾਦਿਆਂ ਨੇ ਕੋਈ ਜੰਗ ਲੜੇ ਨੇ, ਅਸੀਂ ਕਿਹੜਾ ਕੋਈ ਗ੍ਰੰਥ ਲਿਖੇ ਨੇ। ਗੁਰੂ ਪਾਤਸ਼ਾਹ ਜੀ ਨੇ ਇੱਕ ਕਾਬਲੀਅਤ ਪੈਦਾ ਕੀਤੀ ਇਹਨਾਂ ਲੋਕਾਂ ਦੇ ਵਿੱਚ, ਉਹ ਜ਼ਮੀਰ ਨੂੰ ਜਗਾਇਆ। ਉਹਨਾਂ ਕਹੇ ਜੈਨੇਟਿਕ ਸਿਸਟਮ ਜਿਹੜਾ ਹੈ ਇਸ ਨੂੰ ਚੇਂਜ ਕੀਤਾ ਜਾ ਸਕਦਾ ਹੈ, ਤੇਰੇ ਅੰਦਰ ਕਾਬਲੀਅਤ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਆਪਣੇ ਮੂਲ ਦੀ ਪਹਿਚਾਣ ਕਰ, ਤੇਰੇ ਅੰਦਰ ਇੱਕ ਕਾਬਲੀਅਤ ਹੈ, ਤੇਰੇ ਅੰਦਰ ਇਹ ਤਾਕਤ ਹੈ ਕਿ ਤੂੰ ਇਸ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਇਨਸਾਨ ਬਣ ਸਕਦਾ ਹੈ, ਤੂੰ ਰੱਬ ਦਾ ਰੂਪ ਬਣ ਸਕਦਾ ਹੈ। ਜਿਵੇਂ ਭਗਤ ਜੀ ਕਹਿੰਦੇ ਨੇ ਨਾ ਕਿ ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕਿਆ ਪਛਾਣੀ। ਹੁਣ ਉਸ ਇਨਫੀਰਿਟੀ ਦੇ ਵਿੱਚੋਂ ਨਿਕਲ ਕੇ, ਇਨਫੀਰਿਟੀ ਕੰਪਲੈਕਸ ਦੇ ਵਿੱਚੋਂ ਨਿਕਲ ਕੇ ਉਸ ਅਵਸਥਾ ਦੇ ਵਿੱਚ ਆ ਗਏ ਜਿਸ ਅਵਸਥਾ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਲੈ ਕੇ ਜਾਣਾ ਚਾਹੁੰਦੇ ਸੀ। ਉਹੀ ਲੋਕ ਜਿਨ੍ਹਾਂ ਨੂੰ ਲਤਾੜਿਆ ਗਿਆ ਸੀ, ਉਹੀ ਲੋਕ ਜਿਨ੍ਹਾਂ ਨੂੰ ਬੁਜ਼ਦਿਲ ਕਿਹਾ ਜਾਂਦਾ ਸੀ, ਅੱਜ ਘੋੜਿਆਂ ਦੇ ਸ਼ਹਿ ਸਵਾਰ ਹੋਏ। ਔਰ ਨਾ ਕੇਵਲ ਘੋੜਿਆਂ ਦੇ ਸ਼ਹਿ ਸਵਾਰ ਹੋਏ, ਨਿਬਾਹੂ ਸਿੰਘ ਵਰਗੇ ਜਿਹੜੇ ਜਿਨ੍ਹਾਂ ਨੂੰ ਅਸੀਂ ਖੋਤੀ ਨੀਵਿਆਂ ਵਿੱਚ ਕਹਿੰਦੇ ਨੇ, ਵੱਡੇ ਵੱਡੇ ਜਿਹੜੇ ਸੂਰਮੇ ਬੰਦੇ ਸੀ ਨਾ, ਜਰਨੈਲ ਸੀਗੇ, ਉਹਨਾਂ ਦੇ ਸਿਰ ਵੱਢ ਕੇ ਦਿਖਾਏ ਕਿ ਇਸ ਢੰਗ ਦੇ ਨਾਲ ਇੱਕ ਆਮ ਇਨਸਾਨ ਜਿਹਨੂੰ ਸਦੀਆਂ ਤੱਕ ਲਤਾੜਿਆ ਹੋਵੇ, ਗੁਰੂ ਸਾਹਿਬ ਜੀ ਦੀ ਇੱਕ ਸਿੱਖਿਆ ਦੇ ਨਾਲ, ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਦੇ ਨਾਲ ਉਸ ਲਾਈਫ ਸਟਾਈਲ ਨੂੰ ਚੇਂਜ ਕਰਕੇ ਉਹ ਆਪਣੀ ਸਾਰੀ ਜੈਨੇਟਿਕ ਜਿਹੜੀ ਉਹ ਇੱਕ ਤਰਾਸਦੀਆਂ ਚੱਲੀਆਂ ਆ ਰਹੀਆਂ ਨੇ, ਉਸ ਇਨਫੋਰਮੇਸ਼ਨ ਦੇ ਅੰਦਰ ਚੇਂਜ ਕਰਕੇ ਆਪਣੇ ਆਪ ਦੇ ਵਿੱਚ ਇੱਕ ਨਵਾਂ ਬੰਦਾ ਬਣ ਕੇ ਉੱਭਰ ਸਕਦਾ ਹੈ। ਉਹ ਦਲੇਰ ਬਣੇ, ਉਹ ਸੂਰਬੀਰ ਬਣੇ, ਉਹ ਯੋਧੇ ਬਣੇ, ਔਰ ਉਹਨਾਂ ਨੇ ਕੰਮ ਕਰਕੇ ਵਿਖਾਏ, ਔਰ ਐਸੇ ਕੰਮ ਕਰਕੇ ਵਿਖਾਏ ਕਿ ਅੱਜ ਦੁਨੀਆ ਉਹਨਾਂ ਦੇ ਸਾਹਮਣੇ ਨਤਮਸਤਕ ਹੁੰਦੀ ਹੈ ਕਿ ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਤ, ਤੇਰੇ ਨਾਏ ਸ਼ਰਨਾਏ ਰਵਿਦਾਸ ਦਾਸ। ਉਹਨਾਂ ਵਿੱਚੋਂ ਨਿਕਲੇ ਨੇ ਨਾ ਭਗਤ ਜੀ ਹੁਣੀ, ਉਹ ਕਨਸੈਪਟ ਦੇ ਵਿੱਚੋਂ ਨਿਕਲੇ ਨੇ ਕਿ ਜਿਹਦੇ ਅੰਦਰ ਇੱਕ ਬੜੀ ਹੀਨ ਭਾਵਨਾ ਦੇ ਸ਼ਿਕਾਰ ਸਨ ਉਹ ਆਮ ਸਮਾਜ। ਉਸ ਸਮਾਜ ਦੇ ਵਿੱਚੋਂ ਡੰਡੋਤਾਂ ਹੋ ਰਹੀਆਂ ਨੇ, ਔਰ ਡੰਡੋਤ ਵੀ ਉਹ ਕਰ ਰਹੇ ਨੇ ਕਿ ਜਿਹੜੇ ਆਪਣੇ ਆਪ ਨੂੰ ਸੁਪੀਰੀਅਰ ਮੰਨਦੇ ਨੇ। ਇਸ ਢੰਗ ਦੇ ਨਾਲ ਜੈਨੇਟਿਕ ਤੌਰ ਦੇ ਉੱਤੇ ਸਾਡੇ ਜੀਵਨ ਦੇ ਅੰਦਰ ਜਿਹੜੀ ਹੈ ਉਹ ਚੇਂਜਿੰਗ ਆ ਸਕਦੀ ਹੈ, ਔਰ ਅਸੀਂ ਆਪਣੇ ਜੀਵਨ ਦੇ ਵਿੱਚ ਲੈ ਕੇ ਆ ਸਕਦੇ ਹਾਂ ਜਦੋਂ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਬੇਸ ਬਣਾਵਾਂਗੇ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ। ਇਸ ਤੋਂ ਅੱਗੇ ਚੱਲਦੇ ਹਾਂ। ਹੁਣ ਇਹ ਸਾਰਾ ਕੁਝ ਕਿੱਥੋਂ ਸ਼ੁਰੂਆਤ ਇਹਦੀ ਹੋਏਗੀ, ਕਿਉਂਕਿ ਅਸੀਂ ਟੂਕ ਮਾਤਰ ਗੱਲ ਕਰਨੀ ਹੈ ਮਨ ਔਰ ਮਾਈਂਡ ਤੋਂ। ਮਨ ਜਿਹੜਾ ਸਾਡਾ ਹੈ ਇਹ ਕਿਸ ਢੰਗ ਦੇ ਨਾਲ ਕੰਮ ਕਰਦਾ ਹੈ। ਸਾਡੇ ਮਾਈਂਡ ਦੇ ਵਿੱਚ ਜਿਹੜੇ ਨਿਊਰੋਨਸ ਨੇ, ਅੱਜ ਸਾਇੰਟਿਫਿਕ ਤੌਰ ਦੇ ਉੱਤੇ ਪ੍ਰੂਵ ਹੋ ਚੁੱਕਿਆ। ਵੇਖੋ ਲਗਭਗ 86 ਬਿਲੀਅਨ ਜਿਹੜੀਆਂ ਨਿਊਰੋਨਸ ਕੰਮ ਕਰਦੇ ਨੇ ਸਾਡੇ ਮਾਈਂਡ ਦੇ ਵਿੱਚ, 86 ਬਿਲੀਅਨ ਹੁਣ ਇਸ ਰੂਪ ਦੇ ਅੰਦਰ ਕੰਮ ਕਰ ਰਹੇ ਨੇ। ਔਰ ਅੱਜ ਤੇ ਕਹਿੰਦੇ ਨੇ ਵੀ ਜਿੱਦਾਂ ਤੁਸੀਂ ਨਕਸ਼ਤਰ ਰੂਪ ਦੇ ਵਿੱਚ ਦੇਖਦੇ ਹੋ ਨਾ, ਗਲੈਕਸਿਸ ਦੇ ਅੰਦਰ ਆ ਸਾਰੀਆਂ ਆਕਾਸ਼ ਗੰਗਾਵਾਂ ਕੰਮ ਕਰਦੀਆਂ ਨੇ, ਸਾਡੇ ਨਿਊਰੋਨਸ ਉਸ ਢੰਗ ਦੇ ਨਾਲ ਕੰਮ ਕਰਦੇ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ, ਜਾਣ ਸਕਦੇ ਹਾਂ ਅਸੀਂ। ਔਰ ਸਾਡਾ ਮਾਈਂਡ ਇੱਕ ਸਾਡਾ ਮਨ ਜਿਹੜਾ ਹੈ ਇਹ ਆਪਣੇ ਢੰਗ ਦੇ ਨਾਲ ਇਸ ਰੂਪ ਦੇ ਵਿੱਚ ਕੰਮ ਕਰਦਾ ਹੈ ਕਿ ਅਸੀਂ ਜੇ ਮਨ ਨੂੰ ਜਿੱਤ ਲਈਏ ਤੇ ਅਸੀਂ ਵਰਲਡ ਚੈਂਪੀਅਨ ਬਣ ਸਕਦੇ ਹਾਂ। ਤੇ ਜਿਹੜਾ ਬੰਦਾ ਮਨ ਤੋਂ ਹਾਰ ਜਾਵੇ, ਮਾਨਸਿਕ ਤੌਰ ਤੇ ਹਾਰ ਜਾਵੇ, ਜਿਹਦੀ ਸੋਚ ਨੈਗੇਟਿਵ ਹੋ ਜਾਵੇ, ਤੇ ਉਹ ਆਪਣੇ ਜੀਵਨ ਦੇ ਵਿੱਚ ਹਾਰ ਜਾਂਦਾ ਹੈ। ਇੱਕ ਮਨ ਬਾਰੇ ਇੱਕ ਨਿੱਕੀ ਜਿਹੀ ਇੱਕ ਘਟਨਾ ਦਾ ਮੈਨੂੰ ਚੇਤਾ ਆ ਗਿਆ। ਉਹ ਕਹਿੰਦੇ ਕਿ ਇੱਕ ਡਾਕਟਰ ਜਾ ਰਿਹਾ ਸੀਗਾ, ਸਫ਼ਰ ਕਰ ਰਿਹਾ ਸੀ ਬੱਸ ਦੇ ਵਿੱਚ, ਤੇ ਬੱਸ ਦੇ ਵਿੱਚ ਸਫ਼ਰ ਕਰਦਾ ਕਰਦਾ ਨਾਲ ਉਹਦੇ ਨਾਲ ਇੱਕ ਰਾਹਗੀਰ ਬੈਠਾ ਹੈ। ਉਹ ਜਿਹੜਾ ਰਾਹਗੀਰ ਨਾਲ ਮੁਸਾਫਿਰ ਬੈਠਾ ਹੈ ਤੇ ਉਹਨੂੰ ਪੁੱਛਦਾ ਵੀ ਤੂੰ ਕੰਮ ਕੀ ਕਰਦਾ ਹੈ, ਤੇਰਾ ਕੰਮ ਕੀ ਹੈ, ਤੂੰ ਕੀ ਕੰਮ ਕਰਦਾ ਹੈ। ਤੇ ਉਹ ਮੁਸਾਫਿਰ ਕਹਿਣ ਲੱਗਾ ਵੀ ਕਹਿੰਦਾ ਵੀ ਸਫਾਈ ਦਾ ਕੰਮ ਕਰਦਾ, ਨਾਲੀਆਂ ਸਾਫ਼ ਕਰਦਾ, ਗੰਦਗੀ ਚੁੱਕਦਾ। ਤੇ ਡਾਕਟਰ ਸੀਗਾ ਇਹ ਥੋੜਾ ਜਿਹਾ ਲਾਮੇ ਹੋ ਕੇ ਬਹਿ ਗਿਆ, ਕਹਿੰਦਾ ਵੀ ਤੂੰ ਪਰਾਂ ਹੋ, ਤੇਰਾ ਤੇ ਕੰਮ ਹੀ ਬੜਾ ਗੰਦਾ ਹੈ, ਤੂੰ ਕੰਮ ਹੀ ਬਹੁਤ ਭੈੜਾ ਕਰਦਾ ਹੈ। ਤੇ ਇਸ ਨੂੰ ਬੜਾ ਗਲਤ ਲੱਗਾ। ਇਹ ਕਹਿੰਦਾ ਵੀ ਤੂੰ ਕੀ ਕੰਮ ਕਰਦਾ? ਉਹ ਕਹਿੰਦਾ ਵੀ ਮੈਂ ਡਾਕਟਰ ਆ। ਕਹਿੰਦਾ ਕਾਹਦਾ ਡਾਕਟਰ ਆ? ਕਹਿੰਦਾ ਮਨ ਦਾ ਡਾਕਟਰ।
ਕਹਿੰਦਾ ਫਿਰ ਤੂੰ ਜ਼ਿਆਦਾ ਪਰਾਂ ਹੋ ਕੇ ਬੈਠ, ਕਿਉਂਕਿ ਤੇਰਾ ਕੰਮ ਮੇਰੇ ਤੋਂ ਵੀ ਜ਼ਿਆਦਾ ਗੰਦਾ ਹੈ। ਕਿਉਂਕਿ ਬੰਦੇ ਦਾ ਮਨ ਇਸ ਰੂਪ ਦੇ ਅੰਦਰ ਮੈਲ ਭਰੀ ਹੈ। ਇਹਦੇ ਅੰਦਰ ਜੇ ਅਸੀਂ ਨੈਗੇਟਿਵ ਵਾਲਾ ਪੱਖ ਵੀ ਵੇਖੀਏ ਨਾ, ਤੇ ਇਹਦੇ ਅੰਦਰ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ। ਕਿ ਸਾਡੇ ਮਨ ਦੇ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ। ਤੇ ਜੇ ਅਸੀਂ ਆਪਣੇ ਉਸ ਮੈਲ ਨੂੰ ਧੋਵਾਂਗੇ ਨਹੀਂ, ਅਸੀਂ ਉਸ ਨੂੰ ਸਾਫ਼ ਨਹੀਂ ਕਰਾਂਗੇ, ਅਸੀਂ ਉਸ ਮੈਲ ਤੋਂ ਨਿਜਾਤ ਨਹੀਂ ਪ੍ਰਾਪਤ ਕਰ ਸਕਾਂਗੇ। ਰੋਜ਼ਾਨਾ ਪੜ੍ਹਦੇ ਆ ਨਾ ਅਸੀਂ, ਭਰੀਐ ਹੱਥ ਪੈਰ ਤਨ ਦੇਹ, ਕਹਿੰਦੇ ਤੁਹਾਡੇ ਹੱਥ ਪੈਰ ਤਨ ਦੇਹ ਇਹ ਮੈਲੇ ਹੋ ਜਾਣ। ਪਾਣੀ ਧੋਤਾ ਹੈ ਉਤਰਸ ਖੇ, ਤੁਸੀਂ ਪਾਣੀ ਨਾਲ ਧੋਇਆ ਤੇ ਤੁਹਾਡੀ ਜਿਹੜੀ ਔਖੀ ਜਿਹੜੀ ਮਿੱਟੀ ਹੈ ਉਹ ਸਾਫ਼ ਹੋ ਗਈ। ਉਹ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ, ਜੇ ਇਸ ਤੋਂ ਵੱਧ ਜਿਹੜੀ ਕੱਪੜਿਆਂ ਦੀ ਗੰਦਗੀ ਹੈ ਉਹ ਹੋ ਜਾਏ, ਕਹਿੰਦੇ ਦੇ ਸਾਬੂਨ ਲਿਆ ਉਹ ਧੋਏ। ਤੁਸੀਂ ਸਾਬਣ ਲਾਓ ਤੇ ਉਹ ਸਾਬਣ ਦੇ ਨਾਲ ਤੁਸੀਂ ਉਸ ਮੂਤ ਤੇ ਜਿਹੜਾ ਗੰਦਗੀ ਹੈ ਉਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਕਹਿੰਦੇ ਨੇ ਭਰੀ ਹੈ ਮਤ ਪਾਪਾ ਕੈ ਸੰਗ। ਹੁਣ ਉਹ ਜਿਹੜੀ ਮਤ ਹੈ ਇਸ ਨੂੰ ਕਿਵੇਂ ਸਾਫ਼ ਕੀਤਾ ਜਾਏ, ਇਹ ਤੇ ਸਾਫ਼ ਹੋ ਗਿਆ ਬਹਿਰੂਨੀ ਤੌਰ ਤੇ, ਪਰ ਜਿਹੜਾ ਉਸ ਮਤ ਦੇ ਅੰਦਰ ਜਨਮਾਂ ਜਨਮਾਂਤਰਾਂ ਦੀ ਗੰਦਗੀ ਭਰੀ ਹੈ, ਭਾਵ ਕਿ ਜਿਹੜੇ ਸਾਡੇ ਜੈਨੇਟਿਕ ਪਿੱਛੋਂ ਆ ਕੇ ਤੁਰੀ ਆ ਰਹੀ ਹੈ, ਉਸ ਗੰਦਗੀ ਨੂੰ ਕਿਵੇਂ ਸਾਫ਼ ਕੀਤਾ ਜਾਏ। ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪੈ ਨਾਮੈ ਕੇ ਰੰਗ। ਉਸ ਨੂੰ ਧੋਇਆ ਜਾ ਸਕਦਾ ਨਾਮ ਦੇ ਰੰਗ ਦੇ ਨਾਲ, ਉਸ ਨੂੰ ਧੋਇਆ ਜਾ ਸਕਦਾ ਤੁਸੀਂ ਆਪਣੇ ਵਿਚਾਰਾਂ ਦੇ ਉੱਤੇ ਨਜ਼ਰ ਰੱਖੋ। ਉਸ ਨੂੰ ਧੋਇਆ ਜਾ ਸਕਦਾ ਹੈ ਕਿ ਜਦੋਂ ਤੁਸੀਂ ਆਪਣੇ ਵਿਚਾਰਾਂ ਦੇ ਉੱਤੇ ਜਿਹੜੇ ਵਿਚਾਰ 5 ਮਿੰਟ ਬੈਠੋ ਔਰ 5 ਮਿੰਟ ਬੈਠ ਕੇ ਨਾ ਇਕਾਂਤ ਦੇ ਵਿੱਚ ਅੱਖਾਂ ਮੀਟ ਕੇ ਆਪਣੇ ਵਿਚਾਰਾਂ ਦੇ ਉੱਤੇ ਰੋਜ਼ਾਨਾ ਐਮਫਸਾਈਜ਼ ਕਰੋ, ਜ਼ੋਰ ਦੇ ਕੇ ਵੇਖੋ ਕਿ ਸਾਡੇ ਵਿਚਾਰ ਕੈਸੇ ਆ ਰਹੇ ਨੇ, ਕਿ ਪੋਜ਼ਿਟਿਵ ਆ ਰਹੇ ਨੇ, ਕਿ ਚੰਗੇ ਆ ਰਹੇ ਨੇ। ਕਿਸੇ ਮਹਿਫਿਲ ਦੇ ਵਿੱਚ ਜਾਂਦੇ ਹਾਂ, ਕਿਸੇ ਫਰੈਂਡ ਦੇ ਵਿੱਚ ਸਰਕਲ ਦੇ ਵਿੱਚ ਜਾਂਦੇ ਹਾਂ, ਕਿਸੇ ਪਰਿਵਾਰਕ ਰਿਸ਼ਤੇਦਾਰ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਸਾਡੇ ਵਿਚਾਰ ਕੈਸੇ ਆ ਰਹੇ ਨੇ, ਸਾਡੇ ਥਾਟ ਪ੍ਰੋਸੈਸ ਜਿਹੜਾ ਹੈ ਉਹ ਕੈਸਾ ਸਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਹੈ, ਇਸ ਦੇ ਉੱਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਦੇਖੋ ਥਾਟ ਹੀ ਸੀਗਾ, ਵਿਚਾਰ ਹੀ ਸੀ, ਸਾਡੇ ਮਨ ਦੇ ਵਿਚਾਰ ਹੀ ਨੇ ਨਾ। ਇੱਕ ਵਿਚਾਰ ਹੈ ਨਿਊਟਨ ਨੂੰ ਸੇਬ ਡਿੱਗਾ, ਉਸਨੇ ਇੱਕ ਨਵੀਂ ਥਿਊਰੀ ਕੱਢ ਦਿੱਤੀ ਹੈ। ਅਸੀਂ ਕੀ ਕਰਦੇ ਹਾਂ, ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ, ਕਿ ਬਹੁਤਾਇਤ ਰੂਪ ਦੇ ਅੰਦਰ ਨਾ ਅਸੀਂ ਨੈਗੇਟਿਵ ਜਿਹੜਾ ਸਾਡਾ ਥਾਟ ਆਇਆ ਨਾ ਉਸਨੂੰ ਫੜ ਕੇ ਬਹਿ ਜਾਂਦੇ ਹਾਂ। ਹੁਣ ਉਹ ਨੈਗੇਟਿਵ ਥਾਟ ਦਾ ਜਿਹੜਾ ਬੀਜ ਸਾਡੇ ਮਨ ਵਿੱਚ ਬੀਜਿਆ ਗਿਆ ਉਸਨੇ ਰੁੱਖ ਤੇ ਬਣਨਾ ਹੀ ਹੈ ਨਾ, ਉਹ ਪਲਾਂਟ ਤੇ ਬਣੇਗਾ। ਜਿਹਾ ਬੀਜੈ ਸੋ ਲੂਣਾ ਕਰਮਾ ਸੰਭਲਾ ਖੇਤ। ਇਸੇ ਕਰਕੇ ਸਾਨੂੰ ਬਾਣੀ ਵਿੱਚ ਸਮਝਾਇਆ ਕਿ ਜਿਹੜਾ ਤੇਰਾ ਬੀਜ ਹੈ, ਜਿਹੜਾ ਤੇਰਾ ਥਾਟ ਹੈ ਨਾ, ਤੈਨੂੰ ਕਦੇ ਕਦੇ ਚੰਗਾ ਥਾਟ ਵੀ ਆਉਂਦਾ ਹੋਏਗਾ। ਐਸੀ ਗੱਲ ਨਹੀਂ ਕਿ ਸਾਡੇ ਥਾਟ ਭੈੜੇ ਹੀ ਆਉਂਦੇ ਹੋਣਗੇ, ਬਸ ਅਸੀਂ ਥਾਟ ਨੂੰ ਪਾਲਦੇ ਨਹੀਂ, ਅਸੀਂ ਇਸ ਵਿਚਾਰ ਨੂੰ ਸਾਂਭਦੇ ਨਹੀਂ। ਜਦੋਂ ਚੰਗਾ ਵਿਚਾਰ ਆਇਆ ਉਸ ਨੂੰ ਸਾਂਭ ਲਓ, ਉਸ ਨੂੰ ਫਲੀਭੂਤ ਕਰੋ, ਉਸ ਨੂੰ ਸਿੰਜੋ ਉਸ ਢੰਗ ਦੇ ਨਾਲ, ਉਹਨੂੰ ਪੂਰਾ ਪੌਦਾ ਬਣਾਓ। ਵੇਖੋ ਤੁਹਾਡੀ ਸ਼ਖਸੀਅਤ ਦੇ ਅੰਦਰ ਕਿਸ ਢੰਗ ਦੇ ਨਾਲ ਚੇਂਜ ਆਉਣਾ ਸ਼ੁਰੂ ਹੁੰਦਾ ਹੈ। ਇੱਕ ਵਿਚਾਰ ਆਇਆ ਚੰਗਾ ਕਿ ਮੈਂ ਅੱਜ ਤੋਂ ਬਾਅਦ ਨਾ ਚੰਗੀਆਂ ਪੁਸਤਕਾਂ ਪੜ੍ਹਨੀਆਂ ਨੇ, ਬਸ ਸਾਂਭ ਲਓ ਇਸ ਥਾਟ ਨੂੰ। ਇੱਕ ਵਿਚਾਰ ਆਇਆ ਕਿ ਅੱਜ ਤੋਂ ਬਾਅਦ ਮੈਂ ਆਪਣੀ ਸ਼ਬਦਾਵਲੀ ਦੇ ਉੱਤੇ ਕੰਮ ਕਰਨਾ ਹੈ, ਸਾਂਭ ਲਓ ਇਸ ਥਾਟ ਨੂੰ। ਇੱਕ ਵਿਚਾਰ ਆਇਆ ਕਿ ਅੱਜ ਤੋਂ ਬਾਅਦ ਮੈਂ ਆਪਣੇ ਰਿਲੇਸ਼ਨਸ਼ਿਪ ਨੂੰ ਬਿਲਡ ਕਰਨਾ ਹੈ, ਆਪਣੇ ਪਰਿਵਾਰਕ ਤੌਰ ਦੇ ਉੱਤੇ ਮੈਂ ਉਹਨਾਂ ਰਿਸ਼ਤਿਆਂ ਦੇ ਨਾਲ ਹੋਰ ਪਿਆਰ ਔਰ ਖਲੂਸ ਦੇ ਨਾਲ ਵਿਚਰਾਂਗਾ। ਸਾਂਭ ਲਓ ਇਸ ਥਾਟ ਨੂੰ, ਔਰ ਨਾ ਕੇਵਲ ਸਾਂਭੋ, ਇਸ ਨੂੰ ਸਾਂਭ ਕੇ ਇਸ ਨੂੰ ਸਿੰਜੋ। ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ। ਰੋਜ਼ਾਨਾ ਸਾਂਭੋ, ਰੋਜ਼ਾਨਾ ਇਹਨੂੰ ਫਲੀਭੂਤ ਕਰੋ, ਰੋਜ਼ਾਨਾ ਵਿਚਾਰੋ ਇਸ ਬਾਤ ਨੂੰ। ਫਿਰ ਜਦੋਂ ਅਸੀਂ ਇਸ ਪੋਜ਼ਿਟਿਵ ਥੋਟ ਨੂੰ ਰੋਜ਼ਾਨਾ ਵਿਚਾਰਾਂਗੇ, ਰੋਜ਼ਾਨਾ ਪਾਣੀ ਦੇਵਾਂਗੇ, ਰੋਜ਼ਾਨਾ ਇਹਦੇ ਉੱਤੇ ਕੰਮ ਕਰਾਂਗੇ, ਰਿਜ਼ਲਟ ਆਉਣਗੇ। ਕਿਉਂ ਨਹੀਂ ਆਉਣਗੇ? ਰਿਜ਼ਲਟ ਜ਼ਰੂਰ ਆਉਣਗੇ। ਅਸੀਂ ਉਸ ਨੈਗੇਟਿਵ ਵਿਚਾਰ ਨੂੰ ਸਾਂਭ ਕੇ ਤੇ ਉਸ ਨੂੰ ਫਲੀਭੂਤ ਕਰ ਦਿੰਦੇ ਹਾਂ। ਇਸੇ ਕਰਕੇ ਆ ਜਿਹੜੇ ਖਾਸ ਤੌਰ ਤੇ ਜਿਹੜੇ OCD ਦੀਆਂ ਬਿਮਾਰੀਆਂ ਆ ਰਹੀਆਂ ਨੇ ਨਾ, obsessive compulsive disorders ਜਿਹੜੇ ਆ ਰਹੇ ਨੇ, ਔਰ ਬਹੁਤ ਵੱਡੇ ਪੱਧਰ ਤੇ ਇਹਦੇ ਲੋਕ ਸ਼ਿਕਾਰ ਹੋ ਰਹੇ ਨੇ। ਕੀ ਹੈ ਇਹ? ਥਾਟਸ ਹੀ ਨੇ ਨਾ। ਇੱਕ ਬੰਦਾ ਵਾਰ-ਵਾਰ ਹੱਥ ਧੋ ਰਿਹਾ ਹੈ, ਹੱਥ ਧੋ ਰਿਹਾ ਤੇ ਉਸ ਨੂੰ ਆਪਣੇ ਨਾ ਹੱਥਾਂ ਦੇ ਉੱਤੇ ਜਿਹੜਾ ਹੁਣੇ ਧੋ ਕੇ ਆਇਆ ਹੈ, ਯਕੀਨ ਨਹੀਂ ਕਿ ਮੁੜ ਕੇ ਗਿਆ, ਫਿਰ ਟੂਟੀ ਦੇ ਉੱਤੇ ਹੱਥ ਧੋਇਆ, ਫਿਰ ਮੁੜ ਕੇ ਜਾ ਰਿਹਾ। ਫਿਰ ਜਦੋਂ ਇਹ ਰੋਗ ਵੱਧ ਜਾਂਦਾ ਹੈ, ਬੰਦਾ 2-2 3-3 ਘੰਟੇ ਇਸ਼ਨਾਨ ਕਰਦਾ, ਨਹਾਉਂਦਾ ਹੈ, ਵਾਸ਼ਰੂਮ ਦੇ ਅੰਦਰ ਸਮਾਂ ਬਤੀਤ ਕਰਦਾ ਹੈ। ਇੱਥੇ ਤੱਕ ਦੇਖਿਆ ਗਿਆ ਹੈ ਕਿ ਲੋਕ 7 ਤੋਂ 8 ਘੰਟੇ ਵਾਸ਼ਰੂਮ ਦੇ ਅੰਦਰ, ਬਾਥਰੂਮ ਦੇ ਵਿੱਚ ਬਤੀਤ ਕਰਦੇ ਨੇ, ਇਸ਼ਨਾਨ ਕਰਦੇ ਨੇ। ਇਹ ਰੋਗ ਜਦੋਂ ਵੱਧ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਾਡੀ ਬਾਡੀ ਜਿਹੜੀ ਹੈ
ਉਹ ਸਾਫ਼ ਨਹੀਂ ਹੋਈ। ਸਾਡੀ ਬੋਡੀ ਜਿਹੜੀ ਹੈ ਉਹ ਪੂਰਨ ਤੌਰ ਤੇ ਜਿਹੜੀ ਹੈ ਉਹ ਸਾਫ਼ ਨਹੀਂ ਹੋਈ। ਉਹ ਵਾਰ-ਵਾਰ ਇਸ਼ਨਾਨ ਕਰਦੇ ਨੇ। ਇੱਥੋਂ ਤੱਕ ਕਿ ਰੋਗ ਦੇ ਅੰਦਰ ਗ੍ਰਸਤ ਹੋ ਜਾਂਦੇ ਨੇ ਕਿ ਜਿਹੜਾ ਸੋਪ ਹੈ ਨਾ, ਸਾਬਣ ਨੂੰ ਸਾਬਣ ਨਾਲ ਧੋਂਦੇ ਨੇ ਕਿ ਕਿਤੇ ਸਾਬਣ ਗੰਦਾ ਨਾ ਹੋਵੇ। ਸਾਬਣ ਨੂੰ ਸਾਬਣ ਨਾਲ ਧੋਇਆ ਜਾ ਰਿਹਾ ਹੈ। ਜਦੋਂ ਇਹ ਰੋਗ ਵੱਧ ਜਾਂਦਾ ਹੈ, ਫਿਰ ਬੰਦਾ ਇਸ ਹਾਲਾਤ ਦੇ ਅੰਦਰ ਚਲਾ ਜਾਂਦਾ ਹੈ। ਔਰ ਇਹਦੀ ਵੰਨਗੀਆਂ ਨੇ, ਕਾਫੀ ਸਾਰੀ ਵੰਨਗੀਆਂ ਨੇ ਇਹਦੀਆਂ। ਧਾਰਮਿਕ ਤੌਰ ਤੇ ਬੰਦਾ ਵਹਿਮ ਦੇ ਅੰਦਰ ਚਲਾ ਜਾਂਦਾ ਹੈ ਕਿ ਧਾਰਮਿਕ ਤੌਰ ਤੇ ਸੋਚਦਾ ਕਿਤੇ ਮੈਂ ਆਪਣੇ ਇਸ਼ਟ ਦਾ ਬੁਰਾ ਨਾ ਕਰ ਦਵਾਂ, ਕਿਤੇ ਮੈਂ ਆਪਣੇ ਉਸ ਧਾਰਮਿਕ ਸਥਾਨ ਦਾ ਬੁਰਾ ਨਾ ਕਰ ਦਵਾਂ। ਉਹਦੇ ਵਾਸਤੇ ਉਹ ਆਪਣੇ ਇਸ਼ਟ ਦੇ ਵਾਸਤੇ ਅਸ਼ਲੀਲ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹ ਸਾਰੇ ਥਾਟ ਨੇ ਜਿਨ੍ਹਾਂ ਨੂੰ ਅਸੀਂ, ਜਿਹੜੇ ਸਾਡੇ ਮਨ ਵਿੱਚ ਆਏ, ਅਸੀਂ ਇਹਨਾਂ ਨੂੰ ਸਿੰਝ ਦਿੱਤਾ ਸੀ। ਔਰ ਫਿਰ ਕੀ ਹੁੰਦਾ ਹੈ ਕਿ ਇਹ OCD ਦੀ ਜਿਹੜੀ ਹੈ ਉਹ ਬਿਮਾਰੀ ਦੇ ਵਿੱਚ ਇਹ ਬੰਦਾ ਜਿਹੜਾ ਹੈ ਉਹ ਚਲਾ ਜਾਂਦਾ ਹੈ। ਇਹਦੇ ਅੰਦਰ ਬਹੁਤ ਸਾਰੇ ਲੱਛਣ ਆ ਜਾਂਦੇ ਨੇ ਜਿਹੜੇ ਖਾਸ ਤੌਰ ਤੇ ਆਪਾਂ ਕਹਿੰਦੇ ਨੇ ਕਿ ਬੰਦਾ ਸਲੋ ਹੈ। ਕਿਤੇ ਪਾਰਟੀ ਤੇ ਜਾਣਾ ਹੈ, ਕਿਤੇ ਪ੍ਰੋਗਰਾਮ ਤੇ ਜਾਣਾ, ਬੰਦਾ ਸਲੋ ਹੋ ਗਿਆ, ਕਦੇ ਟਾਈਮ ਤੇ ਪਾਰਟੀ ਤੇ ਨਹੀਂ ਜਾ ਰਿਹਾ। ਕਾਰਨ ਹੈ ਕਿਤੇ ਨਾ ਕਿਤੇ ਥਾਟ ਨੇ, ਉਸ ਵਿਚਾਰ ਨੇ, ਉਹ ਜਿਹੜੇ ਵਿਚਾਰ ਨੇ ਉਹਦੀ ਪਰਸਨੈਲਿਟੀ ਦੇ ਵਿੱਚ ਡਿਸਆਰਡਰ ਪੈਦਾ ਕਰ ਦਿੱਤਾ। ਕਦੇ ਟਾਈਮ ਤੇ ਨਹੀਂ ਪਹੁੰਚ ਪਾ ਰਿਹਾ, ਹਮੇਸ਼ਾ ਲੇਟ ਹੋ ਜਾਂਦਾ ਹੈ। ਆਫਿਸ ਜਾਣਾ ਲੇਟ ਹੋ ਗਿਆ, ਕੰਮ ਕਰਨਾ ਲੇਟ ਹੋ ਗਿਆ, ਕਿਸੇ ਕੰਮ ਤੇ ਜਾਣਾ ਹੈ ਲੇਟ ਹੋ ਗਿਆ। ਕਾਰਨ ਕੀ ਹੈ ਕਿ ਉਹਦੇ ਅੰਦਰ ਇਹ ਵਿਚਾਰ ਜਿਹੜਾ ਹੈ ਇਹ ਪਨਪਿਆ ਸੀ, ਇਸ ਨੂੰ ਉਹਨੂੰ ਪਾਣੀ ਦੇ ਕੇ ਫਲੀਭੂਤ ਕਰ ਦਿੱਤਾ। ਹੁਣ ਕਦੇ ਟਾਈਮ ਤੇ ਨਹੀਂ ਪਹੁੰਚ ਰਿਹਾ। 3 ਚੀਜ਼ਾਂ ਨੇ ਕਿਵੇਂ ਕਿਉਰ ਕੀਤਾ ਜਾ ਸਕਦਾ ਹੈ। ਇਮੋਸ਼ਨ, ਦੂਜਾ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਸਾਡਾ ਥਾਟ, ਫਿਰ ਸਾਡਾ ਆਉਂਦਾ ਹੈ ਇਮੋਸ਼ਨ, ਉਸ ਤੋਂ ਬਾਅਦ ਸਾਡਾ ਆਉਂਦਾ ਹੈ ਐਕਸ਼ਨ। ਪਹਿਲਾਂ ਸਾਡਾ ਵਿਚਾਰ ਆਉਂਦਾ ਹੈ, ਮੈਂ ਹੱਥ ਧੋ ਲਾਂ ਜਾ ਕੇ। ਫਿਰ ਇਮੋਸ਼ਨ ਆਉਂਦਾ ਹੈ, ਧੋਣਾ ਚਾਹੀਦਾ, ਗੰਦੇ ਹੋ ਗਏ ਨੇ। ਜਾਂ ਇਸ ਨੂੰ ਇਉਂ ਸਮਝ ਲਓ ਕਿ ਮੈਂ ਘਰ ਬੈਠਾ, ਵਿਚਾਰ ਆਇਆ, ਮੈਂ ਘਰ ਬਹਿ ਕੇ ਕੋਈ ਨਿਊਜ਼ ਵੇਖੀ, ਮੇਰਾ ਮਨ ਜਿਹੜਾ ਹੈ ਉਹ ਨਿਊਜ਼ ਵੇਖ ਕੇ ਉਦਾਸ ਹੋ ਗਿਆ, ਇਮੋਸ਼ਨ ਉਦਾਸੀ ਵਾਲਾ ਆ ਗਿਆ। ਔਰ ਉਹ ਨਿਊਜ਼ ਸੀਗੀ ਕਿ ਮੈਨੂੰ ਇਹ ਦਰਸਾਇਆ ਗਿਆ ਕਿ ਨਿਊਜ਼ ਦੇ ਅੰਦਰ ਸਾਡੇ ਕਿਸੇ ਧਾਰਮਿਕ ਸਥਾਨ ਤੇ ਜਿਹੜਾ ਹੈ ਉਹ ਕਿਸੇ ਨੇ ਇੱਕ ਉਹਦੀ ਬੇਕਦਰੀ ਕਰ ਦਿੱਤੀ। ਹੁਣ ਐਕਸ਼ਨ ਕੀ ਕੀਤਾ? ਐਕਸ਼ਨ ਇਹ ਕੀਤਾ ਕਿ ਜਾ ਕੇ ਅਸੀਂ ਬਦਲਾ ਲੈਣ ਦਾ ਯਤਨ ਕਰ ਦਿੱਤਾ। ਇਹ ਐਕਸ਼ਨ ਇਸ ਢੰਗ ਦੇ ਨਾਲ ਹੁੰਦੇ ਨੇ। ਪਰਸਨਲੀ ਤੌਰ ਤੇ ਜੇ ਅਸੀਂ ਦੇਖੀਏ, ਕੌਮੀ ਤੌਰ ਤੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੰਮ ਕਰਦੀਆਂ ਨੇ, ਔਰ ਪਰਸਨਲ ਇੰਡੀਵਿਜੂਅਲੀ ਤੌਰ ਤੇ ਵੀ ਇਹ ਚੀਜ਼ਾਂ ਕੰਮ ਕਰਦੀਆਂ ਨੇ ਕਿ ਪਹਿਲਾਂ ਵਿਚਾਰ ਆਉਂਦਾ ਹੈ, ਮੈਂ ਕਿਸੇ ਜੋਗਾ ਨਹੀਂ, ਮੈਂ ਇਸ ਜਗਤ ਦੇ ਅੰਦਰ ਬੋਝ ਹਾਂ। ਇਹ ਵਿਚਾਰ ਪੈਦਾ ਹੋਇਆ ਕਿ ਮੇਰੇ ਅੰਦਰ ਕੋਈ ਕਾਬਲੀਅਤ ਨਹੀਂ। ਇਮੋਸ਼ਨ ਆਇਆ, ਉਦਾਸੀ ਆ ਗਈ। ਐਕਸ਼ਨ ਕੀ ਹੋਇਆ? ਉਸ ਬੰਦੇ ਨੇ ਆਪਣੇ ਆਪ ਨੂੰ ਘਰ ਬੰਦ ਕਰ ਲਿਆ। ਹੁਣ ਘਰ ਤੋਂ ਬਾਹਰ ਕਦਮ ਨਹੀਂ ਰੱਖਦਾ। ਹੁਣ ਜਿਹੜੇ ਸਾਈਕੈਟ੍ਰਿਸਟ ਨੇ ਉਹ ਕੀ ਕਰਦੇ ਨੇ? ਉਹ ਬੰਦੇ ਦੇ ਉਸ ਐਕਸ਼ਨ ਨੂੰ ਤੋੜਦੇ ਨੇ। ਵਿਚਾਰ ਨੂੰ ਤੋੜਿਆ ਨਹੀਂ ਜਾ ਸਕਦਾ ਇੱਕਦਮ, ਵਿਚਾਰ ਨੂੰ ਬਦਲਿਆ ਨਹੀਂ ਜਾ ਸਕਦਾ ਇੱਕਦਮ। ਡਿਪਰੈਸ਼ਨ ਦੇ ਅੰਦਰ ਇਸ ਤੋਂ ਆਪੋਜ਼ਿਟ ਹੁੰਦਾ ਹੈ, ਪਰ ਜਿਹੜੀ OCD ਹੈ ਨਾ, ਇਹਦੇ ਅੰਦਰ ਐਕਸ਼ਨ ਨੂੰ ਤੋੜਿਆ ਜਾਂਦਾ ਹੈ ਪਹਿਲਾਂ। ਉਹ ਕਹਿੰਦੇ ਨੇ ਜਿਹੜਾ ਬੰਦਾ ਘਰ ਬੈਠਾ ਹੈ ਨਾ, OCD ਦਾ ਸ਼ਿਕਾਰ ਹੋ ਗਿਆ, ਬਾਹਰ ਨਹੀਂ ਨਿਕਲ ਰਿਹਾ, ਇਹਦੇ ਐਕਸ਼ਨ ਨੂੰ ਤੋੜੇ ਨੂੰ ਕੋ ਵੀ ਜਾ ਕੇ ਬਾਹਰ ਸੈਰ ਕਰਕੇ ਆ। ਸੈਰ ਕਰੇਗਾ, ਇਹਦਾ ਇਮੋਸ਼ਨ ਚੇਂਜ ਹੋਏਗਾ, ਇਮੋਸ਼ਨ ਚੇਂਜ ਹੋਏਗਾ, ਇਹਦੇ ਵਿਚਾਰ ਚੇਂਜ ਹੋਣਗੇ। ਇਸੇ ਢੰਗ ਦੇ ਨਾਲ ਜਦੋਂ ਸਾਨੂੰ ਤਾਕੀਦ ਕੀਤੀ ਨਾ ਗੁਰੂ ਪਾਤਸ਼ਾਹ ਜੀ ਨੇ ਕਿ ਤੂੰ ਰੋਜ਼ਾਨਾ ਉੱਠ ਕੇ ਨਿਤਨੇਮ ਕਰਨਾ ਹੈ, ਉੱਠ ਕੇ ਗੁਰਦੁਆਰਾ ਸਾਹਿਬ ਜਾਣਾ ਹੈ, ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ ਹੈ, ਉਹ ਇੱਕ ਐਕਸ਼ਨ ਦੇ ਨਾਲ ਹੀ, ਨਿਰਾ ਐਕਸ਼ਨ ਨਾ ਸਮਝਿਆ ਸੀ। ਕਈ ਵਾਰੀ ਸੋਚਦਾ ਵੀ ਪਾਠ ਕੀਤਾ ਤੇ ਸਾਡਾ ਮਨ ਨਹੀਂ ਲੱਗਾ, ਪਾਠ ਸਾਨੂੰ ਸਮਝ ਨਹੀਂ ਆਇਆ। ਐਕਸ਼ਨ ਤੇ ਕੀਤਾ ਨਾ, ਉਸ ਐਕਸ਼ਨ ਨੇ ਸਾਡੇ ਇਮੋਸ਼ਨ ਨੂੰ ਬਣਾਉਣਾ ਹੈ। ਉਹ ਇਮੋਸ਼ਨ ਆਇਆ ਬੰਦਗੀ ਵਾਲਾ, ਰਿਲੈਕਸ ਹੋਏ, ਔਰ ਉਸ ਰਿਲੈਕਸੇਸ਼ਨ ਦੇ ਵਿੱਚੋਂ ਚੰਗਾ ਥਾਟ ਨਿਕਲੇਗਾ। ਫਿਰ ਜਿੱਥੇ ਅਸੀਂ ਰਹਿ ਰਹੇ ਹਾਂ, ਗੁਰਦੁਆਰਾ ਸਾਹਿਬ ਸਟੁੱਟਗਾਰਟ ਦੇ ਵਿੱਚ, ਇੱਥੇ ਪਹਿਲੀ ਫਲੋਰ ਦੇ ਉੱਤੇ ਨਾ ਇੱਕ ਬਜ਼ੁਰਗ ਮਾਤਾ ਜੀ ਨੇ। ਕੱਲ ਮੈਂ ਉਹਨਾਂ ਨੂੰ ਵੇਖਿਆ, ਲਗਭਗ 80 ਸਾਲ ਦੀ ਉਹਨਾਂ ਦੀ ਉਮਰ ਹੋਏਗੀ। ਸਵੇਰੇ ਮੱਥਾ ਟੇਕਣ ਵਾਸਤੇ ਥੱਲੇ ਆਏ, ਇੱਕ ਸਟੈਪ ਸੀੜੀ ਦੇ ਉੱਤੇ ਪੈਰ ਰੱਖ ਕੇ ਉੱਤੇ ਚੜ ਰਹੇ ਸੀ। ਮੈਂ ਉਹਨਾਂ ਨੂੰ ਮੱਥਾ ਟੇਕ ਕੇ ਵਾਪਸ ਜਾਂਦੇ ਵੇਖਿਆ। ਲਗਭਗ ਮੈਂ 100 ਕਦਮ ਚੱਲ ਲਵਾਂਗਾ, ਮੇਰੇ 100 ਕਦਮਾਂ ਦੀ ਤਾਕਤ ਵੀ ਇੰਨੀ ਨਹੀਂ ਲੱਗਣੀ ਜਿੰਨੀ ਇੱਕ ਸਟੈਪ ਉਹਨਾਂ ਨੇ ਚੜ ਕੇ, ਇੱਕ ਸੀੜੀ ਦੇ ਉੱਤੇ ਇੱਕ ਸਟੈਪ ਚੜ ਕੇ, ਇੰਨੀ ਉਹਨਾਂ ਦੀ ਤਾਕਤ ਲੱਗੀ। ਲੇਕਿਨ ਉਹਨਾਂ ਨੇ ਕੀਤਾ ਉਹ ਐਕਸ਼ਨ, ਜਜ਼ਬਾ ਸੀ, ਇੱਕ ਇਮੋਸ਼ਨ ਬਣਿਆ। ਔਰ ਉਸ ਇਮੋਸ਼ਨ ਦੇ ਸਦਕਾ ਮੈਂ ਵੇਖ ਰਿਹਾ ਸੀ ਕਿ ਕਿੰਨਾ ਪਿਆਰ ਹੈ, ਕਿਸ ਰੂਪ ਦੇ ਅੰਦਰ ਇਹ ਮੱਥਾ ਟੇਕਣ ਵਾਸਤੇ ਇੱਕ ਉਚੇਤ ਦੇ ਨਾਲ, ਇੱਕ ਪਿਆਰ ਦੇ ਨਾਲ ਆ ਰਹੇ ਨੇ, ਔਰ ਇੱਕ ਸਟੈਪ ਇੰਨੀ ਮੁਸ਼ਕਲ ਦੇ ਨਾਲ ਚੜ ਕੇ ਜਾ ਰਹੇ ਨੇ। ਚੰਗਾ ਭਲਾ ਬੰਦਾ ਜਿਹੜਾ ਹੈ ਉਹ ਆਪਣੇ ਬਿਸਤਰ ਨੂੰ ਛੱਡ ਕੇ ਰਾਜੀ ਨਹੀਂ ਹੁੰਦਾ। ਸੋ ਪਹਿਲਾਂ ਐਕਸ਼ਨ ਨੂੰ ਤੋੜਨਾ ਹੈ, ਫਿਰ ਸਾਡਾ ਜਿਹੜਾ ਹੈ ਇਮੋਸ਼ਨ ਚੇਂਜ ਹੋਏਗਾ, ਔਰ ਉਸ ਤੋਂ ਬਾਅਦ ਸਾਡੇ ਜਿਹੜੇ ਵਿਚਾਰ ਨੇ
ਜਿਹੜੇ ਗੰਦਲੇ ਹੋ ਚੁੱਕੇ ਨੇ ਇਹ ਚੇਂਜ ਹੋ ਸਕਦੇ ਨੇ। ਇਹ ਉਹਨਾਂ ਵਾਸਤੇ ਹੈ ਜਿਹੜੇ ਲੋਕ ਇਹਨਾਂ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਚੁੱਕੇ ਨੇ। ਅਸੀਂ ਇਸ ਢੰਗ ਦੇ ਨਾਲ ਇਸ ਸੋਚ ਨੂੰ, ਇਸ ਡਿਫਰੈਂਟ ਜਿਹੜੀ ਮੈਂਟੈਲਿਟੀ ਸਾਡੀ ਬਣ ਚੁੱਕੀ ਹੈ, ਇਸ ਥਾਟ ਪ੍ਰੋਸੈਸ ਨੂੰ ਅਸੀਂ ਚੇਂਜ ਕਰ ਸਕਦੇ ਹਾਂ। ਮਨ ਕਦੇ ਸੌਂਦਾ ਨਹੀਂ। ਜਿਵੇਂ ਆਪ ਸਾਰੇ ਜਾਣਦੇ ਹੋ ਕਿ ਡਾਕਟਰ ਫਰਾਇਡ ਹੋਇਆ ਹੈ, ਉਸਨੇ ਸ਼ਾਇਦ ਗਿਆਨੀ ਜੀ ਨੇ ਗੱਲ ਵੀ ਕੀਤੀ ਹੋਏਗੀ ਕਿ ਮਨ ਕੌਨਸ਼ੀਅਸ ਤੇ ਅਨਕੌਨਸ਼ੀਅਸ ਮਾਈਂਡ ਦਾ ਜਿਹੜਾ ਸਮੂਹ ਹੈ ਮੰਨਿਆ ਜਾਂਦਾ ਹੈ। ਇੱਕ ਸਾਡਾ ਕੌਨਸ਼ੀਅਸ ਜਿਹੜਾ ਅਸੀਂ ਸਾਰੇ ਬੈਠੇ ਹਾਂ, ਇੱਕ ਅਨਕੌਨਸ਼ੀਅਸ ਹੈ। ਸਾਰੇ ਵਿਚਾਰ ਆਈ ਜਾਂਦੇ ਨੇ ਜਿਹਦੇ ਵਿੱਚ ਨੈਗੇਟਿਵ ਵੀ, ਚੰਗੇ ਵੀ, ਮਾੜੇ ਵੀ, ਮੰਦੇ ਵੀ, ਸਾਰੇ ਆ ਰਹੇ ਨੇ, ਕੋਈ ਪਰਦਾ ਨਹੀਂ ਹੈ। ਹੁਣ ਬੰਦਾ ਜਦੋਂ ਸੌਂਦਾ ਹੈ, ਦਿਨੇ ਤੇ ਇਸ ਨੂੰ ਕੰਟਰੋਲ ਕਰ ਲਿਆ, ਹੁਣ ਜਦੋਂ ਸੁੱਤਾ, ਡਾਕਟਰ ਫਰਾਇਡ ਨੂੰ ਸੁਪਨਿਆਂ ਦਾ ਸਰਜਨ ਵੀ ਕਿਹਾ ਜਾਂਦਾ ਹੈ। ਉਹ ਕਹਿੰਦਾ ਸੁਪਨਿਆਂ ਦੀ ਵੀ ਸਰਜਰੀ ਕਰ ਦਿੰਦਾ ਸੀ। ਉਹ ਦੱਸਦਾ ਹੈ ਕਿ ਜਦੋਂ ਬੰਦਾ ਸੌਂਦਾ ਹੈ ਨਾ, ਇਹਦੇ ਸੁਪਨੇ, ਆਪਣੇ ਸੁਪਨੇ ਨੂੰ ਵੀ ਵਾਚ ਕਰੇ, ਵੇਖੇ, ਇਸ ਨੂੰ ਬੜਾ ਪੜਚੋਲ ਕਰੇਗਾ, ਸੈਲਫ ਐਨਾਲਿਸਿਸ ਕਰੇਗਾ, ਪਤਾ ਲੱਗੇਗਾ। ਜਿੱਦਾਂ ਅਸੀਂ ਗੱਲ ਸ਼ੁਰੂ ਕੀਤੀ ਹੈ ਨਾ, ਸਕਾਇਆ ਅੰਦਰ ਵਸਤ ਅਸੰਖਾ ਬੰਦੇ ਖੋਜ ਦਿਲ ਹਰ ਰੋਜ਼, ਤੇਰੇ ਅੰਦਰ ਅਸੰਖਾ ਅਵਸਥਾ ਨੇ, ਆਪਣੇ ਸੁਪਨੇ ਦੇ ਉੱਤੇ ਵੀ ਧਿਆਨ ਦੇ। ਬੜੇ ਵੱਡੇ ਵੱਡੇ ਜਿਹੜੇ ਰਾਜੇ ਹੋਏ ਨੇ, ਸਿਕੰਦਰ ਵਰਗੇ ਸੁਪਨੇ ਆਏ ਨਾ, ਜਗਤ ਜਿੱਤਣਾ ਤੇ ਜਿੱਤ ਵੀ ਲਿਆ, ਵਰਲਡ ਚੈਂਪੀਅਨ ਬਣੇ। ਇਸੇ ਢੰਗ ਦੇ ਨਾਲ ਸਾਡੇ ਸੁਪਨਿਆਂ ਦੇ ਉੱਤੇ ਜਦੋਂ ਅਸੀਂ ਨਜ਼ਰ ਰੱਖਾਂਗੇ ਨਾ, ਜਿਹਦਾ ਗੁਰਬਾਣੀ ਦੇ ਅੰਦਰ ਵੀ ਇੱਕ ਵੰਨਗੀ ਹੁੰਦੀ ਹੈ, ਇੱਕ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਵਿਰਾ ਵਿਛਾਵਣ ਲੇਫ, ਇਹ ਹਮਾਰਾ ਜੀਵਨਾ ਸਾਹਿਬ ਸੱਚੇ ਵੇਖ। ਚਿੰਤਾ ਦਾ ਘਰ ਬਣਿਆ ਪਿਆ ਵਿਛੋਨਾ, ਬੈੱਡ ਜਿਹੜਾ ਹੈ ਚਿੰਤਾ ਦੇ ਨਾਲ ਗ੍ਰਸਤ ਹੋਇਆ ਪਿਆ ਹੈ। ਅੰਦਿਨ ਦੁੱਖ ਮਾਮਦੇ ਨਿਤ ਜੋਹੇ ਜਮਜਾਲੇ, ਸੁਪਨੇ ਸੁੱਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ। ਬੰਦਾ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਦੇਖ ਰਿਹਾ, ਦਬਾਅ ਪੈ ਰਹੇ ਨੇ, ਤਰਬਕ ਕੇ ਉੱਠ ਰਿਹਾ ਹੈ। ਮੋਸਟਲੀ ਹਾਰਟ ਅਟੈਕਸ ਜਿਹੜੇ ਨੇ ਉਹ ਨੀਂਦ ਦੇ ਵਿੱਚ ਹੋ ਰਹੇ ਨੇ, ਐਸੀ ਕੋਈ ਸਿਚੁਏਸ਼ਨ ਦੇ ਵਿੱਚ ਜੁੜ ਕੇ ਹੋ ਰਹੇ ਨੇ। ਹੁਣ ਕੀ ਕੀਤਾ ਜਾਏ? ਦੋ ਵੰਨਗੀਆਂ ਨੇ ਗੁਰਬਾਣੀ ਦੇ ਅੰਦਰ, ਇੱਕ ਤੇ ਇਹ ਵੇ, ਤੇ ਇੱਕ ਸਾਨੂੰ ਰੋਲ ਮਾਡਲ ਵੀ ਦਿੱਤਾ। ਫਿਰ ਉਹ ਕਹਿੰਦੇ ਨੇ ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਂ ਕੇ ਪਗ ਕੀ ਪਨਹੀ ਮੇਰੇ ਤਨ ਕੋ ਚਾਮ। ਕਿ ਤੂੰ ਸੁਪਨੇ ਦੇ ਵਿੱਚ ਬਰੜਾ ਰਿਹਾ ਹੈ, ਤੇ ਕਹਿੰਦੇ ਨੇ ਇਸ ਢੰਗ ਦਾ ਬਰੜਾ ਰਿਹਾ, ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਜਿਹਦੇ ਸੁਪਨੇ ਦੇ ਵਿੱਚ ਵੀ ਰੱਬ ਚੇਤਾ ਆ ਰਿਹਾ ਹੈ, ਚੰਗੇ ਸੁਪਨੇ ਆ ਰਹੇ ਨੇ। ਕਬੀਰ ਜੀ ਕਹਿੰਦੇ ਨੇ ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕੋ ਚਾਮ, ਕਹਿੰਦੇ ਮੇਰੇ ਚੰਮ ਨੂੰ ਲਾ ਕੇ ਨਾ ਉਹਦੇ ਪੈਰ ਦੀ ਜੁੱਤੀ ਬਣਾ ਲਓ, ਇੰਨਾ ਵਧੀਆ ਇਨਸਾਨ ਹੈ। ਸੋ ਇਹ ਹੋ ਸਕਦਾ ਹੈ ਕਿ ਜਦੋਂ ਅਸੀਂ ਸਾਡੇ ਕੌਨਸ਼ੀਅਸ ਮਾਈਂਡ ਦੇ ਵਿੱਚ ਵੀ ਅਸੀਂ ਪੋਜ਼ਿਟਿਵ ਵਿਚਾਰਾਂ ਦਾ ਸੰਗ੍ਰਹਿ ਕਰਨਾ ਸ਼ੁਰੂ ਕਰ ਦੇਵਾਂਗੇ, ਔਰ ਉਹਨਾਂ ਪੋਜ਼ਿਟਿਵ ਵਿਚਾਰਾਂ ਦੇ ਨਾਲ ਆਪਣੀ ਲਾਈਫ ਨੂੰ ਬੈਲੈਂਸ ਕਰਨਾ ਸਿੱਖ ਲਵਾਂਗੇ। ਦੂਜੀ ਗੱਲ ਕਿ ਸਾਡੇ ਵਿਚਾਰ, ਸਾਡੇ ਜਿਹੜੇ ਜੀਵਨ ਹੈ, ਇਹਦੇ ਅੰਦਰ ਬੈਲੈਂਸਿੰਗ ਬੜੀ ਜ਼ਰੂਰੀ ਚਾਹੀਦੀ ਹੈ। ਬੈਲੈਂਸ ਕੈਸਾ ਹੋਣਾ ਚਾਹੀਦਾ ਸਾਡੀ ਬੋਡੀ ਦਾ। ਅਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਾਂ, ਜਿੱਦਾਂ ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ ਕਿ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਅੱਜ ਕਰੋਨਾ ਦਾ ਇੱਕ ਬਹੁਤ ਵੱਡਾ ਖੌਫ ਜਿਹੜਾ ਹੈ ਉਹ ਸਾਨੂੰ ਸਤਾ ਰਿਹਾ ਹੈ, ਜਿਹੜਾ COVID-19 ਦਾ ਵਾਇਰਸ ਹੈ। ਇਹਦਾ ਵਿਚਾਰ ਜਿਹੜਾ ਹੈ, ਇਹਦੀ ਜਿਹੜੀ ਇੱਕ ਡਰ ਹੈ, ਇਹ ਸਾਨੂੰ ਸਤਾ ਰਿਹਾ ਹੈ। ਠੀਕ ਹੋ ਜਾਏਗਾ, ਕੋਈ ਨਾ ਕੋਈ ਕਾਢ ਇਹਦੀ ਕੱਢ ਲਈ ਜਾਏਗੀ, ਪਰ ਐਸੇ ਬਹੁਤ ਸਾਰੇ ਵਾਇਰਸ ਹੋਰ ਨੇ ਜਿਹੜੇ ਸਾਡੇ ਅੰਦਰ ਪਏ ਨੇ, ਔਰ ਗੁਰਬਾਣੀ ਸਾਨੂੰ ਸੁਚੇਤ ਕਰਾ ਰਹੀ ਹੈ ਉਹਨਾਂ ਦੇ ਬਾਬਤ। ਅਸੀਂ ਪੜ੍ਹਦੇ ਹਾਂ ਨਾ ਕਿ ਬੜਾ ਵੱਡਾ ਰੋਗ ਹੈ ਤੇਰੇ ਅੰਦਰ, ਹੋਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚਮੋਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਇੱਕ ਹਉਮੈ ਹੈ, ਇੱਕ ਈਗੋ ਹੈ ਸਾਡੇ ਅੰਦਰ, ਔਰ ਉਸ ਈਗੋ ਕਰਕੇ ਸਾਡੇ ਲਾਈਫ ਦੇ ਅੰਦਰ ਅਸੀਂ ਬਹੁਤਾਇਤ ਰੂਪ ਵਿੱਚ ਸਕਸੈਸ ਨਹੀਂ ਹੋ ਪਾਉਂਦੇ। ਤਾਂ ਉਮਰ ਸਾਨੂੰ ਇਹ ਚੀਜ਼ ਸਤਾਉਂਦੀ ਹੈ। ਬੈਲੈਂਸ ਚਾਹੀਦਾ ਸਾਡੀ ਲਾਈਫ ਦੇ ਵਿੱਚ। ਵੇਖੋ, ਈਗੋ ਜਿਹੜੀ ਹੈ, ਹਉਮੈ ਜਿਹੜੀ ਹੈ, ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇੱਕ ਮਿਸਾਲ ਤੁਹਾਨੂੰ ਦੇਣਾ, ਤੁਸੀਂ ਡਾਕਟਰ ਕੋਲ ਗਏ, ਡਾਕਟਰ ਕੋਲ ਜਾ ਕੇ ਕਿਹਾ ਕਿ ਮੈਨੂੰ ਥਾਇਰਾਇਡ ਦਾ ਰੋਗ ਹੈ, ਡਾਕਟਰ ਕੋਲ ਜਾ ਕੇ ਕਿਹਾ ਕਿ ਮੈਨੂੰ ਡਾਇਬਟੀਜ਼ ਹੈ, ਡਾਕਟਰ ਕੋਲ ਜਾ ਕੇ ਕਿਹਾ ਕਿ ਮੈਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਮੇਰਾ ਬੀਪੀ ਹਾਈ ਹੋ ਜਾਂਦਾ ਹੈ, ਤੇ ਡਾਕਟਰ ਕਹਿੰਦਾ ਵੀ ਇਹਨਾਂ ਸਾਰਿਆਂ ਦੇ ਵਿੱਚ ਤੈਨੂੰ ਬੈਲੈਂਸਿੰਗ ਚਾਹੀਦੀ ਹੈ। ਜੇ ਤੇਰਾ ਬੀਪੀ ਰੇਜ਼ ਹੋ ਰਿਹਾ ਨਾ, ਲੋ ਵੀ ਨਹੀਂ ਹੋਣਾ ਚਾਹੀਦਾ, ਬੈਲੈਂਸ ਚਾਹੀਦਾ ਹੈ। ਜੇ ਤੇਰਾ ਸ਼ੂਗਰ ਲੈਵਲ ਘਟ ਰਿਹਾ ਤਾਂ ਵੀ ਪ੍ਰੋਬਲਮ ਹੈ, ਜੇ ਤੇਰਾ ਸ਼ੂਗਰ ਲੈਵਲ ਵੱਧ ਰਿਹਾ ਤਾਂ ਵੀ ਪ੍ਰੋਬਲਮ ਹੈ, ਬੈਲੈਂਸ ਚਾਹੀਦਾ ਹੈ। ਔਰ ਇਥੋਂ ਤੱਕ ਇੱਕ ਨਵੀਂ ਸਟੱਡੀ ਆਈ ਕਿ ਜਿਹੜਾ ਸਾਡਾ ਕੋਲੇਸਟ੍ਰੋਲ ਲੈਵਲ ਹੈ,
ਕੋਲੇਸਟ੍ਰੋਲ ਲੈਵਲ ਦੇ ਅੰਦਰ ਵੀ ਸਾਰਾ ਕੋਲੇਸਟ੍ਰੋਲ ਮਾੜਾ ਨਹੀਂ। ਹੁਣ ਸਟੱਡੀ ਆ ਰਹੀ ਹੈ ਕਿ ਜਿਹੜਾ ਇੱਕ ਕੋਲੇਸਟ੍ਰੋਲ ਲੈਵਲ ਹੈ, ਇੱਕ ਬੰਦਗੀ ਇਹਦੀ ਹੈ ਕਿ ਜੇ ਇਹ ਵੱਧ ਰਿਹਾ ਉਹ ਸਾਡੀ ਬਾਡੀ ਵਾਸਤੇ ਬੈਨੀਫੀਸ਼ੀਅਲ ਹੈ, ਸਾਡੇ ਵਾਸਤੇ ਵਧੀਆ ਹੈ, ਜੇ ਉਸ ਢੰਗ ਦੇ ਨਾਲ ਅਸੀਂ ਇਸ ਨੂੰ ਲੈਂਦੇ ਹਾਂ, ਉਹ ਬੈਨੀਫੀਸ਼ੀਅਲ ਹੈ ਸਾਡੀ ਬਾਡੀ ਵਾਸਤੇ। ਸੋ ਸਾਡੀ ਬਾਡੀ ਦੇ ਅੰਦਰ ਸਾਨੂੰ ਸਮਝਾਇਆ ਗੁਰੂ ਪਾਤਸ਼ਾਹ ਜੀ ਨੇ ਕਿ ਹਉਮੈ ਦੀਰਘ ਰੋਗ ਹੈ, दारू पी इस माहे। हਉਮੈ ਇੱਕ ਬੜਾ ਦੀਰਘ ਰੋਗ ਹੈ, ਲੇਕਿਨ ਇਹਦੇ ਨਾਲ दारू ਵੀ ਇਹਦੇ ਵਿੱਚ ਹੀ ਹੈ। ਅਸੀਂ ਇਸ ਨੂੰ ਬੈਲੈਂਸ ਕਰਨਾ ਹੈ। ਕਿਸ ਰੂਪ ਦੇ ਵਿੱਚ? ਹਉਮੈ ਇਸ ਨੂੰ ਸਮਝ ਲੈਣਾ ਕਿ ਇੱਕ ਹੈ ਇਨਫੀਰੀਅਰਿਟੀ ਕੰਪਲੈਕਸ, ਹੀਨ ਭਾਵਨਾ। ਜੇ ਹੀਨ ਭਾਵਨਾ ਦੇ ਅਸੀਂ ਸ਼ਿਕਾਰ ਹੋ ਗਏ, ਹੀਨ ਭਾਵਨਾ ਦਾ ਸ਼ਿਕਾਰ ਹੋ ਗਿਆ ਤੇ ਉਹ ਇਨਫੀਰੀਅਰਿਟੀ ਕੰਪਲੈਕਸ ਦੇ ਵਿੱਚ ਚਲਾ ਜਾਵੇਗਾ, ਹੀਨ ਭਾਵਨਾ ਦੇ ਵਿੱਚ ਚਲਾ ਜਾਵੇਗਾ, ਆਪਣੀ ਲਾਈਫ ਦੇ ਵਿੱਚ ਕੁਝ ਕਰ ਨਹੀਂ ਪਾਏਗਾ। ਸਪੋਜ਼ ਕਰੋ ਕਿਸੇ ਨੂੰ ਅਸੀਂ ਜਾਤੀਵਾਦ ਕਰਕੇ ਉਹਨੂੰ ਲਗਾਤਾਰਤਾ ਦੇ ਨਾਲ ਉਸ ਨੂੰ ਨੀਵਾਂ ਕੀਤਾ, ਕਿਸੇ ਦੇ ਰੰਗ ਕਰਕੇ ਉਸ ਨੂੰ ਨੀਵਾਂ ਕੀਤਾ, ਕਿਸੇ ਦੀ ਸ਼ਕਲ ਕਰਕੇ ਉਸ ਨੂੰ ਨੀਵਾਂ ਕੀਤਾ, ਉਹ ਇੰਨੀ ਹੀਨ ਭਾਵਨਾ ਦਾ ਸ਼ਿਕਾਰ ਹੋ ਗਿਆ ਕਿ ਉਹ ਆਪਣੀ ਲਾਈਫ ਵਿੱਚ ਕੁਝ ਕਰ ਨਹੀਂ ਪਾਏਗਾ। ਇਹ ਹਉਮੈ ਦੀ ਬੰਦਗੀ ਹੈ। ਤੇ ਜੇ ਕਿਤੇ ਉਹੀ ਬੰਦਾ, ਉਹਦੇ ਅੰਦਰ ਕੋਈ ਗੁਣ ਆ ਗਿਆ, ਉਹ ਆਪਣੇ ਆਪ ਨੂੰ ਸੁਪੀਰੀਅਰ ਸਮਝਣ ਲੱਗ ਗਿਆ, ਤੇ ਫਿਰ ਉਹ ਸੁਪੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਜਾਏਗਾ। ਖਾਸ ਤੌਰ ਤੇ ਤੁਸੀਂ ਵੇਖੋ ਕਿ ਜਿਹੜਾ ਜਾਤੀਵਾਦ ਦਾ ਸਿਸਟਮ ਹੈ ਨਾ, ਬੰਦਿਆਂ ਦੇ ਵਿੱਚ ਪਾ ਦਿੱਤਾ ਗਿਆ ਕਿ ਤੁਸੀਂ ਨੀਵੇਂ ਹੋ, ਇਨਫੀਰੀਅਰਿਟੀ ਕੰਪਲੈਕਸ ਦੇ ਸ਼ਿਕਾਰ ਹੋ ਗਏ। ਔਰ ਜਿਨ੍ਹਾਂ ਦੇ ਅੰਦਰ ਇਹ ਪਾ ਦਿੱਤਾ ਗਿਆ ਕਿ ਤੁਸੀਂ ਉੱਚੇ ਹੋ, ਉਹ ਸੁਪੀਰੀਅਰਿਟੀ ਕੰਪਲੈਕਸ ਦੇ ਸ਼ਿਕਾਰ ਹੋ ਗਏ, ਰੋਗ ਦੇ ਸ਼ਿਕਾਰ ਦੋਵੇਂ ਹੀ ਨੇ। ਬੈਲੈਂਸਿੰਗ ਨਹੀਂ ਹੈ। ਗੁਰੂ ਪਾਤਸ਼ਾਹ ਜੀ ਨੇ ਇਹ ਬੈਲੈਂਸਿੰਗ ਕਰਨੀ ਸਾਨੂੰ ਸਿਖਾਈ, ਸਾਨੂੰ ਸਮਝਾਇਆ ਕਿ ਤੂੰ ਆਪਣੇ ਇਸ ਸਰੀਰ ਦੇ ਅੰਦਰ ਬੈਲੈਂਸ ਕਰ ਲਵੇਂ ਨਾ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜਾਏ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਇਹਦਾ ਮਤਲਬ ਇਹ ਹੈ, ਸਹਿਜ ਦਾ ਭਾਵ ਹੀ ਇਹ ਹੈ ਕਿ ਤੁਸੀਂ ਆਪਣੀ ਬਾਡੀ ਦੇ ਅੰਦਰ ਜੇ ਬੈਲੈਂਸ ਕਰ ਲਵੋ, ਜੇ ਅਸੀਂ ਆਪਣੀ ਬਾਡੀ ਦੇ ਵਿੱਚ ਬੈਲੈਂਸ ਕਰ ਲਈਏ ਹਰ ਚੀਜ਼ ਦੇ ਅੰਦਰ, ਤੇ ਸਾਡਾ ਜਿਹੜਾ ਬਾਡੀ ਹੈ, ਉਹ ਬਾਡੀ ਦੇ ਅੰਦਰ ਇੱਕ ਨਵਾਂ ਚੇਂਜ ਆ ਸਕਦਾ ਹੈ। ਉਹ ਬਾਡੀ ਦੇ ਅੰਦਰ ਇੱਕ ਅਸੀਂ ਇੱਕ ਨਵੀਂ ਕ੍ਰਾਂਤੀ ਲਿਆ ਸਕਦੇ ਹਾਂ ਆਪਣੀ ਸੋਚ ਦੇ ਅੰਦਰ, ਆਪਣੇ ਵਿਚਾਰਾਂ ਦੇ ਅੰਦਰ, ਜੇ ਅਸੀਂ ਬੈਲੈਂਸਿੰਗ ਕਰ ਲਈਏ ਤਾਂ। ਅਗਲੀ ਗੱਲ ਸਾਡੇ ਜਿਹੜਾ ਅੱਜ ਦਾ ਅਸੀਂ ਵਿਸ਼ਾ ਹੈ, ਅਸੀਂ ਵਾਈਂਡ ਅਪ ਕਰਾਂਗੇ, 10 ਮਿੰਟ ਰਹਿ ਗਏ ਨੇ। ਦਰਸ਼ਨ, ਅੱਖਾਂ ਦੇ ਨਾਲ ਦੇਖਣਾ ਕੀ ਹੈ, ਕਿਉਂਕਿ ਸਮਾਂ ਸੀਮਤ ਹੈ, ਥੋੜਾ ਵਿਸ਼ਾ ਮੇਰਾ ਹੋ ਗਿਆ ਸੀਗਾ। ਇਸ ਨੂੰ ਵਾਈਂਡ ਅਪ ਕਰਨਾ ਚਾਹਾਂਗਾ ਮੈਂ ਕਿ ਦਰਸ਼ਨ ਕੀ ਹੈ। ਦੇਖੋ, ਅੱਖਾਂ ਦੇ ਨਾਲ ਕੀ ਦੇਖਣਾ ਹੈ, ਬੜੀ ਨਿਆਮਤ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ ਵਿਜ਼ਨ ਹੈ, ਦੇਖਣਾ ਹੈ ਅਸੀਂ ਕਿਸ ਰੂਪ ਦੇ ਵਿੱਚ ਦੇਖਣਾ ਹੈ, ਕਿਵੇਂ ਦੇਖਣਾ ਹੈ। ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਜਾਂ ਜਾਂ ਦੇਖੋ ਤਾਂ ਹਜੂਰ ਦੂਰ ਕਥੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਸਦਾ ਧਿਆਈ। ਕੀ ਅਸੀਂ ਦੇਖ ਰਹੇ ਹਾਂ? ਕਿ ਅਸੀਂ ਖੋਜਿਆ ਕਿ ਸਾਡਾ ਵਿਜ਼ਨ ਕੈਸਾ ਹੈ? ਸਿਆਣੇ ਕਹਿੰਦੇ ਨੇ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਕੀ ਅਸੀਂ ਸੋਚਿਆ ਕਿ ਅਸੀਂ ਜਿਸ ਲੈਵਲ ਦੇ ਨਾਲ ਅਸੀਂ ਇਸ ਜਗਤ ਨੂੰ ਦੇਖ ਰਹੇ ਹਾਂ, ਜਿਵੇਂ ਜੀਵਾਂ ਨੂੰ ਦੇਖ ਰਹੇ ਹਾਂ, ਕੀ ਗੁਰਬਾਣੀ ਦੇ ਅਕੋਰਡਿੰਗ ਹੈ? ਕਿਸੇ ਜਾਂਚਿਆ ਪਰਚੋਲਿਆ ਕਦੇ? ਅੱਜ ਵੀ ਨਸਲਵਾਦ ਪੂਰੇ ਵਰਲਡ ਦੇ ਅੰਦਰ ਹਾਵੀ ਹੈ। ਅੱਜ ਵੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਪੂਰੇ ਵਰਲਡ ਦੇ ਅੰਦਰ, ਅਸੀਂ ਮੰਨੀਏ ਜਾਂ ਨਾ ਮੰਨੀਏ। ਵੇਖੋ, ਗੁਰਬਾਣੀ ਨੇ 500 ਸਾਲ ਪਹਿਲਾਂ ਅਵੇਅਰ ਕੀਤਾ ਸੀ, ਪਰ ਅਸੀਂ ਅਵੇਅਰ ਨਹੀਂ ਹੋਏ। ਅਸੀਂ ਅਵੇਅਰ ਨਹੀਂ ਹੋਏ। ਅਸੀਂ ਕਹਿੰਦੇ ਨਾ, ਅਮਰੀਕਾ ਬੜੇ ਵੱਡੇ ਪੱਧਰ ਤੇ ਰੈਵੋਲੂਸ਼ਨ ਆਏ, ਕੋਈ 17ਵੀਂ ਸਦੀ ਦੇ ਅੰਦਰ ਰੈਵੋਲੂਸ਼ਨ ਆ ਗਏ ਸਨ, ਲੇਕਿਨ 150 ਸਾਲ ਤੱਕ ਔਰਤ ਨੂੰ ਵੋਟ ਦੇਣ ਦਾ ਦਰਜਾ ਨਹੀਂ ਸੀ ਮਿਲਿਆ। ਉਸ ਰੈਵੋਲੂਸ਼ਨ ਦੇ ਬਾਵਜੂਦ ਵੀ, ਉਸ 17ਵੀਂ ਸਦੀ ਦੇ ਅੰਦਰ ਰੈਵੋਲੂਸ਼ਨ ਦੇ ਬਾਵਜੂਦ ਵੀ ਸਲੇਵਸ ਜਿਹੜੇ ਸੀਗੇ, ਅਫਰੀਕਨ ਸੀਗੇ, ਜਿਹੜੇ ਜਿਨ੍ਹਾਂ ਨੂੰ ਕਾਲੇ ਕਿਹਾ ਜਾਂਦਾ ਸੀਗਾ, ਜਿਹੜੇ ਦਾਸ ਸੀਗੇ, ਉਹਨਾਂ ਦਾਸਾਂ ਨੂੰ 170 ਸਾਲ ਬਾਅਦ ਦਰਜਾ ਮਿਲਿਆ ਸੀਗਾ। ਲੇਕਿਨ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਸਾਨੂੰ ਅਵੇਅਰ ਕੀਤਾ ਸੀ ਕਿ ਬੰਦਿਆ, ਤੂੰ ਉਸੇ ਜੋਤ ਦੇ ਵਿੱਚੋਂ ਨਿਕਲਿਆ ਹੋਇਆ ਹੈ, ਤੇਰੀ ਜੋਤ ਉਹੀ ਹੈ, ਤੇਰਾ ਮੂਲ ਵੀ ਇੱਕ ਹੈ। ਔਰ ਅੱਜ ਤੇ ਸਾਇੰਟੀਫਿਕ ਪ੍ਰੂਵ ਹੋ ਚੁੱਕਾ ਹੈ। ਤੁਸੀਂ ਵੇਖੋ ਕਿ ਜਿਹੜੀ ਸਾਡੀ ਨਸਲ ਹੈ, ਇਸ ਨੂੰ ਹੋਮੋ ਸੇਪੀਅੰਸ ਕਿਹਾ ਜਾਂਦਾ ਹੈ। 7 ਅਰਬ ਦੇ ਲਾਗੇ ਚਾਗੇ ਸ਼ਾਇਦ ਇਸ ਧਰਤੀ ਦੇ ਉੱਤੇ ਮਖਲੂਕਾਤ ਮੌਜੂਦ ਹੈ। ਹੁਣ ਉਹ 7 ਅਰਬ ਬੰਦੇ ਦੀ ਜਿਹੜੀ ਸਪੀਸੀਜ਼ ਹੈ, ਜਿਸ ਨੂੰ ਹੋਮੋ ਸੇਪੀਅੰਸ ਕਿਹਾ ਜਾਂਦਾ ਹੈ, ਇਹਦਾ ਅਸਲਾ ਇੱਕ ਹੈ। ਇਹ ਕੋਈ ਵੱਖਰਾ ਨਹੀਂ। ਹਾਂ, ਹੋ ਸਕਦਾ ਹੈ ਅੱਜ ਤੋਂ ਕੁਝ 1000 ਸਾਲ ਪਹਿਲਾਂ ਜਾਂ ਕੁਝ ਕਰੋੜ ਸਾਲ ਪਹਿਲਾਂ ਲਾ ਲਓ, ਕੁਝ ਸਪੀਸੀਜ਼ ਧਰਤੀ ਦੇ ਉੱਤੇ ਵਿਚਰਦੀਆਂ ਸਨ ਮਨੁੱਖਾਂ ਦੀਆਂ, ਜਿਹਨੂੰ ਨਿਐਂਡਰਥਲ ਕਿਹਾ ਜਾਂਦਾ ਸੀਗਾ, ਹੋਮੋ ਇਰੈਕਟਸ ਕਿਹਾ ਜਾਂਦਾ ਸੀਗਾ,
ਹੁਣ ਨਵੀਂ ਇੱਕ ਸਪੀਸੀਜ਼ ਜਿਹੜੀ ਹੈ, ਇੱਕ ਪ੍ਰਜਾਤੀ ਮਿਲੀ ਹੈ ਜਿਹੜੀ ਫਿਲੀਪੀਨਸ ਦੇ ਅੰਦਰ ਲੇਟੈਸਟ ਦੀ ਖੋਜ ਹੋਈ ਹੈ। ਲੂਜ਼ੋਨ ਉੱਥੇ ਇੱਕ ਏਰੀਆ ਪੈਂਦਾ ਹੈ, ਉਸ ਨੂੰ ਲੂਜ਼ੋਨੀਆ ਕਰਕੇ ਉਹਦਾ ਨਾਮ ਦਿੱਤਾ ਗਿਆ ਹੈ। ਇੱਕ ਸਪੀਸੀਜ਼ ਉੱਥੇ ਮਿਲਦੀ ਹੈ। ਫਲੋਰੈਂਸ ਸਪੀਸ ਮਿਲਦੀ ਸੀਗੀ ਇੱਕ ਇੰਡੋਨੇਸ਼ੀਆ ਦੇ ਵਿੱਚ, ਜਿਹੜੇ ਬੋਨੇ ਲੋਕ ਸਨ, ਇਹ ਵੱਖਰੇ ਸਨ ਸਾਡੇ ਤੋਂ। ਪਰ ਅੱਜ ਇਸ ਧਰਤੀ ਦੇ ਉੱਤੇ ਜਿੰਨਾ ਮਖਲੂਕਾਤ ਹੈ, ਜਿੰਨੇ ਲੋਕ ਨੇ, ਉਹ ਸਾਰਿਆਂ ਦੀ ਸਪੀਸੀਜ਼ ਜਿਹੜੀ ਹੈ, ਸਾਰਿਆਂ ਦੀ ਪ੍ਰਜਾਤੀ ਇੱਕ ਹੈ, ਜਿਹਨੂੰ ਹੋਮੋਸੇਪੀਅਸ ਕਿਹਾ ਜਾਂਦਾ ਹੈ। ਸਾਡੇ ਰੂਪ, ਸਾਡੇ ਆਕਾਰ, ਸਾਡਾ ਰੂਪ ਰੰਗ, ਸਾਡੇ ਸੋਚਣ ਦੀ ਸ਼ਮਤਾ, ਇਹ ਕਿਸ ਢੰਗ ਦੇ ਨਾਲ ਚੇਂਜ ਹੋਈ, ਜਿਹਦੇ ਵਿੱਚ ਸਾਡੀ ਡਾਈਟ, ਸਾਡਾ ਐਟਮੋਸਫੇਅਰ, ਸਾਡਾ ਜਿਹੜਾ ਵਾਤਾਵਰਣ, ਸਾਡਾ ਆਲਾ ਦੁਆਲਾ, ਇਸ ਨੇ ਇਸ ਨੂੰ ਅਫੈਕਟ ਕੀਤਾ। ਯੂਰਪ ਵਾਲੇ ਲੋਕ ਜਿਹੜੇ ਅਫਰੀਕਾ ਤੋਂ ਟੁੱਟੇ ਸਨ, ਉਹ ਇੱਥੇ ਆ ਗਏ, ਇਹਨਾਂ ਦਾ ਰੰਗ ਜਿਹੜਾ ਸਾਫ਼ ਹੋ ਗਿਆ। ਜਿਹੜੇ ਪਹਾੜਾਂ ਦੇ ਉੱਤੇ ਚਲੇ ਗਏ ਸਨ, ਹਵਾਵਾਂ ਚੱਲਦੀਆਂ ਸੀ ਠੰਡੀਆਂ, ਉਹਨਾਂ ਲੋਕਾਂ ਦੀਆਂ ਅੱਖਾਂ ਛੋਟੀਆਂ ਹੋ ਗਈਆਂ। ਉਸ ਢੰਗ ਦੇ ਉਹਨਾਂ ਦੀ ਬਾਡੀ ਜਿਹੜੇ ਹੈ ਉਹ ਬਿਲਡਅਪ ਹੋ ਗਈ। ਸੋ ਅੱਜ ਜੇ ਅਸੀਂ ਦੇਖਣਾ ਹੈ, ਅੱਜ ਦੇ ਦੌਰ ਵਿੱਚ ਅਸੀਂ ਜੋ ਦੇਖਣਾ ਹੈ, ਅੱਜ ਦੇ ਦੌਰ ਦੇ ਅੰਦਰ ਅਸੀਂ ਸਾਰਿਆਂ ਦੇ ਵਿੱਚ ਉਸ ਰੱਬ ਦਾ ਰੂਪ ਵੇਖਣਾ ਹੈ। ਜ਼ਾਤ, ਨਸਲ, ਗੋਤ ਤੋਂ ਉੱਤੇ ਉੱਠ ਕੇ ਅਸੀਂ ਪੂਰੀ ਦੁਨੀਆ ਦੇ ਅੰਦਰ ਇੱਕ ਪ੍ਰੈਕਟਿਸ ਕਰਨੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪ੍ਰੈਕਟਿਸ ਆਫ ਦਾ ਪ੍ਰੈਜ਼ੈਂਸ ਆਫ ਗॉड। ਪ੍ਰੈਕਟਿਸ ਕਰੀਏ ਕਿ ਔਰ ਪ੍ਰੈਕਟਿਸ ਤਾਂ ਹੀ ਹੋ ਸਕਦੀ ਹੈ ਜਦੋਂ ਸਾਰਿਆਂ ਦੇ ਅੰਦਰ ਰੱਬ ਨੂੰ ਵੇਖਣਾ ਸ਼ੁਰੂ ਕਰਾਂਗੇ। ਕਿਸੇ ਅਮੀਰ, ਕਿਸੇ ਗਰੀਬ, ਕਿਸੇ ਜ਼ਾਤ, ਕਿਸੇ ਮਜ਼ਹਬ ਨੂੰ ਵੇਖਣਾ ਬੰਦ ਕਰੀਏ ਔਰ ਰੱਬ ਦੇ ਰੂਪ ਨੂੰ ਵੇਖਣਾ ਸ਼ੁਰੂ ਕਰੀਏ। ਆਸਟ੍ਰੇਲੀਆ ਵਿੱਚ ਅੱਜ ਵੀ ਐਬਰੀਜਨਲ ਬੈਠੇ ਨੇ, ਅਮਰੀਕਾ ਵਿੱਚ ਅੱਜ ਵੀ ਰੈਡ ਇੰਡੀਅਨਸ ਨਾਲ ਧੱਕਾ ਹੁੰਦਾ ਹੈ, ਅੱਜ ਵੀ ਕਾਲਿਆਂ ਦੇ ਨਾਲ ਜਿਹੜੇ ਨੀਗਰੋਸ ਲੋਕ ਨੇ, ਜਿਹੜੇ ਉਸ ਰੂਪ ਦੇ ਅੰਦਰ ਅੱਜ ਵੀ 1958 ਤੱਕ ਤੁਸੀਂ ਇਹ ਕਹਿ ਸਕਦੇ ਹੋ। 1958 ਦੇ ਵਿੱਚ ਨਾ ਇੱਕ ਨੀਗਰੋ ਕਾਲਾ ਜਿਹੜਾ ਸੀਗਾ, ਉਹ ਮਿਸੀਸਿਪੀ ਯੂਨੀਵਰਸਿਟੀ ਵਿੱਚ ਪੜ੍ਹਨ ਵਾਸਤੇ ਗਿਆ। ਉਸ ਯੂਨੀਵਰਸਿਟੀ ਦੇ ਵਿੱਚ ਜਾਂਦਾ ਹੈ ਐਡਮਿਸ਼ਨ ਲੈਣ ਵਾਸਤੇ, ਤੇ ਉਸ ਨੂੰ ਜੇਲ੍ਹ ਕਰ ਦਿੱਤੀ ਜਾਂਦੀ ਹੈ, ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਉਹਦਾ ਕੋਰਟ ਕੇਸ ਚੱਲਦਾ ਹੈ। ਉਸ ਕੋਰਟ ਕੇਸ ਦੇ ਅੰਦਰ ਜੱਜ ਜਦੋਂ ਫੈਸਲਾ ਦਿੰਦਾ ਹੈ, ਜੱਜ ਜਦੋਂ ਪੜ੍ਹਦਾ ਹੈ, ਕਹਿੰਦਾ ਵੀ ਵਾਕਈ ਇਹ ਜੇਲ੍ਹ ਦਾ ਹੱਕਦਾਰ ਹੈ, ਵਾਕਈ ਇਹ ਜੇਲ੍ਹ ਦਾ ਹੱਕਦਾਰ ਹੈ, ਸਲੇਵ ਹੈ, ਭਾਵੇਂ ਆਜ਼ਾਦੀ ਮਿਲ ਗਈ। ਲੇਕਿਨ ਅੱਜ ਵੀ ਤੁਸੀਂ ਵੇਖੋ, ਕਹਿੰਦੇ ਵੀ, ਉਹ ਕਹਿੰਦਾ ਕਿ ਕਾਲੇ ਨੂੰ ਇਹ ਹੱਕ ਨਹੀਂ ਹੈ, ਜਿਹਦਾ ਰੰਗ ਕਾਲਾ ਹੈ, ਉਸ ਨੂੰ ਅਮਰੀਕਾ ਵਿੱਚ ਹੱਕ ਨਹੀਂ ਹੈ ਕਿ ਮਿਸੀਸਿਪੀ ਯੂਨੀਵਰਸਿਟੀ ਵਿੱਚ ਉਹ ਐਡਮਿਸ਼ਨ ਲੈ ਕੇ ਪੜ੍ਹਨਾ ਚਾਹੁੰਦਾ ਹੈ। ਇਸ ਕਰਕੇ ਉਸ ਨੂੰ ਵਾਪਸ ਪਾਗਲਖਾਨੇ ਜੱਜ ਨੇ ਭੇਜ ਦਿੱਤਾ ਗਿਆ। 1958 ਦੇ ਵਿੱਚ ਇਹ ਵਾਕਿਆ ਹੋਇਆ ਹੈ ਕਿ ਪੜ੍ਹਨ ਵਾਸਤੇ ਵੀ ਇੰਨੀ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਵਰਤੀ ਜਾਂਦੀ ਸੀ, ਅੱਜ ਵੀ ਹੈ, ਅੱਜ ਵੀ ਹੋ ਰਿਹਾ ਹੈ। ਔਰ ਸਾਡੇ ਖਿੱਤੇ ਦੇ ਵਿੱਚ ਜਾਂ ਸਾਡੇ ਆਪਣੇ ਵਰਗ ਦੇ ਅੰਦਰ, ਜੇ ਅਸੀਂ ਆਪਣੇ ਘਰ ਦੀ ਗੱਲ ਕਰੀਏ, ਕਿ ਅੱਜ ਸਾਡੇ ਆਪਣੇ ਘਰ ਦੇ ਅੰਦਰ ਜਾਤੀਵਾਦ ਬਹੁਲਤਾ ਦੇ ਅੰਦਰ ਹੈ, ਅਸੀਂ ਨਹੀਂ ਉਸ ਨੂੰ ਭੁਲਾ ਪਾਏ। ਭੁਲਾਣਾ ਪਏਗਾ, ਕਿਉਂਕਿ ਸਾਡਾ ਸੋਮਾ, ਸਾਡਾ ਮੂਲ ਇੱਕ ਹੈ। ਦਰਸ਼ਨ ਕਿਵੇਂ ਕਰਨਾ ਹੈ? ਸਾਰਿਆਂ ਦੇ ਅੰਦਰ ਰੱਬ ਦੀ ਜੋਤ ਦੇਖਣੀ ਹੈ। ਬੋਲਣਾ ਕੀ ਹੈ? ਜ਼ੁਬਾਨ ਇੱਕ ਨਿਆਮਤ ਹੈ, ਔਰ ਇਹ ਜ਼ੁਬਾਨ ਐਸੀ ਨਿਆਮਤ ਦਿੱਤੀ ਹੈ ਕਿ ਅਸੀਂ ਜਿੱਥੇ ਬੋਲਣ ਦੀ ਲੋੜ ਹੈ ਉੱਥੇ ਬੋਲਣਾ ਹੈ। ਪਾਤਸ਼ਾਹ ਜੀ ਬੇਲੋੜਾ ਨਹੀਂ ਬੋਲੇ, ਲੇਕਿਨ ਜਦੋਂ ਸਾਰੀ ਦੁਨੀਆ ਚੁੱਪ ਹੋ ਗਈ ਨਾ, ਰਾਜਿਆਂ ਦੇ ਖਿਲਾਫ ਆਵਾਜ਼ ਚੁੱਕੀ। ਰਾਜੇਸ਼ੀ ਮੁਕੱਦਮ ਕੁੱਤੇ, ਉਹਨਾਂ ਨੇ ਆਖਿਆ, ਪੂਰੇ ਉਸ ਸਮੇਂ ਦੇ ਲਿਟਰੇਚਰ ਦੇ ਅੰਦਰ ਇੱਕ ਐਸੀ ਵੰਨਗੀ ਵੇਖ ਲਵੋ ਜਿੱਥੋਂ ਤੁਹਾਨੂੰ ਮਿਲਦਾ ਹੋਵੇ ਕਿ ਰਾਜੇਸ਼ੀ ਮੁਕੱਦਮ ਕੁੱਤੇ, ਰਾਜਿਆਂ ਦੇ ਖਿਲਾਫ, ਉਸ ਮੋਨਾਰਕੀ ਸਿਸਟਮ ਦੇ ਖਿਲਾਫ ਕਿਸੇ ਇੱਕ ਵਿਦਵਾਨ, ਕਿਸੇ ਗੁਰੂ, ਕਿਸੇ ਰਹਿਬਰ ਨੇ ਬੋਲਿਆ ਹੋਵੇ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਬੋਲਿਆ। ਉਹ ਕਹਿੰਦੇ ਨਹੀਂ, ਮੈਂ ਬੋਲਾਂਗਾ, ਮੈਂ ਪ੍ਰਤੀਕਰਮ ਦੇਵਾਂਗਾ। ਬਾਬਰ ਆਇਆ, ਚੁੱਪ ਰਹਿ ਸਕਦੇ ਸੀ ਨਾ, ਵੱਡੇ ਵੱਡੇ ਫਿਲਾਸਫਰ ਰਹਿ ਗਏ ਚੁੱਪ। ਕੋ ਨਿਰਪ ਰਹੇ ਹਮੇ ਕਿਆ ਹਾਨੀ, ਜਿਨ੍ਹਾਂ ਨੇ ਇਹ ਤੱਕ ਬੋਲ ਦਿੱਤਾ, ਆਪਣੇ ਧਰਮ ਗ੍ਰੰਥਾਂ ਵਿੱਚ ਲਿਖ ਦਿੱਤਾ ਵੀ ਰਾਜਾ ਕੋਈ ਵੀ ਹੋਵੇ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਲੇਕਿਨ ਉਹਨਾਂ ਸਮਿਆਂ ਦੇ ਅੰਦਰ ਵੀ ਗੁਰੂ ਪਾਤਸ਼ਾਹ ਜੀ ਬੋਲ ਰਹੇ ਨੇ ਬਾਬਰ ਨੂੰ, ਜਾ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋੜੀ ਮੰਗਾ ਦਾਨ ਵੀ ਲਾ ਲਓ। ਪਾਤਸ਼ਾਹ ਜੀ ਕਹਿੰਦੇ ਮੈਂ ਪ੍ਰਤੀਕਰਮ ਦਵਾਂਗਾ, ਔਰ ਬੜਾ ਸਖਤ ਪ੍ਰਤੀਕਰਮ ਉਹਨਾਂ ਨੇ ਦਿੱਤਾ। ਚੁੱਪ ਨਹੀਂ ਰਹੇ, ਬੋਲੇ, ਪ੍ਰਤੀਕਰਮ ਦਿੱਤਾ ਕਿ ਤੂੰ ਜ਼ੁਲਮ ਕਰ ਰਿਹਾ ਹੈ, ਤੂੰ ਜਰਵਾਣਾ ਹੈ। ਸੋ ਬੋਲਣਾ ਕੀ ਹੈ? ਇੱਕ ਫਰੀडम ਆਫ ਸਪੀਚ ਹੈ, ਸਾਨੂੰ ਬੋਲਣ ਦੀ ਆਜ਼ਾਦੀ ਹੈ, ਪਰ ਕਿਸ ਰੂਪ ਦੇ ਅੰਦਰ ਬੋਲਣਾ ਹੈ, ਇਹਦੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ। ਪੜਚੋਲੀਏ, ਪਹਿਲਾਂ ਸੋਚੀਏ ਫਿਰ ਬੋਲੀਏ, ਤੇ ਜ਼ਰੂਰੀ ਨਹੀਂ ਜੋ ਕੁਝ ਸੋਚਿਆ ਕੁਝ ਬੋਲ ਦੇਣਾ ਹੈ। ਵੇਖ ਕੇ, ਸ਼ਬਦਾਵਲੀ ਵੇਖ ਕੇ ਬੋਲਣਾ ਹੈ ਕਿ ਮੈਂ ਐਸੀ ਸ਼ਬਦਾਵਲੀ ਵਰਤਾਂ ਜਿਹਦੇ ਨਾਲ ਕਿਸੇ ਦੇ ਹਿਰਦੇ ਨੂੰ ਠੇਸ ਨਾ ਵੱਜੇ, ਜਿਹਦੇ ਨਾਲ ਕੋਈ ਹਰਟ ਨਾ ਹੋਏ। ਮੇਰੀ ਸ਼ਬਦਾਵਲੀ ਦਾ ਪੱਧਰ ਜਿਹੜਾ ਹੈ ਉਹ ਇਸ ਰੂਪ ਦੇ ਅੰਦਰ ਹੋਣਾ ਚਾਹੀਦਾ ਹੈ। ਹੱਥਾਂ ਨਾਲ ਮੈਂ ਕੀ ਕਰਨਾ ਹੈ? ਹੱਥਾਂ ਨਾਲ ਮੈਂ ਕਿਸੇ ਉੱਤੇ ਜ਼ੁਲਮ ਨਹੀਂ ਕਰਨਾ, ਹੱਥਾਂ ਦੇ ਨਾਲ ਮੈਂ ਧਰਮ ਦੀ ਕਿਰਤ ਕਰਨੀ ਹੈ। ਹੱਥਾਂ ਦੇ ਨਾਲ ਮੈਂ ਕੁਝ ਪੋਜ਼ਿਟਿਵ ਦੇਣਾ ਹੈ, ਕੁਝ ਪੋਜ਼ਿਟਿਵ ਕੰਮ ਕਰਨਾ ਹੈ। ਮੈਂ ਇਸ ਜਗਤ ਦੇ ਅੰਦਰ, ਦੁਨੀਆ ਦੇ ਵਿੱਚ ਨਾ, ਅਸੀਂ ਵੇਖਦੇ ਹਾਂ ਕਿ ਗਿਆਨ ਨੂੰ ਬੜੀ ਤਰਜੀਹ ਦਿੱਤੀ ਗਈ। ਕੋਈ ਕਹਿੰਦਾ ਵੀ ਮੈਂ ਬਹੁਤ ਕੰਮ ਕਰਦਾ ਹਾਂ ਕਿਸੇ ਰੂਪ ਦੇ ਵਿੱਚ। ਇੱਕ
ਸਮਾਂ ਸੀਗਾ ਜਦੋਂ ਫਸਟ ਵਰਲਡ ਵਾਰ ਦਾ ਵੇਲਾ ਹੁੰਦਾ ਨਾ, ਜਾਪਾਨ ਚਾਈਨਾ ਦੇ ਉੱਤੇ ਕਬਜ਼ਾ ਕਰਕੇ ਬੈਠਾ ਹੈ ਔਰ ਚਾਈਨਾ ਦੇ ਅੰਦਰ ਉਹਨਾਂ ਨੇ ਐਸੇ ਯੂਨਿਟ ਤਿਆਰ ਕਰ ਲਏ ਸੀਗੇ ਜਿਨ੍ਹਾਂ ਯੂਨਿਟਸ ਦੇ ਵਿੱਚ ਬਾਕਾਇਦਾ ਐਸੇ ਵਾਇਰਸ ਤਿਆਰ ਕੀਤੇ ਗਏ ਕਿ ਐਂਥ੍ਰੈਕਸ ਵਰਗੇ ਵਾਇਰਸ ਜਾਂ ਪਲੇਗ ਵਰਗੇ ਵਾਇਰਸ, ਸਮਾਲ ਪੌਕਸ, ਚਿਕਨ ਪੌਕਸ, ਇੱਥੋਂ ਤੱਕ ਕਿ ਜਿਹੜੀਆਂ ਸੈਕਸੁਅਲ ਡਿਜ਼ੀਜ਼ਸ ਸੀਗੀਆਂ, ਇਹਨਾਂ ਨੂੰ ਤਿਆਰ ਕਰਕੇ, ਟੀਕੇ ਤਿਆਰ ਕਰਕੇ ਬਾਕਾਇਦਾ ਚਾਈਨੀਜ਼ ਲੋਕਾਂ ਵਿੱਚ ਇੰਜੈਕਟ ਕੀਤੇ ਗਏ, ਬੱਚਿਆਂ ਵਿੱਚ ਇੰਜੈਕਟ ਕੀਤੇ ਗਏ। ਪਤੀ ਪਤਨੀ ਨੂੰ ਸਾਹਮਣੇ ਰੱਖ ਕੇ ਉਹਨਾਂ ਦੇ ਅਨੈਤਿਕ ਸੰਬੰਧ ਬਣਵਾਏ ਗਏ ਤਾਂ ਕਿ ਇਹਨਾਂ ਨੂੰ ਕੋਈ ਰੋਗ ਲੱਗੇ ਔਰ ਉਸ ਰੋਗ ਦੇ ਉੱਤੇ ਉਹ ਰਿਸਰਚ ਕਰ ਸਕਣ। ਟਵਿੰਸ ਬੱਚਿਆਂ ਉੱਤੇ, ਗਰਭਵਤੀ ਇਸਤਰੀਆਂ ਉੱਤੇ ਉਹਨਾਂ ਨੂੰ ਸਮਾਲ ਪੌਕਸ, ਚੇਚਕ ਤੇ ਪਲੇਗ ਦੇ ਟੀਕੇ ਲਾਏ ਗਏ। ਵਾਇਰਸ ਉਹਨਾਂ ਦੇ ਅੰਦਰ ਛੱਡਿਆ ਗਿਆ ਤਾਂ ਕਿ ਉਹਨਾਂ ਉੱਤੇ ਰਿਸਰਚ ਕੀਤਾ ਜਾ ਸਕੇ। ਨਾਜ਼ੀਆਂ ਤੋਂ ਵੱਧ ਜ਼ੁਲਮ ਹੋਇਆ ਹੈ। ਲਗਭਗ 5.5 ਲੱਖ ਸਿਵਲੀਅਨ ਜਿਹੜਾ ਸੀਗਾ ਉਹ ਮਾਰਿਆ ਗਿਆ ਸੀਗਾ। ਔਰ ਇੱਥੋਂ ਤੱਕ ਤਿਆਰੀ ਕਰ ਲਈ ਸੀ ਕਿ ਜਿਹੜੇ ਜਾਪਾਨ ਨੇ ਕਿ ਕੈਲੀਫੋਰਨੀਆ ਦੇ ਅੰਦਰ ਇੱਕ ਸ਼ਹਿਰ ਦੇ ਉੱਤੇ ਉਹਨਾਂ ਨੇ ਬਾਇਓਲੋਜੀਕਲ ਅਟੈਕ ਕਰਨਾ ਸੀ। ਉਹ ਅਟੈਕ ਜਿਹੜਾ ਹੈ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਪਹਿਲਾਂ ਜਿਹੜਾ ਹੈ ਐਟਮ ਛੱਡ ਦਿੱਤਾ ਤੇ ਉਹ ਫੇਲ ਹੋ ਗਿਆ। ਉਹ ਫੇਲ ਹੋ ਗਿਆ, ਨਹੀਂ ਤੇ ਬਹੁਤ ਵੱਡੇ ਪੱਧਰ ਤੇ ਬਿਮਾਰੀ ਫੈਲਾਉਣ ਦੀ ਤਿਆਰੀ ਕਰ ਦਿੱਤੀ ਗਈ ਸੀ। ਅੱਜ ਬੰਦਾ ਕਰ ਰਿਹਾ ਨਾ ਇਹ ਕੁਝ, ਔਰ ਅਸੀਂ ਉਸੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਹੋ ਸਕਦਾ ਹੈ ਹਾਲੇ ਤੱਕ ਇਹਦੀ ਸਟੱਡੀ ਨਹੀਂ ਆਈ, ਪਰ ਬੰਦਾ ਆਪਣੇ ਹੱਥਾਂ ਨਾਲ ਕੀ ਕਰ ਰਿਹਾ, ਕੀ ਦੇਣ ਦੇ ਰਿਹਾ ਸਮਾਜ ਨੂੰ। ਅਸੀਂ ਅੱਜ ਤੱਕ ਕੀ ਦੇਣ ਦਿੱਤੀ ਸਮਾਜ ਦੇ ਅੰਦਰ, ਕੋਈ ਪੋਜ਼ਿਟਿਵ ਦੇਣ ਇਹਨਾਂ ਹੱਥਾਂ ਦੇ ਨਾਲ ਦੇਣ ਦਾ ਆਪਣੇ ਕੰਮਾਂ ਦੇ ਰਾਹੀਂ ਅਸੀਂ ਯਤਨ ਕਰਨਾ ਹੈ। ਪੈਰਾਂ ਦੇ ਨਾਲ ਟੁਰ ਕੇ ਅਸੀਂ ਆਪਣੇ ਚੰਗੇ ਪਾਸੇ ਨੂੰ ਜਾਣਾ ਹੈ ਔਰ ਇਸ ਪੂਰੇ ਬਾਡੀ ਦੇ ਵਿੱਚੋਂ ਅਸੀਂ ਉਹ ਸੇਧ ਲੈਣੀ ਹੈ, ਸਾਡੇ ਇੱਕ ਇੱਕ ਅੰਗ, ਇੱਕ ਇੱਕ ਰੋਮ, ਇੱਕ ਇੱਕ ਸੈੱਲ ਦੇ ਵਿੱਚੋਂ, ਕਿ ਅਸੀਂ ਆਪਣੇ ਲਾਈਫ ਦੇ ਵਿੱਚ ਕਿਸ ਢੰਗ ਦੇ ਨਾਲ ਅਸੀਂ ਅਵੇਅਰ ਹੋ ਸਕਦੇ ਹਾਂ, ਕਿਵੇਂ ਅਸੀਂ ਆਪਣੇ ਆਪ ਨੂੰ ਮੋਟੀਵੇਟਿਡ ਰੱਖ ਸਕਦੇ ਹਾਂ। ਅੱਜ ਦੀ ਤੇ ਜਿਹੜੀ ਸਾਇੰਸਿਸ ਇਹ ਗੱਲ ਕਹਿ ਰਹੀਆਂ ਨੇ, ਪਹਿਲਾਂ IQ ਨੂੰ ਕਿਹਾ ਜਾਂਦਾ ਸੀ ਨਾ, ਅੱਜ EQ ਦੀ ਬਾਤ ਆ ਰਹੀ ਹੈ ਕਿ ਤੁਸੀਂ ਇਮੋਸ਼ਨਲ ਤੌਰ ਦੇ ਉੱਤੇ ਕੁਐਸਚਨ ਜਿਹੜਾ ਹੈ, ਤੁਹਾਡੀ ਇੰਟੈਲੀਜੈਂਸ ਜਿਹੜੀ ਹੈ ਉਹ ਕਿਸ ਢੰਗ ਦੇ ਨਾਲ ਕੰਮ ਕਰ ਰਹੀ ਹੈ। ਤੁਹਾਡੇ ਸਕਸੈਸ ਦੇ ਵਿੱਚ ਸਾਡੇ ਵਿਚਾਰ, ਸਾਡੇ ਇਮੋਸ਼ਨਸ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਕਿ ਅਸੀਂ ਕਿੰਨੇ ਸੈਲਫ ਅਵੇਅਰ ਹਾਂ, ਕਿੰਨੇ ਸੁਚੇਤ ਹਾਂ। ਸਾਨੂੰ ਸੈਲਫ ਅਵੇਅਰ ਹੋਣਾ ਪਵੇਗਾ, ਸੁਚੇਤ ਹੋਣਾ ਪਵੇਗਾ ਆਪਣੇ ਬਾਰੇ। ਸਭ ਤੋਂ ਪਹਿਲਾਂ ਆਪਣੀ ਪੜਚੋਲ ਕਰੋ ਕਿ ਮੈਂ ਕਿੱਥੇ ਖੜਾ ਹਾਂ, ਮੈਂ ਕਿੱਥੇ ਸਟੈਂਡ ਕਰਦਾ ਹਾਂ। ਸੈਲਫ ਅਵੇਅਰ ਹੋਵੋ, ਫਿਰ ਆਪਣੇ ਇਮੋਸ਼ਨਸ ਨੂੰ ਮੈਨੇਜ ਕਰੋ ਆਪਣੇ ਪਰਿਵਾਰਕ ਫਰਜ਼ਾਂ ਦੀ ਪੂਰਤੀ ਕਰਨ ਵਾਸਤੇ, ਕਿ ਕਈ ਇਮੋਸ਼ਨਸ ਜਿਹੜੇ ਬੇਲੋੜੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਮੇਰੀ ਲਾਈਫ ਦੇ ਅੰਦਰ, ਮੈਂ ਉਹਨਾਂ ਨੂੰ ਪਾਣੀ ਨਹੀਂ ਦੇਣਾ, ਉਹਨਾਂ ਨੂੰ ਸਿੰਜਣਾ ਨਹੀਂ, ਉਹਨਾਂ ਇਮੋਸ਼ਨਸ ਨੂੰ ਲਾਂਭੇ ਕਰਨਾ ਹੈ। ਸੈਲਫ ਮੋਟੀਵੇਟਿਡ ਰਹੋ, ਸਵੈ ਆਪਣੇ ਆਪ ਨੂੰ ਮੋਟੀਵੇਸ਼ਨਲ ਤੌਰ ਦੇ ਉੱਤੇ ਕੋਈ ਨਾ ਕੋਈ ਐਸੀ ਵਰਡਿੰਗਸ ਬੋਲੋ, ਜਿਵੇਂ ਗਿਆਨੀ ਜੀ ਸਮਝਾ ਰਹੇ ਸਨ। ਯਾਦ ਕਰੋ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਐਮਪੈਥੈਟਿਕ ਹੋਵੋ, ਐਮਪੈਥੀ ਜੀਵਨ ਵਿੱਚ ਲੈ ਕੇ ਆਓ। ਸਿੰਪਥੀ ਹੈ ਕਿ ਦੂਜੇ ਦੇ ਹਾਲਾਤ ਦੇ ਉੱਤੇ ਤਰਸ ਕਰਨੀ। ਅਸੀਂ ਤਰਸ ਕਰਦੇ ਹਾਂ ਕਿਸੇ ਦੇ ਹਾਲਾਤ ਨੂੰ ਵੇਖ ਕੇ, ਦੂਜੇ ਦੇ ਹਾਲਾਤ ਨੂੰ, ਕਿਸੇ ਦੇ ਗਰੀਬ ਦੇ, ਕਿਸੇ ਦੇ ਰੋਗੀ ਦੇ ਹਾਲਾਤ ਨੂੰ ਵੇਖ ਕੇ ਤਰਸ ਕਰਨਾ। ਪਰ ਐਮਪੈਥੈਟਿਕ ਕੀ ਹੈ ਕਿ ਦੂਜੇ ਦੀ ਤਰਸਯੋਗ ਹਾਲਾਤ ਨੂੰ ਵੇਖ ਕੇ ਆਪਣੇ ਆਪ ਨੂੰ ਉੱਥੇ ਰੱਖ ਦੇਣਾ, ਰੱਖ ਕੇ ਮਹਿਸੂਸ ਕਰਨਾ ਕਿ ਇਹ ਕੀ ਸੋਚਦਾ ਹੋਵੇਗਾ। ਇਸ ਨੂੰ ਕਹਿੰਦੇ ਨੇ ਐਮਪੈਥੀ। ਇਸ ਢੰਗ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਹੈਂਡਲ ਕਰਨਾ ਸਿੱਖੋ ਤਾਂ ਕਿ ਸਾਡੇ ਜੀਵਨ ਦੇ ਵਿੱਚ ਚੇਂਜ ਆ ਸਕੇ ਔਰ ਅਸੀਂ ਇੱਕ ਜਗਤ ਦੇ ਅੰਦਰ ਅਸੀਂ ਆਪਣੀ ਇਸ ਬਾਡੀ ਨੂੰ, ਇਹਦੀ ਕਿਰਿਆ ਨੂੰ ਸਮਝ ਕੇ ਇੱਕ ਨਵੀਨ ਕ੍ਰਾਂਤੀ ਲਿਆ ਸਕੀਏ। ਅੰਤਲੀ ਬੇਨਤੀ ਕਰਕੇ ਮੈਂ ਖਿਮਾ ਦਾ ਜਾ ਚੁੱਕ ਜਾਵਾਂਗਾ। ਇੱਕ ਵੰਨਗੀ ਗੁਰਬਾਣੀ ਦੇ ਵਿੱਚੋਂ ਅਸੀਂ ਲੈ ਸਕਦੇ ਹਾਂ। ਅਸੀਂ ਪੜ੍ਹਦੇ ਹਾਂ ਨਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਦੇਖੋ ਇੱਕ ਵੰਨਗੀ ਹੈ ਨਿੱਕੀ ਜੀ, ਪਾਤਸ਼ਾਹ ਜੀ ਨੇ ਇਸ ਨੂੰ ਦਿੱਤਾ। ਅੱਜ ਮੈਡੀਕਲ ਸਾਇੰਸ ਪ੍ਰੂਵ ਕਰਦੀ ਹੈ ਸਾਡੇ ਗੈਸਟਰੋਲਾ ਦੇ ਲਾਗੇ ਨਾ, ਜਦੋਂ ਭਰੂਣ ਵਿਕਸਿਤ ਹੁੰਦਾ ਹੈ, ਇੱਕ ਐਪੀਟੋਮ ਨਾਮ ਦਾ ਜਿਹੜਾ ਸੈੱਲ ਹੈ ਉਹ ਬਣਦਾ ਹੈ। ਉਸ ਐਪੀਟੋਮ ਦੇ ਵਿੱਚੋਂ ਦੋ ਜਿਹੜੇ ਨੇ ਉਹ ਸੈੱਲ ਟੁੱਟਦੇ ਨੇ, ਦੋ ਨਿਕਲਦੇ ਨੇ। ਉਹਨਾਂ ਨੂੰ ਕਿਹਾ ਜਾਂਦਾ, ਇੱਕ ਦੇ ਨਾਲ ਨੈਫਰੋਟੋਮ ਬਣਦਾ ਹੈ, ਇੱਕ ਮੈਡੂਲਾ ਜਿਹੜਾ ਹੈ ਉਹ ਬਣਦਾ ਹੈ। ਦੋ ਸੈੱਲ ਟੁੱਟਦੇ ਨੇ, ਇੱਕ ਵਿੱਚੋਂ ਗੁਰਦੇ ਬਣਦੇ ਨੇ ਔਰ ਦੂਜੇ ਜਿਹੜੇ ਸੈੱਲ ਟੁੱਟਦੇ ਨੇ ਉਹਨਾਂ ਵਿੱਚੋਂ ਵੀ ਅੱਗੇ ਦੋ ਸੈੱਲ ਹੋਰ ਟੁੱਟਦੇ ਨੇ। ਇੱਕ ਨੂੰ ਕਾਰਟੈਕਸ ਕਿਹਾ ਜਾਂਦਾ, ਇੱਕ ਨੂੰ ਮੈਡੂਲਾ ਕਿਹਾ ਜਾਂਦਾ ਹੈ। ਕਾਰਟੈਕਸ ਜਿਹੜਾ ਹਾਰਮੋਨ ਜੇ ਸੈੱਲ ਪਹਿਲਾਂ ਸਿਕਰੀਟ ਕਰਦਾ ਹੈ, ਉਹ ਜਿਹੜਾ ਭਰੂਣ ਹੈ ਉਹ ਇੱਕ ਇਸਤਰੀ ਦੇ ਰੂਪ ਦੇ ਵਿੱਚ ਆ ਜਾਂਦਾ ਹੈ। ਜੇ ਮੈਡੂਲਾ ਪਹਿਲਾਂ ਹਾਰਮੋਨ ਸਿਕਰੀਟ ਕਰ ਦਿੰਦਾ ਹੈ ਸੈੱਲ, ਤੇ ਉਹ ਜਿਹੜਾ ਭਰੂਣ ਹੈ ਉਹ ਪੁਰਸ਼ ਰੂਪ ਦੇ ਅੰਦਰ ਆ ਜਾਂਦਾ ਹੈ। ਪਰ ਜਿਹੜਾ ਜਦੋਂ ਕਾਰਟੈਕਸ ਸਿਕਰੀਟ ਕੀਤਾ ਨਾ, ਇਸਤਰੀ ਵਾਲਾ ਭਰੂਣ ਜਿਹੜਾ ਹੈ ਉਹ ਹਾਰਮੋਨ ਸਿਕਰੀਟ ਕੀਤਾ, ਇਸਤਰੀ ਰੂਪ ਦੇ ਅੰਦਰ ਸ਼ੇਪ ਆ ਗਈ। ਉਹ ਜਿਹੜਾ ਮੈਡੂਲਾ ਹੈ ਪੁਰਖ ਰੂਪ ਦੇ ਅੰਦਰ ਸ਼ਾਂਤ ਰੂਪ ਦੇ ਵਿੱਚ ਰਹਿੰਦਾ, ਉਹਦੇ ਵਿੱਚ ਹੀ ਹੈ, ਇਸਤਰੀ ਦੇ ਵਿੱਚ। ਤੇ ਜਿਹੜਾ ਬੰਦਾ ਹੈ, ਪੁਰਖ ਹੈ,
ਉਹਦੇ ਅੰਦਰ ਜਦੋਂ ਮੈਡੂਲਾ ਸਕ੍ਰੀਟ ਹੋਇਆ ਉਹ ਪੁਰਸ਼ ਦੇ ਰੂਪ ਦੇ ਵਿੱਚ ਆ ਗਿਆ, ਪਰ ਕਿਤੇ ਕਾਰਟੈਕਸ ਉਹਦੇ ਵਿੱਚ ਹੀ ਪਿਆ, ਇਸਤਰੀ ਰੂਪ ਦਾ ਹਾਰਮੋਨ ਉਹਦੇ ਅੰਦਰ ਮੌਜੂਦ ਹੈ। ਗੁਰਬਾਣੀ ਸਾਨੂੰ ਵੰਗੀ ਦਿੰਦੀ ਹੈ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਸੋ ਇਹ ਕੇਵਲ ਕੁਝ ਵੰਨਗੀਆਂ ਮੈਂ ਆਪ ਜੀ ਦੇ ਸਾਹਮਣੇ ਰੱਖੀਆਂ ਨੇ, ਜਿਹੜੀ ਅਸੀਂ ਆਪਣੇ ਬਾਡੀ ਤੋਂ ਸੇਧ ਲੈ ਕੇ ਸੈਲਫ ਮੋਟੀਵੇਟਿਡ ਹੋ ਸਕਦੇ ਹਾਂ, ਔਰ ਅਸੀਂ ਇਸ ਕਾਇਆ ਅੰਦਰ ਵਸਤ ਅਸੰਖਾਂ, ਜਿਵੇਂ ਬਾਣੀ ਦਾ ਇਹ ਪਾਵਨ ਫਰਮਾਨ ਹੈ ਨਾ ਕਿ ਅਸੰਖਾਂ ਹੀ ਜਿਹੜੇ ਨੇ ਉਹ ਵਸਤਾਂ ਨੇ, ਤੇ ਇਸ ਨੂੰ ਸਮਝਣਾ ਸਾਨੂੰ ਬਣਦਾ ਹੈ। ਪਾਤਸ਼ਾਹ ਜੀ ਨੇ ਬਾਣੀ ਵਿੱਚ ਸਮਝਾਇਆ ਕਿ ਮਨ ਕਰ ਮੱਕਾ ਕਿਬਲਾ ਕਰ ਦੇਹੀ, ਇਹ ਮਸੀਤ ਵੀ ਹੈ ਤੇਰੇ ਵਾਸਤੇ ਨਾ, ਇਹਦਾ ਸਿੱਧ ਦਾ ਕਰ, ਮਨ ਨੂੰ ਮੱਕਾ ਬਣਾ ਕਿਬਲਾ ਕਰ ਦੇਹੀ, ਇਹਦੀ ਜਿਹੜੀ ਪੂਜਾ ਅਰਚਨਾ ਕਰਨਾ ਸ਼ੁਰੂ ਕਰ, ਤੇਰੇ ਅੰਦਰ ਹੀ ਸਾਰਾ ਕੁਝ ਵਸਦਾ ਹੈ। ਹਰ ਮੰਦਰ ਇਹ ਸ਼ਰੀਫ ਸਮਝਾਇਆ ਪਾਤਸ਼ਾਹ ਜੀ ਨੇ, ਸਾਨੂੰ ਸਮਝਾਇਆ ਕਿ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾ ਵਾ। ਸਾਨੂੰ ਸਮਝਾਇਆ ਕਿ ਇਹਦੇ ਅੰਦਰ ਹੀ ਸਾਰਾ ਕੁਝ ਮੌਜੂਦ ਹੈ। ਜੇ ਤੂੰ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ, ਤੇ ਬੜੀ ਆਸਾਨੀ ਦੇ ਨਾਲ ਆਪਣੇ ਅੰਦਰ ਖੋਜ, ਦਿਲ ਮੈਂ ਖੋਜ, ਦਿਲੇ ਦਿਲ ਖੋਜੋ, ਇਹ ਠੌਰ ਮੁਕਾਮਾ। ਇਤਨੇ ਕੁ ਬੇਨਤੀ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਦੀਪਿੰਦਰ ਸਿੰਘ ਜੀ। ਆਪ ਜੀ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਇੰਟੀਫਿਕ ਤੌਰ ਤੇ ਸਾਡਾ ਜਿਹੜਾ ਜੈਨੇਟਿਕ ਸਿਸਟਮ ਹੈ ਉਹਦੇ ਵਿੱਚ ਜਿਹੜਾ ਟੌਪਿਕ ਸੀਗਾ ਕਾਇਆ ਅੰਦਰ ਵਸਤ ਅਸੰਖਾ, ਉਹਦੇ ਬੇਸ ਤੇ ਆਪ ਜੀ ਨੇ ਗੁਰਬਾਣੀ ਦੇ ਆਧਾਰ ਤੇ ਵੀ ਸਾਰੀਆਂ ਉਦਾਹਰਣਾਂ ਦੇ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਆਪ ਜੀ ਨੇ ਸਮਝਾਇਆ ਹੈ। ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੇ ਸਾਰੀ ਗੱਲ ਸਮਝ ਕੇ ਅੱਜ ਆਪਣੇ ਵਿਚਾਰ ਦੇਣਗੇ ਕਿ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਗਿਆਨੀ ਜੋ ਵੀ ਉਹਨਾਂ ਨੇ ਵਿਚਾਰ ਦਿੱਤੇ ਆ, ਤੇ ਉਹਦੇ ਵਿੱਚ ਅਸੀਂ ਆਵਾਂਗੇ 2 ਮਿੰਟ ਦੇ ਵਿੱਚ। ਤੇ 1-2 ਬੇਨਤੀਆਂ ਜੀ। ਤੇ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਸਾਡੇ ਨਾਲ ਜਿੰਨੇ ਵੀ ਸਰੋਤੇ ਜੁੜੇ ਹੋ ਆ ਨਾ, ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਜਦੋਂ ਕਥਾ ਹੁੰਦੀ ਹੋਵੇ ਉਹਦੇ ਵਿੱਚ ਪਲੀਜ਼ ਟਿਕ ਕੇ ਬੈਠਣ ਦੀ ਕੋਸ਼ਿਸ਼ ਕਰੋ। ਜਦੋਂ ਤੁਹਾਡੀ ਵੀਡੀਓ ਦੇ ਵਿੱਚ ਤੁਹਾਡੀ ਮੂਵਮੈਂਟ ਆਉਂਦੀ ਹੈ ਨਾ, ਤਾਂ ਉਹਦੇ ਵਿੱਚ ਡਿਸਟਰਬੈਂਸ ਆਉਣ ਲੱਗ ਪੈਂਦੀ ਆ। ਜਿਹੜੇ ਬਾਕੀ ਦੇ ਸਰੋਤੇ ਆ ਉਹਨਾਂ ਦੀ ਜਿਹੜੀ ਲਿਸਨਿੰਗ ਪਾਵਰ ਹੁੰਦੀ ਉਹ ਉੱਥੋਂ ਦੇ ਵਿੱਚ ਚਲੀ ਜਾਂਦੀ ਹੈ, ਤਾਂ ਇਸ ਕਰਕੇ ਡਿਸਟਰਬੈਂਸ ਆਉਂਦੀ ਹੈ। ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਟਿਕ ਕੇ ਕਥਾ ਸੁਣਿਆ ਕਰੋ। ਬਹੁਤ ਬਹੁਤ ਧੰਨਵਾਦ। ਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਨਾਲ ਕਾਫੀ ਹੋਰ ਵੀ ਸਰੋਤੇ ਜੁੜੇ ਆ। ਕੁਛ ਦੇ ਨਾਂ ਜਿਹੜੇ ਸਾਡੇ ਸਾਹਮਣੇ ਆਏ ਆ। ਇੱਕ ਤਾਂ ਭਾਈ ਜਗਜੀਤ ਸਿੰਘ ਜੀ ਇੰਡੀਆ ਤੋਂ, ਨੈਨੀਤਾਲ ਤੋਂ, ਉਹਨਾਂ ਦੇ ਨਾਲ ਮਾੜੀ ਜਿਹੀ ਪਹਿਲਾਂ ਵੀ ਗੱਲ ਹੋਈ ਸੀ। ਬਹੁਤ ਬਹੁਤ ਧੰਨਵਾਦ ਜੀ, ਵੈਲਕਮ। ਤੇ ਹੋਰ ਵੀ ਹੈਗੇ ਆ, ਜਿੱਦਾਂ ਸਾਡੇ ਕੋਈ ਇੰਡੀਆ ਤੋਂ ਸ਼ਾਇਦ ਹੈਗੇ ਆ ਜੀ। ਇੱਕ ਲਿਖਿਆ ਹੈਗਾ Vivo 1807 ਫੋਨ, ਤੇ ਉਹ ਤੇ ਜੁਝਾਰ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ, ਹੋਰ ਵੀ ਜਿਨ੍ਹਾਂ ਦੇ ਨਾਂ ਨਹੀਂ ਲੈ ਸਕਿਆ, ਤੇ ਸੌਰੀ ਆ ਉਹਨਾਂ ਵਾਸਤੇ। ਪਰ ਹੁਣ ਮੈਂ ਇਹ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਵੀ ਕੋਈ ਅੱਜ ਦੀ ਕਥਾ ਬਾਰੇ ਕੋਈ ਆਪਣੇ ਵਿਚਾਰ ਰੱਖਣੇ ਹੋਣ, ਗਿਆਨੀ ਜੀ ਨੂੰ ਪੁੱਛਣੇ ਹੋਣ, ਤੇ ਉਹ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਆ ਜਾਓ। ਮੈਂ ਦੇਖਦਾ ਤਾਂ ਮੈਂ ਉਹਨਾਂ ਨੂੰ ਕਹਿ ਲਊਂਗਾ। ਸਭ ਤੋਂ ਪਹਿਲਾਂ ਮੈਂ ਆਪਣੇ ਭਾਈ ਸਾਹਿਬ ਗਿਆਨੀ ਮੋਹਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਕੁਝ ਆਪਣੇ ਵਿਚਾਰ ਦੇਣੇ ਤਾਂ ਆ ਜਾਓ। ਹਾਂ, ਤੁਸੀਂ ਅਨਮਿਊਟ ਹੋ ਜਾਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦੀਪਿੰਦਰ ਸਿੰਘ ਜੀ, ਬਹੁਤ ਸੁੰਦਰ ਵਿਚਾਰ ਸੀ ਤੁਹਾਡੇ, ਔਰ ਗੁਰਬਾਣੀ ਸਾਨੂੰ ਬਹੁਤ ਚੰਗੀ ਸੇਧ ਦਿੰਦੀ ਹੈ। ਜੇਕਰ ਗੁਰਬਾਣੀ ਨੂੰ ਸਾਡੇ ਪ੍ਰਚਾਰਕ ਵੀਰਾਂ ਨੇ ਇਸ ਐਂਗਲ ਤੋਂ ਵਿਚਾਰਿਆ ਹੁੰਦਾ ਤਾਂ ਸਿੱਖ ਧਰਮ ਦੇ ਅੰਦਰ ਸਭ ਤੋਂ ਜ਼ਿਆਦਾ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ ਪੈਦਾ ਹੋਣੇ ਚਾਹੀਦੇ ਸੀ। ਔਰ ਹਕੀਕਤ ਹੈ ਕਿ ਜੇ ਅਸੀਂ ਗੁਰਬਾਣੀ ਨੂੰ ਇਸ ਐਂਗਲ ਤੋਂ ਵਿਚਾਰੀਏ, ਔਰ ਜੋ ਸਾਨੂੰ ਕਥਾ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਨਰਕ ਦੀਆਂ, ਸਵਰਗ ਦੀਆਂ, ਅਗਲੇ ਪਿਛਲੇ ਜਨਮਾਂ ਦੀਆਂ ਔਰ ਕਰਮ ਕਾਂਡਾਂ ਦੀਆਂ, ਉਹਨਾਂ ਵਿੱਚੋਂ ਅਸੀਂ ਨਿਕਲ ਕੇ ਜੇ ਆਪਣੇ ਬੱਚਿਆਂ ਨੂੰ ਅਸੀਂ ਇਸ ਐਂਗਲ ਤੋਂ ਗੁਰਬਾਣੀ ਨੂੰ ਸਮਝਣ ਵਾਸਤੇ ਪ੍ਰੇਰੀਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੂਰੀ ਦੁਨੀਆ ਦੇ ਉੱਤੇ ਸਿੱਖ ਧਰਮ ਦੇ ਵਿੱਚੋਂ ਪੈਦਾ ਹੋਏ ਜਿਹੜੇ ਬੱਚੇ ਨੇ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ, ਮਨੋਚਿਕਿਤਸਕ ਹੋ ਸਕਦੇ ਨੇ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਅੰਦਰ ਹੈ, ਲੇਕਿਨ ਸਾਨੂੰ ਇਸ ਲੈਵਲ ਦੇ ਪ੍ਰਚਾਰਕ ਜੋ ਨੇ ਉਹ ਪੈਦਾ ਕਰਨੇ ਪੈਣਗੇ। ਔਰ ਜਿਹੜੇ ਇਸ ਐਂਗਲ ਤੋਂ ਪ੍ਰਚਾਰਕ ਵੀਰ ਪ੍ਰਚਾਰ ਕਰਨ ਕਰ ਰਹੇ ਨੇ, ਉਹਨਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ। ਔਰ ਉਹਨਾਂ ਨੂੰ ਸਟੇਜਾਂ ਦੇ ਉੱਤੇ ਜੇਕਰ ਅਸੀਂ ਵਕਤ ਦਿੰਦੇ ਹਾਂ, ਉਹ ਜਨਤਾ ਦੇ ਵਿੱਚ ਬੋਲਦੇ ਨੇ, ਤਾਂ ਇਹਨਾਂ ਚੀਜ਼ਾਂ ਦਾ ਪ੍ਰਚਾਰ ਔਰ ਪ੍ਰਸਾਰ ਹੋਏਗਾ। ਤੇ ਭਾਈ ਦੀਪਿੰਦਰ ਸਿੰਘ ਜੀ, ਮੈਂ ਆਪ ਜੀ ਦੇ ਸਾਹਮਣੇ ਵੀ ਬੇਨਤੀ ਕਰਾਂਗਾ ਕਿ ਜੋ ਤੁਹਾਡਾ ਟੌਪਿਕ ਸੀ ਬਹੁਤ ਵਧੀਆ ਸੀ,
ਜੇ ਤੁਸੀਂ ਕਿਸੇ ਸਟੂਡੀਓ ਦੇ ਅੰਦਰ ਜਾ ਕੇ ਇਹਨੂੰ ਰਿਕਾਰਡ ਕਰਾ ਕੇ ਇੱਕ CD ਬਣਾ ਕੇ ਜੇਕਰ ਵੰਡੋ ਤਾਂ ਇਹ ਹੋਰ ਬਹੁਤ ਜ਼ਿਆਦਾ ਬਿਹਤਰ ਹੋਏਗਾ। ਇਹਨਾਂ ਕੁਛ ਕਹਿੰਦਾ ਖਿਮਾ ਦਾ ਜਦ ਤੱਕ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਆਪਣੇ ਇਹਨੇ ਵਡਮੁੱਲੇ ਵਿਚਾਰ ਜੋ ਨੇ ਸਾਡੇ ਸਾਹਮਣੇ ਰੱਖੇ। ਵਾਹਿਗੁਰੂ ਜੀ ਕਾ ਖਾਲਸਾ। ਬਿਲਕੁਲ ਸਹੀ ਜੀ, ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕੁਛ ਸੰਗਤਾਂ ਦੇ ਮੈਂ ਦੇਖ ਰਿਹਾ ਕਿ ਅਨਮਿਊਟ ਹੋਏ ਹੋ ਆ। ਸਭ ਤੋਂ ਪਹਿਲਾਂ ਮੇਰੀ ਸਕਰੀਨ ਤੇ ਨਜ਼ਰ ਆਉਂਦੇ ਜਗਜੀਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਤੁਸੀਂ ਅਨਮਿਊਟ ਆ। ਬਹੁਤ ਜੀ ਧੰਨਵਾਦ ਵੀਰ ਜੀ ਦਾ, ਬਹੁਤ ਬਹੁਤ ਦਪਿੰਦਰ ਸਿੰਘ ਦਾ ਤੇ ਆਪ ਜੀ ਦਾ ਵੀ ਬਹੁਤ ਵਿਚਾਰ। ਦਪਿੰਦਰ ਸਿੰਘ ਜੀ ਸਾਡੇ ਸ਼ੁਕਰਾਨੇ ਵੀ ਆ ਚੁੱਕੇ ਨੇ ਔਰ ਅਕਸਰ ਉਹਨਾਂ ਦੀ YouTube ਤੇ ਅਸੀਂ ਵੀਡੀਓਜ਼ ਸੁਣਦੇ ਰਹਿੰਦੇ ਹਾਂ। ਬਹੁਤ ਸੋਹਣੇ ਜਿਸ ਤਰ੍ਹਾਂ ਉਹਨੇ ਵੀਰ ਜੀ ਨੇ ਦੱਸਿਆ ਸਾਇੰਟੀਫਿਕ ਵਿਚਾਰ ਹੁੰਦੇ ਨੇ ਔਰ ਇੱਕ ਅਲੱਗ ਐਂਗਲ ਹੁੰਦਾ ਹੈ ਵੀਰ ਜੀ ਦੀ ਕਥਾ ਦਾ। ਬਹੁਤ ਅੱਛਾ ਲੱਗਦਾ ਹੈ। ਗੁਰੂ ਪਾਤਸ਼ਾਹ ਨੇ ਉੱਤੇ ਹੋਰ ਕਿਰਪਾ ਕਰਨ ਜੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਵੀਰ ਜੀ, ਧੰਨਵਾਦ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵੀ। ਤੁਸੀਂ ਪਹਿਲਾਂ ਵੀ ਉਹਨਾਂ ਨੂੰ ਸੁਣਦੇ ਆ, ਤੁਸੀਂ ਜੁੜੇ ਹੋ ਉਹਨਾਂ ਦੇ ਨਾਲ ਤੇ ਬਹੁਤ ਚੰਗੀ ਗੱਲ ਹੈ ਜੀ। ਤੇ ਸਤਿੰਦਰ ਸਿੰਘ ਜੀ, ਤੁਸੀਂ ਵੀ ਹੁਣੇ ਅਨਮਿਊਟ ਹੋਏ ਆ, ਤੁਸੀਂ ਚੈੱਕ ਕਰ ਲਓ, ਤੁਹਾਡਾ ਸਾਰਾ ਸਿਸਟਮ ਚੀਜ਼ਾਂ ਚੱਲ ਰਿਹਾ ਜੀ ਅੱਜ। ਹੈਲੋ, ਹਾਂਜੀ ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਤੇ ਮੈਨੂੰ ਇੱਕ ਤਾਂ ਸਵਾਲ ਸੀਗਾ ਭਾਈ ਸਾਹਿਬ ਜੀ ਨੂੰ। ਭਾਈ ਸਾਹਿਬ ਜੀ ਥੈਂਕ ਯੂ ਵੈਰੀ ਵੈਰੀ ਮੱਚ ਜਿਹੜਾ ਤੁਸੀਂ ਜਿਸ ਹਿਸਾਬ ਨਾਲ ਦੱਸਿਆ ਹੈ। ਤੇ ਭਾਈ ਸਾਹਿਬ ਜੀ ਜਿਹੜਾ ਸਾਡੀ ਗੁਰਬਾਣੀ ਦੇ ਵਿੱਚ ਪਿੱਤਰ ਦੱਸਦੇ ਨੇ, ਤੇ ਕਿਆ ਉਹ ਪਿੱਤਰ ਹੀ ਸਾਡਾ DNA ਹੈਗਾ? ਜਿੱਦਾਂ ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਏ। ਹਾਂ ਨਹੀਂ, ਜਿਸ ਤਰ੍ਹਾਂ ਉਹ ਨਾ ਪਿਤਰੀ ਹੋਏ ਉਧਾਰੋ। ਨਹੀਂ, ਪਿਤਰੀ ਉਹ ਉੱਥੇ ਲਫ਼ਜ਼ ਜਿਹੜਾ ਸਾਡੇ ਬਜ਼ੁਰਗਾਂ ਵਾਸਤੇ ਵਰਤਿਆ ਗਿਆ ਹੈ ਉਹ DNA ਦੀ ਗੱਲ ਨਹੀਂ ਹੈ। ਉਹਦੇ ਵਿੱਚ ਪ੍ਰੋਪਰ ਇੱਕ ਸਾਡੇ ਪਿਤਰਾਂ ਦੀ ਬਜ਼ੁਰਗਾਂ ਦੀ ਗੱਲ ਕੀਤੀ ਗਈ। ਅੱਛਾ, ਠੀਕ ਹੈ ਠੀਕ ਹੈ। ਬਾਕੀ ਦੂਸਰਾ ਜਿਹੜਾ ਮੈਨੂੰ ਅੱਜ ਇੱਕ ਬਣ ਗਈ ਹੁੰਦੀ ਹੈ ਇੱਕ ਕਿ ਮੇਰੇ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਕਿ ਸਾਡਾ ਜਿਹੜਾ DNA ਕਿਸੇ ਨਾਲ ਮੈਚ ਨਹੀਂ ਕਰਦਾ। ਇਸ ਧਰਤੀ ਉੱਤੇ 7 ਅਰਬ ਬੰਦਾ ਹੈ ਤੇ 7 ਅਰਬ ਦੇ ਵਿੱਚੋਂ ਸਾਡਾ DNA ਕਿਸੇ ਇੱਕ ਵੀ ਬੰਦੇ ਨਾਲ ਮੈਚ ਨਹੀਂ ਕਰਦਾ। ਬਿਲਕੁਲ ਠੀਕ ਹੈ, ਨਵੀਨ ਬਿਲਕੁਲ ਠੀਕ ਹੈ। ਤੇ ਦੂਸਰਾ ਇੱਕ ਜਿਹੜਾ ਮੈਨੂੰ ਅੱਜ ਇਸ ਟੌਪਿਕ ਤੋਂ ਸਮਝ ਆਇਆ ਉਹ ਇਹ ਹੈ ਕਿ ਗੁਰਬਾਣੀ ਨੂੰ ਮੁੱਖ ਰੱਖਦਿਆਂ ਮੇਰੀ ਵਿਜ਼ਨਸ ਰਾਈਟ ਹੋਣੇ ਚਾਹੀਦੀਆਂ ਨੇ, ਮੇਰੀ ਸਪੀਚ ਰਾਈਟ ਹੋਣੀ ਚਾਹੀਦੀ ਹੈ, ਮੇਰੇ ਐਕਸ਼ਨ ਰਾਈਟ ਹੋਣੇ ਚਾਹੀਦੇ ਨੇ ਤੇ ਮੇਰੀ ਅੰਡਰਸਟੈਂਡਿੰਗ ਰਾਈਟ ਹੋਣੀ ਚਾਹੀਦੀ ਜੀ। ਠੀਕ ਹੈ ਸਰ, ਠੀਕ ਜੀ, ਥੈਂਕ ਯੂ ਗਿਆਨੀ ਸਰ। ਅਸੀਂ ਰਿਕੁਐਸਟ ਕਰਨੇ ਤੁਸੀਂ ਹੋਰ ਸਾਡੇ ਨਾਲ ਜੁੜੇ ਰਹੋ। ਹਾਂਜੀ, ਥੈਂਕ ਯੂ ਧੰਨਵਾਦ ਜੀ, ਧੰਨਵਾਦ, ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ। ਅਸੀਂ ਕੋਸ਼ਿਸ਼ ਕਰਾਂਗੇ ਜੀ ਸਤਿੰਦਰ ਸਿੰਘ ਜੀ ਇਹਨਾਂ ਨੂੰ ਫੇਰ ਲਿਆਉਣ ਦੀ, ਇਹਨਾਂ ਦੇ ਨਾਲ ਗੱਲਬਾਤ ਕਰਕੇ ਫੇਰ ਇਹਨਾਂ ਦੇ ਨਾਲ ਬੇਨਤੀ ਕਰਾਂਗੇ। ਤੇ ਹੁਣ ਸਤਨਾਮ ਸਿੰਘ ਜੀ, ਤੁਸੀਂ ਵੀ ਅਨਮਿਊਟ ਆ, ਤੁਸੀਂ ਵੀ ਕੁਝ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। आपने बहुत अच्छा सुंदर टॉपिक लिया, काया अंदर अनेक वास्ते जी। बंदा कित्थों आंदा, कित्थे गया, मन किस तरह काम करदा, मन अंदर चंगे विचार माड़े विचार आउंदे हन। चंगे विचार सरवण करने चाहिए हैं अते चंगे विचार सरवण करके ही अपना जीवन सफल कर सकते हैं। मन जीते जग जीत, जिन्हें मन जीत लिया उन्हें जग जीत लिया। ये आपने बहुत अच्छी तरह से दस्या। ਤੇ ਗਿਆਨੀ ਜੀ ਨਾਲੇ ਆਪ ਕਥਾਵਾਚਕ ਦੇ ਨਾਲ ਡਾਕਟਰ ਵੀ ਜ਼ਿਆਦਾ ਲੱਗਦੇ ਆ ਤੁਸੀਂ, ਤੇ ਬਹੁਤ ਅੱਛੀ ਗੱਲ ਹੈ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਮਿਹਰਬਾਨੀ ਬਹੁਤ ਬਹੁਤ ਤੁਹਾਡੀ ਜੀ। ਹਾਂਜੀ, ਗੁਰਚਰਨ ਸਿੰਘ ਜੀ ਕੇਸੀ, ਤੁਸੀਂ ਵੀ ਅਨਮਿਊਟ ਹੋ, ਜੇ ਕੁਝ ਪੁੱਛਣਾ ਤਾਂ ਕੋਈ ਕਮੈਂਟ? ਹਾਂਜੀ, ਵੈਸੇ ਮੈਂ ਰੁਪਿੰਦਰ ਸਿੰਘ ਦੀ ਨੌਲੇਜ ਦੀ ਪ੍ਰਸ਼ੰਸਾ ਕਰਨੀ ਚਾਹੁੰਦਾ ਹਾਂ ਕਿ ਪਹਿਲਾਂ ਤਾਂ ਮਾਫੀ ਮੰਗਦਾ ਕਿ ਵੀ ਮੈਂ ਥੋੜਾ ਜਿਹਾ ਲੇਟ ਜੁਆਇਨ ਕੀਤਾ। ਲੈਪਟਾਪ ਤੇ ਥੋੜੀ ਪ੍ਰੋਬਲਮ ਸੀ, ਉਦੋਂ ਐਵੋਲੂਸ਼ਨ ਬਾਰੇ ਇਹ ਗੱਲ ਕਰ ਰਹੇ ਸੀ। ਮੈਂ ਇਹਨਾਂ ਨੌਲੇਜ ਦੀ ਕਰਦਾ ਕਿ ਵੀ ਨਹੀਂ ਕਾਫੀ ਕੁਛ ਰਿਸਰਚ ਕੀਤਾ ਆ ਜਾਂ ਪੜ੍ਹਿਓ ਆ, ਤੇ ਇਨੀ OCD ਬਾਰੇ ਵੀ ਕਿਹਾ। ਸਾਡੇ ਵੈਸੇ ਇਹ ਇੱਥੇ ਸਮਾਜ ਦੇ ਵਿੱਚ ਪਰਿਵਾਰਾਂ 'ਚ ਬਹੁਤ ਇਹ ਬਿਮਾਰੀ ਹੈਗੀ ਆ, ਤੇ ਜਿਨ੍ਹਾਂ ਦਾ ਮੈਂ 1-2 ਵਾਰ ਪਰਿਵਾਰਾਂ ਨੂੰ ਕਿਹਾ ਵੀ, ਉਨੀ ਥਾਂ ਤੇ ਮੇਰਾ ਉਲਟਾ ਗੁੱਸਾ ਕਰ ਲਿਆ ਕਿ ਵੀ ਇਹ ਸਾਨੂੰ ਉਲਟੀ ਗੱਲ ਕਹਿ ਰਿਹਾ ਆ। ਤੇ ਇਸ ਲਈ OCD ਬਾਰੇ ਵੀ ਸਾਨੂੰ ਸਮਝਣ ਦੀ ਬਹੁਤ ਲੋੜ ਆ ਸਾਡੇ ਸਮਾਜ ਦੇ ਵਿੱਚ। ਦੂਜਾ, ਤੁਸੀਂ ਲੱਗਦਾ ਕਿ ਵੀ ਫਰੋਇਡ ਦੀ ਜਿਹੜੀ ਕਿਤਾਬ ਆ ਉਹ ਵੀ ਕਾਫੀ ਬਰੀਕੀ ਦੇ ਨਾਲ ਪੜ੍ਹੀ ਆ।
ਉਸ ਕੰਦੇ ਆਜ਼ਮ ਦਾ ਤੁਸੀਂ ਜ਼ਿਕਰ ਕੀਤਾ, ਉਹ ਵਾਕਿਆ ਹੀ ਜਿਹੜੀ ਗਿਆਨੀ ਮੋਹਨ ਸਿੰਘ ਹੋਣੀ ਪੋਜ਼ਿਟਿਵ ਦੀ ਗੱਲਾਂ ਨਹੀਂ ਆ, ਜਾਂ ਤੁਸੀਂ ਕਹੀਆਂ ਕਿ ਵੀ ਇਨਸਾਨ ਨੂੰ ਸਦਾ ਪੋਜ਼ਿਟਿਵ ਹੋਣਾ ਚਾਹੀਦਾ। ਸਿਕੰਦਰ ਆਜ਼ਮ ਜਦੋਂ ਸੌਣ ਲੱਗਾ ਕਿ ਨਾ, ਉਹਨੂੰ ਸੀਗਾ ਕਿ ਵੀ ਮੈਂ ਸਵੇਰ ਨੂੰ ਲੜਨਾ ਆ, ਤੇ ਉਹਨੂੰ ਉਹ ਸੁਪਨੇ ਦੇ ਸਬਕੌਂਸ਼ੀਅਸ ਮਾਈਂਡ ਦੀ, ਤੇ ਤੁਸੀਂ ਕੌਂਸ਼ੀਅਸ ਮਾਈਂਡ ਦੀ ਗੱਲ ਕੀਤੀ ਸੀਗੀ, ਉਹਨੂੰ ਉਹ ਸੁਪਨਾ ਹੀ ਆਇਆ ਕਿ ਵੀ ਮੈਂ ਇਸ ਤਰੀਕੇ ਦੇ ਨਾਲ ਨਾ ਲੜਾਈ ਸਵੇਰ ਨੂੰ ਲੜਨੀ ਆ। ਉਹੋ ਹੀ ਗੱਲ ਹੋਈ, ਉਹ ਸਵੇਰ ਨੂੰ ਸੁੱਤਾ ਉੱਠਿਆ ਤੇ ਉਹ ਲੜਾਈ ਲੜੀ, ਉਹ ਜਿੱਤ ਗਿਆ। ਉਹ ਸੀ ਉਹਦੇ ਦਿਨ ਦੀ ਪੋਜ਼ਿਟਿਵ ਥਿੰਕਿੰਗ ਜੀ। ਹਾਂਜੀ, ਇਹੀ ਗੱਲ ਸੀ ਨਾ। ਮੈਂ ਤਾਂ ਤੁਹਾਡੀ ਪ੍ਰਸ਼ੰਸਾ ਕਰਦਾ ਕਿ ਜਿਹੜਾ ਤੁਹਾਡੇ ਕੋਲ ਬਾਇਓਲੋਜੀਕਲ ਨੌਲੇਜ ਵੀ ਹੈਗਾ ਕਿ ਨਾ, ਬਹੁਤ ਕੀਮਤੀ ਹੈ, ਇਸ ਗੁਰਬਾਣੀ ਦੇ ਨਾਲ ਜੋੜਿਆ, ਤੇ ਬਹੁਤ 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 ਮਿਹਰਬਾਨੀ ਜਾਣਕਾਰੀ ਦੇਣ ਵਾਸਤੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਗੁਰਚਰਨ ਸਿੰਘ ਜੀ। ਮੈਂ ਹੁਣ ਆਪਣੇ ਗੁਰਮੁਖ ਸਿੰਘ ਜੀ, ਤੁਸੀਂ ਕੁਝ ਪੁੱਛਣਾ, ਕੁਝ ਐਡ ਕਰਨਾ ਹੋਵੇ? ਨਹੀਂ, ਠੀਕ ਹੈ ਜੀ। ਹੋਰ ਮੈਨੂੰ ਕੋਈ ਲੱਗਦਾ ਤਾਂ ਹੈ ਨਹੀਂ ਜੀ ਅਨਮਿਊਟ। ਜੇ ਕੋਈ ਹੈਗਾ ਤਾਂ ਪਲੀਜ਼ ਹੁਣ ਅਨਮਿਊਟ ਕਰਕੇ ਤੁਸੀਂ ਆ ਜਾਓ, ਨਹੀਂ ਤਾਂ ਇੱਥੇ ਸਮਾਪਤੀ ਕਰ ਦੇਣੀ ਆ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਆਓ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਵੀਰ ਜੀ, ਕੀ ਹਾਲ ਹੈ? ਸਭ ਠੀਕ? ਹਾਂਜੀ ਹਾਂਜੀ, ਵਧੀਆ ਵਧੀਆ, ਚੜ੍ਹਦੀ ਕਲਾ। ਛੋਟੀ ਜੀ ਮੈਂ ਗੱਲ ਪੁੱਛਣਾ ਚਾਹੁੰਦਾ ਸੀਗਾ ਤੁਹਾਨੂੰ। ਹਾਂਜੀ ਭਾਜੀ, ਜਿਹੜੀ ਤੁਸੀਂ ਗੱਲ ਕਹੀ ਕਿ ਬਈ ਮਾਨਸਿਕ ਰੋਗੀ ਨੂੰ ਆਪਾਂ ਮਾੜੇ ਕੰਮ ਕਰਨ ਵਾਲਾ ਕਹਿ ਸਕਦੇ ਆ, ਉਹ ਵੀ ਮਾਨਸਿਕ ਰੋਗੀ ਹੋਇਆ ਇੱਕ ਤਰ੍ਹਾਂ ਦਾ? ਹਾਂਜੀ, ਮੈਂ ਕਿਹਾ ਜਿਹੜਾ ਮਾੜੇ ਕੰਮ ਕਰਦਾ ਹੈ ਉਹ ਵੀ ਮਾਨਸਿਕ ਰੋਗੀ ਗਿਣਿਆ ਜਾਂਦਾ ਭਾਜੀ? ਨਹੀਂ, ਮਾਨਸਿਕ ਰੋਗ ਇੱਕ ਅਲੱਗ ਨਿਸ਼ਾਨੀਆਂ ਨੇ ਮਾਨਸਿਕ ਰੋਗਾਂ ਦੀਆਂ। ਮਾੜੇ ਕੰਮ ਕਰਨੇ ਔਰ ਮਾਨਸਿਕ ਰੋਗ ਇੱਕ ਵੱਖਰੀਆਂ ਬਣ ਗਈਆਂ ਨੇ। ਮਾਨਸਿਕ ਰੋਗ ਦੇ ਅੰਦਰ ਬਹੁਤ ਸਾਰੇ ਐਸੇ ਪ੍ਰੋਬਲਮਸ ਆ ਜਾਂਦੀਆਂ ਨੇ ਜਿਹਦੇ ਵਿੱਚ ਅਸੀਂ ਅੱਜ ਇੱਕ ਸਟੱਡੀ ਵੀ ਆ ਰਹੀ ਹੈ ਕਿ ਜਿਹੜਾ ਖਾਸ ਤੌਰ ਤੇ ਕੋਈ ਮਾਨਸਿਕ ਰੋਗ ਦਾ ਸ਼ਿਕਾਰ ਹੈ ਨਾ, ਤੇ ਜੇ ਉਹਦੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਨੂੰ ਇਨੋਸੈਂਟ ਮੰਨਿਆ ਜਾਵੇ। ਕਿਤੇ ਇਹ ਸਟੱਡੀ ਵੀ ਆ ਰਹੀ ਹੈ। ਠੀਕ ਹੈ। ਹਾਂ, ਇਹ ਉਹਦੇ ਉੱਤੇ ਡਿਪੈਂਡ ਕਰਦਾ ਹੈ, ਉਹਦੀ ਪ੍ਰੋਬਲਮ ਉੱਤੇ ਡਿਪੈਂਡ ਕਰਦਾ। ਅੱਛਾ ਭਾਜੀ, ਦੂਸਰਾ ਇੱਕ ਸਵਾਲ ਮੇਰੇ ਮਨ ਚ ਸੀ। ਤੁਸੀਂ ਇਨ ਦਾ ਐਂਡ ਕਥਾ ਦੇ ਇਹ ਗੱਲ ਆਖੀ ਕਿ ਕ੍ਰਿਤਰਿਮ ਰੋਗ ਵੀ ਬਣਾਇਆ ਜਾ ਸਕਦਾ, ਜਿਸ ਤਰ੍ਹਾਂ ਇੰਜੈਕਟ ਕਰਕੇ। ਤੇ ਕਿਆ ਆਪਾਂ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਰੋਗ ਕਰੋਨਾ ਚੱਲ ਰਿਹਾ, ਕਿਆ ਉਹ ਇੱਕ ਤਰ੍ਹਾਂ ਦਾ ਕ੍ਰਿਤਰਿਮ ਰੋਗ ਹੈ? ਨਹੀਂ, ਕ੍ਰਿਤਰਿਮ ਰੋਗ ਨਹੀਂ ਹੈ, ਨੇਚਰ ਦੇ ਵਿੱਚ ਪਹਿਲਾਂ ਹੀ ਪਏ ਹੋਏ, ਪਰ ਉਹਨਾਂ ਨੂੰ ਅਣਮਨੁੱਖ ਜਿਹੜੇ ਤਸੀਹੇ ਦਿੱਤੇ ਗਏ ਸੀ ਉਹਦੀ ਗੱਲ ਕੀਤੀ ਸੀ। ਅੱਜ ਦਾ ਕੋਈ ਉਹਦੇ ਨਾਲ ਟੌਪਿਕ ਕਰੋਨਾ ਨਾਲ, ਉਹਦਾ ਕੋਵਿਡ ਨਾਲ ਕੋਈ। ਠੀਕ ਹੈ, ਠੀਕ ਹੈ ਭਾਜੀ, ਮੇਰਾ ਇਹੀ ਸਵਾਲ ਸੀਗਾ। ਥੈਂਕ ਯੂ। ਹਾਂਜੀ ਹਾਂਜੀ, ਠੀਕ ਹੈ ਜੀ। ਸਾਡੇ ਨਾਲ ਦੋ ਹੋਰ ਹੈਗੇ ਆ, ਅਨਮਿਊਟ ਹੋਇਓ। ਇੱਕ ਭਾਈ ਸਾਹਿਬ ਸ਼ਾਇਦ ਇੰਡੀਆ ਤੋਂ, ਮੈਨੂੰ ਪਤਾ ਨਹੀਂ, 5EF89AFF, ਉਹਨਾਂ ਦਾ ਨਾਂ ਹੋਰ ਕੋਈ ਨਹੀਂ ਆਇਆ। ਜੇ ਤੁਸੀਂ ਕੋਈ ਗੱਲ ਕਰਨੀ ਜੀ, ਤੁਸੀਂ ਅਨਮਿਊਟ ਹੈ ਇਸ ਵੇਲੇ, ਨਹੀਂ ਕਰਨੀ। ਨਰਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਲੈਕਚਰ ਤੋਂ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਵਲੀ ਤੇ ਨੌਲੇਜ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਜੀ। ਸਾਨੂੰ ਜਿਵੇਂ ਪਹਿਲੇ ਭਾਈ ਸਾਹਿਬ ਜੀ ਨੇ ਕਿਹਾ ਵੀ ਇਹੋ ਜਿਹੇ ਪ੍ਰਚਾਰਕਾਂ ਦੀ ਬਹੁਤ ਹੀ ਜ਼ਰੂਰਤ ਹੈਗੀ ਹੈ ਜਿਹੜੇ ਨਵੀਂ ਸੇਧ ਦੇ ਸਕਣ ਸਾਡੀ ਜਨਰੇਸ਼ਨ ਨੂੰ, ਕਿਉਂਕਿ ਹੁਣ ਜਨਮਾਂਤਰਾਂ ਤੋਂ ਲੈ ਕੇ ਕਈ ਜਨਰੇਸ਼ਨਸ ਤੋਂ ਇਹ ਨਾ ਗੁਰਬਾਣੀ ਦੇ ਅਰਥ ਹੀ ਬਦਲ ਦਿੱਤੇ ਗਏ ਹੈ। ਜੋ ਹੋਣਾ ਚਾਹੀਦਾ ਸੀਗਾ ਉਹ ਨਹੀਂ ਹੋਇਆ। ਸੋ ਸਾਰੇ ਹੁਣ ਜਿਵੇਂ ਜਿਰਬ ਚੜੀ ਹੋਈ ਹੈ, ਜੰਗ ਚੜੀ, ਰਸਟ ਚੜੀ ਹੋਈ ਹੈ ਸਾਡੇ ਦਿਮਾਗਾਂ ਦੇ ਉੱਤੇ, ਉਹ ਤੁਹਾਡੇ ਵਰਗੇ ਕਥਾਕਾਰੀ ਇਹਨੂੰ ਠੀਕ ਕਰ ਸਕਦੇ ਨੇ। ਪਲੀਜ਼, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਤੇ ਮੇਰਾ ਖਿਆਲ ਹੈ ਕਿ ਹੁਣ ਇੱਥੇ ਸਮਾਪਤੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਦਾ ਜੀ, ਆਪਣੇ ਦੀਪਿੰਦਰ ਸਿੰਘ ਜੀ, ਕੱਲ ਨੂੰ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਕਲਾਸ ਲੈ ਸਕਦੇ, ਜੇ ਨਹੀਂ ਤਾਂ ਤੁਸੀਂ ਫੇਰ ਕਿਸੇ ਦਿਨ ਦੇਖ ਲਵਾਂਗੇ। ਪਰਸੋਂ, ਹਾਂਜੀ, ਅੱਗੇ ਦੇਖ ਲਾਂਗੇ। ਕੱਲ ਠੀਕ ਹੈ, ਠੀਕ ਹੈ, ਕੋਈ ਗੱਲ ਨਹੀਂ। ਮੈਂ ਗਿਆਨੀ ਮੋਹਨ ਸਿੰਘ ਜੀ ਨਾਲ ਬਾਅਦ ਗੱਲ ਕਰਦਾ, ਤੇ ਅਸੀਂ ਫਿਰ ਕੱਲ ਨੂੰ ਫੇਰ ਆਵਾਂਗੇ ਜੀ ਹੋਰ ਨਵਾਂ ਟੌਪਿਕ ਲੈ ਕੇ। ਤੇ ਅੱਜ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਟਿਕ ਕੇ ਸਾਰੀ ਸ਼ਬਦ ਸਾਰੇ ਸੁਣੇ ਆ, ਸਾਰੀ ਕਥਾ ਸੁਣੀ ਆ, ਤੇ ਉਹਦੇ ਵਿੱਚ ਸਾਰਿਆਂ ਦੀ ਕੁਛ ਨਾ ਕੁਛ ਗੇਨ ਕੀਤਾ ਹੋਊਗਾ ਜੀ ਅੱਜ। ਤੇ ਇਸੇ ਤਰ੍ਹਾਂ ਅਸੀਂ ਕੱਲ ਨੂੰ ਮੁੜ ਕੇ ਆਵਾਂਗੇ। ਇੱਥੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।